सत श्री अकाल ਤੇ ਚੇਤਨ ਭਾਰਤ ਲਰਨਿੰਗ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਉਮੀਦ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਹੁਤ ਜ਼ੋਰਾਂ ਸ਼ੋਰਾਂ ਨਾਲ ਆਪਣੇ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੀ ਤਿਆਰੀ ਐਗਜ਼ਾਮ ਦੀ ਕਰ ਰਹੇ ਹੋਗੇ। ਤੇ ਤੁਹਾਡੀ ਤਿਆਰੀ ਨੂੰ ਸੁਖਾਲਾ ਬਣਾਉਣ ਵਾਸਤੇ ਆਪਾਂ ਜੀਕੇ ਨੂੰ ਥਰੂ ਐਮਸੀਕਿਊਜ਼ ਕਵਰ ਕਰਨ ਲਈ ਸੀਰੀਜ਼ ਚਲਾਈ ਹੋਈ ਹੈ। ਤੇ ਹੁਣ ਤੋਂ ਪਹਿਲਾਂ ਆਪਾਂ ਪੋਲਿਟੀ, ਜੀਓਗ੍ਰਾਫੀ ਤੇ ਇਕਨੋਮੀ ਨੂੰ ਥਰੂ ਐਮਸੀਕਿਊਜ਼ ਕਵਰ ਕਰ ਚੁੱਕੇ ਹਾਂ। ਜੇ ਨਹੀਂ ਦੇਖੀ ਵੀਡੀਓ ਤਾਂ ਪਲੀਜ਼ ਉਹਨੂੰ ਵੀਡੀਓਸ ਨੂੰ ਪਹਿਲਾਂ ਦੇਖੋ। ਤੇ ਅੱਜ ਤੋਂ ਆਪਾਂ ਸ਼ੁਰੂ ਕਰਨ ਵਾਲੇ ਹਾਂ ਮਾਡਰਨ ਹਿਸਟਰੀ ਦੀ ਕਹਾਣੀ। ਸੋ ਮਾਡਰਨ ਹਿਸਟਰੀ ਚੋਂ ਆਪਾਂ ਨੂੰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਦੋ ਤੋਂ ਤਿੰਨ ਕੁਐਸਚਨ ਆਪਾਂ ਨੂੰ ਦੇਖਣ ਨੂੰ ਮਿਲਦੇ ਹਨ। ਤਾਂ ਮਾਡਰਨ ਹਿਸਟਰੀ ਦੇ ਜਿਹੜੇ ਇੰਪੋਰਟੈਂਟ ਟੌਪਿਕਸ ਨੇ ਉਹਨਾਂ ਨੂੰ ਆਪਾਂ ਥਰੂ ਐਮਸੀਕਿਊਜ਼ ਕਵਰ ਕਰਾਂਗੇ। ਜਿਵੇਂ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬੈਟਲ ਆਫ ਪਲਾਸੀ ਬਾਰੇ, ਬਕਸਰ ਬਾਰੇ, ਫਿਰ ਆਪਾਂ ਐਂਗਲੋ ਮਰਾਠਾ ਵਾਰਸ ਦੀ ਗੱਲ ਕਰਾਂਗੇ, ਐਂਗਲੋ ਮਾਈਸੂਰ ਵਾਰ ਦੀ ਗੱਲ ਕਰਾਂਗੇ, ਫਿਰ ਐਨੈਕਸੇਸ਼ਨ ਆਫ ਪੰਜਾਬ ਦੀ ਗੱਲ ਕਰਾਂਗੇ ਆਪਾਂ, 1857 ਦੇ ਰਿਵੋਲਟ ਦੀ ਗੱਲ ਕਰਾਂਗੇ ਆਪਾਂ, ਫਿਰ ਆਪਾਂ ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟਸ ਦੀ ਗੱਲ ਕਰਾਂਗੇ। ਤੇ ਖਾਸ ਕਰ ਤਵੱਜੋ ਰੱਖਣ ਵਾਲੇ ਆਪਾਂ ਪੰਜਾਬ ਦੇ ਉੱਪਰ, ਕਿਉਂਕਿ ਪੰਜਾਬ ਤੋਂ ਬਹੁਤ ਸਾਰੇ ਕੁਐਸਚਨ ਦੇਖਣ ਨੂੰ ਮਿਲਦੇ। ਤਾਂ ਬਿਨਾਂ ਕਿਸੇ ਦੇਰੀ ਤੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਲੈਟਸ ਸਟਾਰਟ ਵਿਦ ਦ ਫਰਸਟ ਕੁਐਸਚਨ। ਹਾਂਜੀ, ਹੂ ਵਾਸ ਦ ਨਵਾਬ ਆਫ ਬੰਗਾਲ ਡਿਊਰਿੰਗ ਦ ਫੇਮਸ ਬੈਟਲ ਆਫ ਪਲਾਸੀ ਇਨ 1757? ਬੈਟਲ ਆਫ ਪਲਾਸੀ ਦੀ ਗੱਲ ਹੋ ਰਹੀ ਹੈ ਜੀ। ਬੈਟਲ ਆਫ ਪਲਾਸੀ ਦੀ ਗੱਲ ਹੋ ਰਹੀ ਹੈ 1757 ਦੀ। ਦੋ ਇੰਪੋਰਟੈਂਟ ਬੈਟਲ ਸੀਗੀਆਂ ਜੋ ਬੰਗਾਲ ਦੇ ਕੇਸ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀ ਸੀਗੀ। ਇੱਕ ਸੀਗੀ ਬੈਟਲ ਆਫ ਪਲਾਸੀ, ਦੂਜੀ ਸੀਗੀ ਬੈਟਲ ਆਫ ਬਕਸਰ। ਤੇ ਬੈਟਲ ਆਫ ਬਕਸਰ ਕਦੋਂ ਹੋਈ ਸੀਗੀ? 1764 ਦੇ ਵਿੱਚ ਹੋਈ ਸੀਗੀ। ਤਾਂ ਬੈਟਲ ਆਫ ਪਲਾਸੀ ਸ਼ੁਰੂਆਤ ਸੀਗੀ। ਹੁਣ ਉਹਨਾਂ ਨੂੰ ਸਮਝ ਆ ਗਿਆ ਕਿ ਵਨ ਆਫ ਦਾ ਰਿਚੈਸਟ ਪ੍ਰੋਵਿੰਸ ਹੈ ਬੰਗਾਲ, ਪੂਰੇ ਇੰਡੀਆ ਦਾ ਵਨ ਆਫ ਦਾ ਰਿਚੈਸਟ ਪ੍ਰੋਵਿੰਸ ਹੈ। ਇਹਦੇ ਵਿੱਚ ਹੁਣ ਸਾਡਾ ਸਟਰੋਂਗ ਫੁੱਟਹੋਲਡ ਬਣਨ ਜਾ ਰਿਹਾ। 57 ਨੇ ਇਨਸ਼ੋਰ ਕਰਤਾ ਸੀਗਾ। ਤੇ 57 ਨੇ ਇੱਕ ਹੋਰ ਚੀਜ਼ ਇਨਸ਼ੋਰ ਕਰਤੀ ਸੀ ਕਿ ਤੁਸੀਂ ਬਿਨਾਂ ਲੜੇ, ਕਹਿੰਦੇ ਬਿਨਾਂ ਆਪਣੇ ਰਿਸੋਰਸਿਸ ਵੇਸਟ ਕੀਤੇ ਹੋਏ, ਜੇ ਤੁਸੀਂ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਧੜਿਆਂ 'ਚ ਵੰਡ ਦਈਏ, ਬਿਨਾਂ ਲੜੇ ਤੁਸੀਂ ਇੱਕ ਇੰਡੀਆ ਦੇ ਵਿੱਚ ਕੰਡੀਸ਼ਨਸ ਇਸ ਤਰੀਕੇ ਦੀਆਂ ਨੇ ਬਿਕੋਜ਼ ਪੀਪਲ ਆਰ ਸੋ ਪਾਵਰ ਹੰਗਰੀ ਓਵਰ ਹੇਅਰ ਕਿ ਤੁਸੀਂ ਉਹਨਾਂ ਦੇ ਵਿੱਚ ਆਪਸ 'ਚ ਮਤਭੇਦ ਪੈਦਾ ਕਰਕੇ ਤੁਸੀਂ ਜਿੱਤ ਸਕਦੇ ਹੋ, ਜੋ ਕਿ 1757 ਬੈਟਲ ਆਫ ਪਲਾਸੀ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਤਾਂ ਜੇ ਨਵਾਬ ਦੀ ਗੱਲ ਕਰੀਏ, ਨਵਾਬ ਕੌਣ ਸੀਗਾ ਜੀ ਉਰੇ? ਨਵਾਬ ਸੀਗਾ ਜੀ ਉਰੇ ਉਰੇ ਸੀਗਾ ਸਿਰਾਜ ਉਦ ਦੌਲਾ, ਸਿਰਾਜ ਉਦ ਦੌਲਾ ਨਵਾਬ ਸੀਗਾ। ਸਿਰਾਜ ਉਦ ਦੌਲਾ ਉਰੇ ਨਵਾਬ ਸੀਗਾ। ਤੇ ਉਰੇ ਜਦੋਂ ਮੈਂ ਗੱਲ ਕਰ ਰਿਹਾ ਮਤਭੇਦ ਪੈਦਾ ਕਰਕੇ ਜਿੱਤਣ ਦੀ, ਉਹ ਮਤਭੇਦ ਪੈਦਾ ਕੀਤੇ ਗਏ ਸੀਗੇ ਮੀਰ ਜਾਫਰ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਤੈਨੂੰ ਨਵਾਬ ਬਣਾ ਦਾਂਗੇ। ਮੀਰ ਜਾਫਰ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਤੈਨੂੰ ਨਵਾਬ ਬਣਾ ਦਾਂਗੇ, ਤੂੰ ਸਾਡਾ ਸਾਥ ਦੇ ਦੇ। ਤਾਂ ਉਹਨੇ ਬ੍ਰਿਟਿਸ਼ਰਸ ਦਾ ਸਾਥ ਵੀ ਦੇਣਾ ਸ਼ੁਰੂ ਕਰਤਾ। ਤੇ ਇਵੈਂਚੁਅਲੀ ਤੁਸੀਂ ਦੇਖੋਗੇ ਮੀਰ ਜਾਫਰ ਦੀ ਜਿਹੜੀ ਹਾਰ ਸੀਗੀ ਉਹ ਤੈਅ ਹੋ ਚੁੱਕੀ ਸੀ, ਕਿਉਂਕਿ ਆਰਮੀ ਹੀ ਜਦੋਂ ਬ੍ਰਿਟਿਸ਼ਰਸ ਦੇ ਸਾਈਡ ਜਾਣਾ ਸ਼ੁਰੂ ਹੋ ਗਈ ਤਾਂ ਫਿਰ ਰਾਜਾ ਕਿਵੇਂ ਲੜੂਗਾ। ਤੇ ਉਰੇ ਇੱਕ ਹੋਰ ਮੀਰ ਕਾਸਿਮ ਨਾਮ ਦਾ ਜ਼ਿਕਰ ਆਉਂਦਾ। ਮੀਰ ਕਾਸਿਮ, ਜਦੋਂ ਮੀਰ ਜਾਫਰ ਨੂੰ ਨਵਾਬ ਬਣਾ ਦਿੱਤਾ ਗਿਆ ਤਾਂ ਮੀਰ ਜਾਫਰ ਨੂੰ ਕਿਹਾ ਗਿਆ ਸੀਗਾ ਕਿ ਹੁਣ ਤੂੰ ਬ੍ਰਿਟਿਸ਼ਰਸ ਨੂੰ, ਜਿਵੇਂ ਸਾਡੇ ਲੈਟਸ ਸੇ ਪੈਸੇ ਦੀ ਲੋੜ ਹੈ, ਤਾਂ ਉਹ ਪੈਸਾ ਹੁਣ ਤੂੰ ਬੰਗਾਲ ਦੇ ਐਕਸਚੇਕਰ ਚੋਂ ਪੇ ਕਰਨਾ ਹੈ। ਸਿੰਸ ਇਹਦੀ ਵੀ ਕੋਈ ਅਕਾਊਂਟੇਬਿਲਿਟੀ ਨਹੀਂ ਸੀਗੀ ਤਾਂ ਇਹਨੇ ਵੀ ਉਹਨੂੰ ਪੇ ਕਰਨਾ ਸ਼ੁਰੂ ਕਰਤਾ। ਗੋਲਡ ਵੇਚਣਾ ਸ਼ੁਰੂ ਕਰਤਾ, ਹੋਰ ਪ੍ਰੀਸ਼ੀਅਸ ਮੈਟਲਸ ਵੇਚਣਾ ਸ਼ੁਰੂ ਕਰਤਾ, ਜਿੰਨਾ ਇਹ ਕਰ ਸਕਦਾ ਉਹਨਾਂ ਕਰਨਾ ਸ਼ੁਰੂ ਕਰਤਾ। ਬਟ ਬ੍ਰਿਟਿਸ਼ਰਸ ਦੀ ਜਿਹੜੀ ਭੁੱਖ ਸੀਗੀ ਉਹ ਖਤਮ ਨਹੀਂ ਹੋ ਰਹੀ ਸੀਗੀ। ਬ੍ਰਿਟਿਸ਼ਰਸ ਦੀ ਭੁੱਖ ਨਹੀਂ ਖਤਮ ਹੋ ਰਹੀ ਸੀਗੀ ਤਾਂ ਮੀਰ ਜਾਫਰ ਨੂੰ ਹਟਾ ਦਿੱਤਾ ਗਿਆ ਸੀਗਾ। ਉਹਦੇ ਸਨ ਇਨ ਲਾਅ ਮੀਰ ਕਾਸਿਮ ਨੂੰ ਬਾਅਦ ਚ ਨਵਾਬ ਬਣਾਤਾ ਸੀਗਾ। ਤੇ ਮੀਰ ਕਾਸਿਮ ਨੂੰ ਜਦੋਂ ਨਵਾਬ ਬਣਾਇਆ ਸੀਗਾ ਉਹਨੂੰ ਵੀ ਸਮਝ ਆ ਗਈ ਸੀ ਕਿ ਜੋ ਇਹਨਾਂ ਨੇ ਮੀਰ ਜਾਫਰ ਨਾਲ ਕੀਤਾ, ਜੋ ਪਹਿਲਾਂ ਸਿਰਾਜ ਉਦ ਦੌਲਾ ਨੇ ਕੀਤਾ, ਉਹੀ ਮੇਰੇ ਨਾਲ ਕਰਨਗੇ। ਤਾਂ ਉਹਨੇ ਪਲੈਨਿੰਗ ਕਰਨਾ ਸ਼ੁਰੂ ਕਰ ਦਿੱਤੀ ਸੀਗੀ। ਉਸੇ ਪਲੈਨਿੰਗ ਦੇ ਤਹਿਤ ਉਹਨੇ ਆਪਣੀ ਕੈਪੀਟਲ ਨੂੰ ਵੀ ਕੈਲਕੱਟਾ ਤੋਂ ਪਿੱਛੇ ਸ਼ਿਫਟ ਕਰਤਾ ਸੀਗਾ। ਤੇ ਫਿਰ ਅਵਧ ਦੇ ਰਾਜਾ ਦੇ ਨਾਲ, ਨਵਾਬ ਦੇ ਨਾਲ ਮਿਲ ਕੇ ਤੇ ਮੁਗਲ ਐਮਪਰਰ ਜਿਹੜੇ ਸੀਗੇ ਉਹਨਾਂ ਨਾਲ ਮਿਲ ਕੇ ਉਹਨੇ ਬ੍ਰਿਟਿਸ਼ਰਸ ਨਾਲ ਲੜਨ ਦੀ ਕੋਸ਼ਿਸ਼ ਕੀਤੀ। ਦੈਟ ਵਾਸ ਬੈਟਲ ਆਫ ਬਕਸਰ, ਪਰ ਉਹ ਵੀ ਜਿੱਤ ਨਹੀਂ ਪਾਏ ਆਪਾਂ। ਸੋ ਕੁਐਸਚਨ ਸੀਗਾ ਅਬਾਊਟ ਦ ਬੈਟਲ ਆਫ ਪਲਾਸੀ, ਦੀ ਆਨਸਰ ਇਜ਼ ਸਿਰਾਜ ਉਦ ਦੌਲਾ। ਤੇ ਬੈਟਲ ਆਫ ਪਲਾਸੀ ਦੇ ਵਿੱਚ ਇੰਗਲਿਸ਼ ਜਨਰਲ ਕੌਣ ਸੀਗਾ? ਉਹ ਸੀਗਾ ਰੋਬਰਟ ਕਲਾਈਵ। ਇਹ ਇੰਗਲਿਸ਼ ਸਾਈਡ ਨੂੰ ਰਿਪਰੈਜ਼ੈਂਟ ਕਰਦਾ ਸੀਗਾ। ਅੰਡਰ ਦਾ ਲੀਡਰਸ਼ਿਪ ਆਫ ਰੋਬਰਟ ਕਲਾਈਵ, ਇੰਗਲਿਸ਼ਮੈਨ ਡਿਫੀਟਡ ਨਵਾਬ ਆਫ ਬੰਗਾਲ। ਉਹ ਕੌਣ ਸੀਗਾ? ਸਿਰਾਜ ਉਦ ਦੌਲਾ। ਚਲੋ ਨੈਕਸਟ ਅੱਗੇ ਚੱਲਦੇ ਹਾਂ ਆਪਾਂ। ਹਾਂਜੀ, ਥਰੂ ਵਿਚ ਟ੍ਰੀਟੀ ਡਿਡ ਦੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸਿਕਿਉਰ ਦਾ ਦੀਵਾਨੀ ਰਾਈਟਸ? ਦੀਵਾਨੀ ਰਾਈਟਸ ਮਤਲਬ ਰਾਈਟ ਟੂ ਕਲੈਕਟ ਰੈਵਨਿਊ ਆਫ ਬੰਗਾਲ, ਬਿਹਾਰ ਐਂਡ ओडिशा।
बंगाल बारे मैं ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਇਟ ਵਾਸ ਵਨ ਆਫ ਦਾ ਰਿਚੈਸਟ ਪ੍ਰੋਵਿੰਸ। ਬਿਹਾਰ ਐਗਰੀਕਲਚਰਲੀ ਪੂਰਾ ਫਰਟਾਈਲ ਹੈ ਜੀ। ਐਂਡ ਦੈਨ ਉੜੀਸਾ ਦੇ ਕੇਸ ਤੁਸੀਂ ਅੱਜ ਦੇਖੋ ਕਿ ਕਿੰਨੇ ਜ਼ਿਆਦਾ ਉੱਥੇ ਮਿਨਰਲ ਰਿਸੋਰਸਸ ਵੀ ਦੇਖਣ ਨੂੰ ਮਿਲਦੇ ਆ। ਉਸ ਟਾਈਮ ਦੀ ਆਪਾਂ ਗੱਲ ਕਰੀਏ 1764 ਦੇ ਆਸ-ਪਾਸ ਦੀ ਗੱਲ ਕਰ ਰਹੇ ਹਾਂ ਆਪਾਂ, ਉਦੋਂ ਇਹ 3 ਪ੍ਰੋਵਿੰਸਿਸ ਤੋਂ ਰੈਵਨਿਊ ਰਾਈਟਸ ਦੀ ਗੱਲ ਕਰੀਏ ਉਹ ਬ੍ਰਿਟਿਸ਼ਰਸ ਨੇ ਐਕਸਟ੍ਰੈਕਟ ਕਰਨੇ ਸ਼ੁਰੂ ਕਰ ਦਿੱਤੇ ਸੀਗੇ। ਤੇ ਉਹ ਪਰਮਿਸ਼ਨ ਉਹਨਾਂ ਨੂੰ ਕਿਹੜੀ ਟ੍ਰੀਟੀ ਦੇ ਤਹਿਤ ਮਿਲੀ ਹੈ, ਇਹ ਕੁਐਸਚਨ ਹੈ ਜੀ। ਪਹਿਲਾ ਟ੍ਰੀਟੀ ਆਫ ਇਲਾਹਾਬਾਦ, ਫਿਰ ਅਲੀਨਗਰ, ਫਿਰ ਪੈਰਿਸ, ਫਿਰ ਟ੍ਰੀਟੀ ਆਫ ਮੰਗਾਇਰ। The right answer in this case is Treaty of Allahabad 1764 ਦੇ ਵਿੱਚ ਜਦੋਂ ਬੈਟਲ ਆਫ ਬਕਸਰ ਹੁੰਦੀ ਹੈ ਉਸ ਤੋਂ ਬਾਅਦ ਟ੍ਰੀਟੀ ਆਫ ਇਲਾਹਾਬਾਦ ਸਾਈਨ ਕੀਤੀ ਜਾਂਦੀ ਹੈ। ਤੇ ਉਸ ਤੋਂ ਬਾਅਦ ਉਦੋਂ ਕੀ ਹੋਇਆ, ਜਦੋਂ ਇਹ ਟ੍ਰੀਟੀ ਆਫ ਇਲਾਹਾਬਾਦ ਸਾਈਨ ਹੋਈ ਤਾਂ ਮੁਗਲ ਐਮਪਰਰ ਤੋਂ ਦੀਵਾਨੀ ਰਾਈਟਸ ਲੈ ਲਏ ਕਿਹਨਾਂ ਨੇ, ਬ੍ਰਿਟਿਸ਼ਰਸ ਨੇ, ਬੰਗਾਲ, ਬਿਹਾਰ ਤੇ ਉੜੀਸਾ ਦੇ। ਤੇ ਫਿਰ ਇਵੈਂਚੁਅਲੀ ਮੁਗਲ ਐਮਪਰਰ ਤੇ ਨਵਾਬ ਆਫ ਅਵਧ ਦੇ ਵਿੱਚ ਸਮਝੌਤਾ ਵੀ ਕਰਵਾ ਦਿੱਤਾ, ਜਿਹਦੇ ਤਹਿਤ ਬੋਲ ਦਿੱਤਾ ਗਿਆ ਕਿ ਇਲਾਹਾਬਾਦ ਕੋਲ ਕੁਝ ਜਿਹੜੇ ਵਿਲੇजेस ਨੇ ਉਹ ਰਿਜ਼ਰਵ ਕਰ ਦਿੱਤੇ ਜਾਣਗੇ ਤਾਂ ਕਿ ਉੱਥੇ ਮੁਗਲ ਐਮਪਰਰ ਜਿਹੜਾ ਹੈਗਾ ਰਹਿ ਸਕਦਾ ਹੈ ਅੰਡਰ ਦਾ ਪ੍ਰੋਟੈਕਸ਼ਨ ਆਫ ਬ੍ਰਿਟਿਸ਼ਰਸ। ਤੇ ਜਿਹੜਾ ਅਵਧ ਸੀਗਾ, ਅਵਧ ਰਾਜ ਨੂੰ ਇਹਨਾਂ ਨੇ ਕਹਿਤਾ ਕਿ ਬਫਰ ਸਟੇਟ ਦੀ ਤਰ੍ਹਾਂ ਟ੍ਰੀਟ ਕਰਾਂਗੇ ਆਪਾਂ, ਇਹਨੂੰ ਆਪਾਂ ਐਨੈਕਸ ਨਹੀਂ ਕਰਾਂਗੇ, ਇਹਨੂੰ ਇੱਕ ਬਫਰ ਦੇ ਤਰ੍ਹਾਂ ਟ੍ਰੀਟ ਕਰਾਂਗੇ। ਬਫਰ ਮਤਲਬ ਕੀ ਹੈ, ਬਫਰ ਦਾ ਪਰਪਸ ਇਹ ਸੀਗਾ ਕਿ ਸਾਹਮਣੇ ਅਗਰ ਜੇ ਮਰਾਠਾ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਉਹ ਡਾਇਰੈਕਟਲੀ ਬੰਗਾਲ ਤੇ ਅਟੈਕ ਨਹੀਂ ਕਰ ਪਾਣਗੇ ਕਿਉਂਕਿ ਵਿਚਾਲੇ ਅਵਧ ਆ ਚੁੱਕਾ ਹੈ। ਅਵਧ ਦੇ ਰਾਜਾ ਨਾਲ ਲੜਾਈ ਕਰਨੀ ਪੈਣੀ ਹੈ ਤਾਂ ਅਵਧ ਨੂੰ ਇੰਡੀਪੈਂਡੈਂਟ ਰੱਖਿਆ ਸੀਗਾ, ਉਹ ਤੇ ਕੰਟਰੋਲ ਕਰਨਾ ਸ਼ੁਰੂ ਕਰਤਾ ਸੀਗਾ, ਪਰ ਉਹਨੂੰ ਪ੍ਰੋਪਰ ਆਪਣੀ ਬ੍ਰਿਟਿਸ਼ ਪੈਰਾਮਾਉਂਟੇਸੀ ਅੰਦਰ ਨਹੀਂ ਲੈ ਕੇ ਆਏ ਸੀਗੇ। ਸੋ ਉਹਨੂੰ ਸੈਪਰੇਟ ਰੱਖਿਆ ਸੀਗਾ, ਇੱਕ ਬਫਰ ਸਟੇਟ ਦੇ ਤੌਰ ਤੇ ਰੱਖਿਆ ਸੀਗਾ ਤਾਂ ਕਿ ਕੱਲ ਨੂੰ ਉਹ ਬਫਰ ਐਕਟ ਕਰੇ ਜੇ ਮਰਾਠਾਸ ਅਟੈਕ ਕਰਦੇ। ਤਾਂ ਪੂਰੀ ਸੋਚੀ ਸਮਝੀ ਸਾਜ਼ਿਸ਼ ਸੀ, ਰਾਈਟ। So 1764 Treaty of Allahabad। Next Treaty of Salbai ਦੀ ਗੱਲ ਹੋ ਰਹੀ ਹੈ ਜੀ। Treaty of Salbai ਦੀ ਗੱਲ ਹੋ ਰਹੀ ਹੈ। brought an end to which of the following conflicts, ਕਿਹੜੀ conflicts ਨੂੰ Treaty of Salbai ਨੇ end ਕੀਤਾ ਸੀਗਾ। ਹਾਂਜੀ, ਵੀਡੀਓ ਨੂੰ ਪੌਜ਼ ਕਰੋ ਇੱਕ ਵਾਰੀ and then try answering this question by pausing the video। Treaty of Salbai ਨੇ 1782 ਦੀ ਟ੍ਰੀਟੀ ਨੇ ਕਿਹੜੀ ਵਾਰ ਨੂੰ ਐਂਡ ਕੀਤਾ ਸੀ? ਆਪਸ਼ਨ ਏ ਥਰਡ ਐਂਗਲੋ ਮਰਾਠਾ ਵਾਰ, ਸੈਕਿੰਡ ਐਂਗਲੋ ਮਰਾਠਾ ਵਾਰ, ਥਰਡ ਆਪਸ਼ਨ ਫਰਸਟ ਐਂਗਲੋ ਮਰਾਠਾ ਵਾਰ, ਦੈਨ ਲਾਸਟ ਆਪਸ਼ਨ ਸੈਕਿੰਡ ਐਂਗਲੋ ਮੈਸੂਰ ਵਾਰ। ਹੁਣ ਜਨਰਲੀ ਜਦੋਂ ਇਸ ਤਰੀਕੇ ਦੇ ਤੁਹਾਨੂੰ ਆਪਸ਼ਨ ਦੇਖਣ ਨੂੰ ਮਿਲਦੇ ਨੇ ਕਿ 3 ਆਪਸ਼ਨ ਤਾਂ ਫਿਰ ਵੀ ਇੱਕ ਕੈਟਾਗਰੀ ਦੇ, ਚੌਥਾ ਬਿਲਕੁਲ ਅਲੱਗ ਹੈ, ਤਾਂ ਚੌਥਾ ਜੇ ਬਿਲਕੁਲ ਅਲੱਗ ਹੈ ਉਹ ਐਗਜ਼ਾਮਿਨਰ ਤੁਹਾਨੂੰ ਵੈਸੇ ਡਿਸਟਰੈਕਟ ਕਰ ਨਹੀਂ ਪਾ ਰਿਹਾ ਤਾਂ ਇਹ ਵੈਸੇ ਹੀ ਗਲਤ ਹੋਣ ਵਾਲਾ ਹੈ। ਐਂਗਲੋ ਮੈਸੂਰ ਵਾਰ ਅਗੇਨ ਡਿਫਰੈਂਟ ਕੈਟਾਗਰੀ ਦੀ ਵਾਰਸ ਹੈ ਜੀ, ਐਂਗਲੋ ਮਰਾਠਾ ਦੇ ਵਿੱਚ ਕਿਤੇ ਵੀ ਨਹੀਂ ਫਿੱਟ ਹੁੰਦੀਆਂ। ਤੇ ਟ੍ਰੀਟੀ ਆਫ ਸਾਲਬਾਈ ਜਿਹੜੀ ਹੈਗੀ ਹੈ ਉਹ ਐਂਗਲੋ ਮਰਾਠਾ ਦੇ ਕੇਸ 'ਚ ਹੀ ਆਉਂਦੀ ਹੈ। ਜਦੋਂ ਪਹਿਲੀ ਇਹਨਾਂ ਦੀ ਵਾਰ ਚੱਲ ਰਹੀ ਸੀਗੀ 1775 ਤੋਂ ਲੈ ਕੇ 82 ਤੱਕ ਚੱਲ ਰਹੀ ਸੀਗੀ, ਜਿਹੜੀ 75 ਤੋਂ ਲੈ ਕੇ 82 ਤੱਕ ਚੱਲ ਰਹੀ ਸੀ, ਉਹਦੇ ਵਿੱਚ ਬਹੁਤ ਸਾਰੀ ਟ੍ਰੀਟੀਜ਼ ਆਈ। ਉਹਦੇ ਵਿੱਚ ਇੱਕ ਸੀਗੀ ਟ੍ਰੀਟੀ ਆਫ ਸੂਰਤ, ਫਿਰ ਉਹਨੂੰ ਨਲੀਫਾਈ ਕਰਨ ਵਾਸਤੇ ਟ੍ਰੀਟੀ ਆਫ ਪੁੰਦਾਰ ਲੈ ਕੇ ਆਏ ਸੀਗੇ, ਫਿਰ ਅੱਗੇ ਚੱਲਦਾ ਗਿਆ। ਬਟ ਇਵੈਂਚੁਅਲੀ ਪਹਿਲੀ ਜਿਹੜੀ ਐਂਗਲੋ ਮਰਾਠਾ ਵਾਰ ਸੀਗੀ ਉਹ 1780 ਦੇ ਵਿੱਚ 82 ਦੇ ਵਿੱਚ ਐਂਡ ਹੁੰਦੀ ਹੈ ਵਿਦ ਦ ਟ੍ਰੀਟੀ ਆਫ ਸਾਲਬਾਈ। ਸੋ ਇਟ ਵਾਸ the first Anglo-Maratha war that was ended by this treaty, second Anglo-Maratha war ਦੀ ਗੱਲ ਕਰੀਏ ਤਾਂ ਉਰੇ ਕੀ ਸੀਗਾ, ਪੇਸ਼ਵਾ ਨੇ ਨਾ ਸਬਸਿਡਰੀ ਅਲਾਈਅੰਸ ਐਕਸੈਪਟ ਕਰ ਲਿਆ ਸੀਗਾ ਥਰੂ ਟ੍ਰੀਟੀ ਆਫ ਬਸੀਨ 1802 ਦੇ ਵਿੱਚ। ਸੈਕਿੰਡ ਦੀ ਗੱਲ ਕਰ ਰਿਹਾ, ਤੇ ਉਸ ਤੋਂ ਬਾਅਦ 1803 ਤੋਂ ਲੈ ਕੇ 1805 ਤੱਕ ਆਪਾਂ ਨੂੰ ਸੈਕਿੰਡ ਐਂਗਲੋ ਮਰਾਠਾ ਵਾਰ ਦੇਖਣ ਨੂੰ ਮਿਲਦੀ ਹੈ। ਫਿਰ ਜਿਹੜੀ ਥਰਡ ਐਂਗਲੋ ਮਰਾਠਾ ਵਾਰ ਹੈ ਉਹ 1817-18 ਦੇ ਆਸ-ਪਾਸ ਤੁਹਾਨੂੰ ਦੇਖਣ ਨੂੰ ਮਿਲਦੀ ਹੈ, ਤਾਂ ਉਹ ਵੀ ਉਰੇ ਫਿੱਟ ਨਹੀਂ ਬੈਠੂਗੀ। ਕਲੀਅਰ ਹੈ ਜੀ? ਤਾਂ C is the right answer। Next, who was the last Peshwa of Maratha Empire whose position was abolished by the British after the third Anglo-Maratha war? Third Anglo-Maratha war ਜਦੋਂ end ਹੁੰਦੀ ਹੈ ਤਾਂ ਉਦੋਂ ਲਾਸਟ ਪੇਸ਼ਵਾ ਕੌਣ ਸੀਗਾ? The answer is ਬਾਜੀਰਾਓ II। ਇਹ ਫੈਕਚੁਅਲ ਕੁਐਸਚਨ ਹੈ ਜੀ, ਯਾਦ ਰੱਖੋ। ਬਾਜੀਰਾਓ II is the right answer। ਜਦੋਂ ਲਾਸਟ ਪੇਸ਼ਵਾ ਅਬੋਲਿਸ਼ ਕਰ ਦਿੱਤੀ, ਪੇਸ਼ਵਾਸ਼ਿਪ ਜਿਹੜੀ ਸੀਗੀ ਉਹ ਅਬੋਲਿਸ਼ ਕਰ ਦਿੱਤੀ ਗਈ ਸੀਗੀ। ਨੈਕਸਟ, ਹਾਂਜੀ, which Indian ruler was the first to accept the
ਸਬਸਿਡਰੀ ਅਲਾਈਅੰਸ ਸਿਸਟਮ ਇੰਟਰੋਡਿਊਸਡ ਬਾय ਲਾਰਡ ਵੈਲੇਸਲੀ। ਇੱਕ ਤਾਂ ਇਹ ਕੁਐਸਚਨ ਆ ਸਕਦਾ ਕਿ ਸਬਸਿਡਰੀ ਅਲਾਈਅੰਸ ਸਿਸਟਮ ਕਿਹਨੇ ਇੰਟਰੋਡਿਊਸ ਕੀਤਾ ਸੀਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਲਾਰਡ ਵੈਲੇਸਲੀ ਨੇ ਇੰਟਰੋਡਿਊਸ ਕੀਤਾ ਸੀਗਾ ਸਬਸਿਡਰੀ ਅਲਾਈਅੰਸ ਸਿਸਟਮ। ਹੁਣ ਸਬਸਿਡਰੀ ਅਲਾਈਅੰਸ ਦੇ ਵਿੱਚ ਕੀ ਸੀਗਾ ਕਿ ਜਿਹੜਾ ਵੀ ਰਾਜ ਹੈ ਇਹਨੂੰ ਐਕਸੈਪਟ ਕਰਦਾ ਨਾ, ਉਹ ਆਪਣੀ ਸੋਵਰੇਨਿਟੀ ਨੂੰ ਸਰੈਂਡਰ ਕਰਦਾ ਸੀਗਾ। ਹੁਣ ਕੀ ਹੋਣਾ, ਉਹਨੂੰ ਆਪਣੀ ਆਰਮੀਜ਼ ਨੂੰ ਡਿਸਬੈਂਡ ਕਰਨਾ ਪੈਣਾ ਤੇ ਉਹਦੇ ਆਰਮੀਜ਼ ਨੂੰ ਰਿਪਲੇਸ ਕੌਣ ਕਰਨਗੇ, ਬ੍ਰਿਟਿਸ਼ ਫੋਰਸਿਸ ਰਿਪਲੇਸ ਕਰਨਗੇ, ਜਿਹਦੇ ਵਿੱਚ ਕੁਝ ਬ੍ਰਿਟਿਸ਼ ਆਫੀਸਰਸ ਵੀ ਹੋਣਗੇ। ਮੈਜੋਰਿਟੀ ਉਹਦੇ ਆਫੀਸਰਸ ਇੰਡੀਆ ਦੇ ਹੀ ਹੋਣਗੇ, ਹੋ ਸਕਦਾ ਉਸੇ ਰਾਜ ਦੇ ਹੋਣ, ਬਟ ਦੇ ਆਰ ਸਰਵਿੰਗ ਅੰਡਰ ਦ ਬ੍ਰਿਟਿਸ਼ ਕਮਾਂਡ। ਫਿਰ ਇੱਕ ਬ੍ਰਿਟਿਸ਼ ਰੈਜ਼ੀਡੈਂਟ ਹੋਊਗਾ ਜੋ ਉਹਦੇ ਕੋਰਟ ਦੇ ਵਿੱਚ ਹਮੇਸ਼ਾ ਸਟੇਸ਼ਨ ਹੋਊਗਾ, ਬਗੈਰ ਉਸਦੀ ਪਰਮਿਸ਼ਨ ਤੋਂ ਕੋਈ ਵੀ ਉਹ ਫੋਰਨ ਅਫੇਅਰਸ ਦਾ ਡਿਸੀਜਨ ਨਹੀਂ ਲੈ ਸਕਦੇ। ਸੋਵਰੇਨਿਟੀ ਉਹਨਾਂ ਨੇ ਆਪਣੀ ਸਰੈਂਡਰ ਕਰਤੀ। ਇੰਟਰਨਲ ਮੈਟਰਸ ਦੇ ਕੈਨ ਡੂ, ਬਟ ਇੰਟਰਨਲ ਮੈਟਰਸ ਦੇ ਵਿੱਚ ਵੀ ਬਹੁਤ ਜ਼ਿਆਦਾ ਉੱਥੇ ਹਸਤਕਸ਼ੇਪ ਜਾਂ ਇੰਟਰਫੇਰੈਂਸ ਦੀ ਆਪਾਂ ਗੱਲ ਕਰੀਏ ਉਸ ਰੈਜ਼ੀਡੈਂਟ ਦੀ ਹੁੰਦੀ ਹੀ ਹੁੰਦੀ ਸੀ। ਤਾਂ ਇਹ ਸਬਸਿਡਰੀ ਅਲਾਈਅੰਸ ਜਿਹੜਾ ਸਿਸਟਮ ਹੈ ਇਹਨੂੰ ਬ੍ਰਿਟਿਸ਼ਰਸ ਦੇ ਕੇਸ 'ਚ ਪਰਫੈਕਟ ਕਰਕੇ ਇੰਟਰੋਡਿਊਸ ਕੀਤਾ ਸੀਗਾ ਲਾਰਡ ਵੈਲੇਸਲੀ ਨੇ। ਹਾਲਾਂਕਿ ਲਾਰਡ ਵੈਲੇਸਲੀ ਵਾਸ ਨਾਟ ਦ ਫਰਸਟ ਵਨ ਟੂ ਇੰਟਰੋਡਿਊਸ ਦਿਸ ਸਿਸਟਮ ਇਨ ਇੰਡੀਆ। ਇਸ ਤੋਂ ਪਹਿਲਾਂ ਫ੍ਰੈਂਚ ਦੇ ਕੇਸ 'ਚ ਡੁਪਲੈਕਸ ਹੁੰਦਾ ਸੀਗਾ, ਉਹਨੇ ਇਹਨੂੰ ਲਿਮਿਟਿਡ ਸਕੇਲ ਤੇ ਇੰਟਰੋਡਿਊਸ ਕੀਤਾ ਹੋਇਆ ਸੀਗਾ। ਤਾਂ ਰਿਜ਼ਲਟ ਦੇਖੇ ਇੰਗਲਿਸ਼ਮੈਨ ਨੇ, ਉਹਨਾਂ ਨੇ ਦੇਖਿਆ ਇਹਦਾ ਸਿਸਟਮ ਬਹੁਤ ਵਧੀਆ, ਇਹ ਬਹੁਤ ਵਧੀਆ ਸੋਵਰੇਨਿਟੀ ਤੁਸੀਂ ਉਸ ਬੰਦੇ ਦੀ ਲੈ ਸਕਦੇ ਹੋ ਇਨਡਾਇਰੈਕਟਲੀ, ਰਾਈਟ। ਸੋ ਲਾਰਡ ਵੈਲੇਸਲੀ ਨੇ ਫਿਰ ਇਹਨੂੰ ਇਸ ਸਿਸਟਮ ਦੇ ਤੌਰ ਤੇ ਇੰਡੀਆ ਦੇ ਵਿੱਚ ਇੰਟਰੋਡਿਊਸ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਤਾਂ ਕਹਿੰਦੇ ਕਿਹੜਾ ਸੀਗਾ ਜੀ, was the first one to accept this system। ਹਾਂਜੀ, ਆਪਸ਼ਨ ਹੈ ਨਵਾਬ ਆਫ ਅਵਧ, ਫਿਰ ਨਿਜ਼ਾਮ ਆਫ ਹੈਦਰਾਬਾਦ, ਫਿਰ ਪੇਸ਼ਵਾ ਆਫ ਪੁਣੇ, ਫਿਰ ਕਿੰਗ ਆਫ ਮੈਸੂਰ। ਦੇਖੋ ਨਿਜ਼ਾਮ ਆਫ ਹੈਦਰਾਬਾਦ ਜਿਹੜੇ ਸੀਗੇ ਉਹਨਾਂ ਨੇ 1798 ਦੇ ਵਿੱਚ ਇਸ ਸਬਸਿਡਰੀ ਅਲਾਈਅੰਸ ਸਿਸਟਮ ਨੂੰ ਐਕਸੈਪਟ ਕਰ ਲਿਆ ਸੀਗਾ। ਸਬਸਿਡਰੀ ਅਲਾਈਅੰਸ ਨੂੰ 1798 ਦੇ ਵਿੱਚ ਸਭ ਤੋਂ ਪਹਿਲਾਂ ਨਿਜ਼ਾਮ ਆਫ ਹੈਦਰਾਬਾਦ ਨੇ ਹੀ ਐਕਸੈਪਟ ਕੀਤਾ ਸੀਗਾ ਐਜ਼ ਅ ਸਿਸਟਮ। ਫਿਰ ਆਪਾਂ ਗੱਲ ਕਰਦੇ ਹਾਂ ਉਸ ਤੋਂ ਬਾਅਦ ਮੈਸੂਰ ਨੇ ਐਕਸੈਪਟ ਕੀਤਾ ਸੀਗਾ 1799 ਦੇ ਵਿੱਚ। ਜਦੋਂ ਫੋਰਥ ਐਂਗਲੋ ਮੈਸੂਰ ਵਾਰ ਐਂਡ ਹੋ ਚੁੱਕੀ ਸੀਗੀ, ਟੀਪੂ ਸੁਲਤਾਨ ਦੀ ਡੈਥ ਹੋ ਚੁੱਕੀ ਸੀਗੀ, ਤਾਂ ਮੈਸੂਰ ਰਾਜੇ ਨੂੰ ਉਹਦੇ ਰਾਜਾ ਨੂੰ ਦੇ ਦਿੱਤਾ ਗਿਆ ਸੀਗਾ ਤੇ ਉਹ ਰਾਜਾ ਨੇ ਪੂਰੇ ਮੈਸੂਰ ਦੇ ਰਾਜਾ ਨੇ ਸਬਸਿਡਰੀ ਅਲਾਈਅੰਸ ਵੀ ਐਕਸੈਪਟ ਕਰ ਲਿਆ ਸੀਗਾ। ਫਿਰ ਪੇਸ਼ਵਾ ਆਫ ਪੁਣੇ ਦੀ ਗੱਲ ਕਰੀਏ, ਮੈਂ ਪਿਛਲੀ ਸਲਾਈਡ ਦੇ ਵਿੱਚ ਦੱਸੀ ਹੈ 1802 ਦੇ ਵਿੱਚ ਇਹਨਾਂ ਨੇ ਐਕਸੈਪਟ ਕੀਤਾ ਸੀਗਾ ਥਰੂ ਟ੍ਰੀਟੀ ਆਫ ਬਸੇਨ। ਉਸ ਤੋਂ ਬਾਅਦ ਨਵਾਬ ਆਫ ਅਵਧ ਨੇ ਕੀਤਾ ਸੀ। ਤਾਂ ਸਭ ਤੋਂ ਪਹਿਲਾਂ ਕਿਹਨੇ ਕੀਤਾ ਸੀਗਾ ਜੀ, ਤੁਹਾਨੂੰ ਪਤਾ ਲੱਗ ਗਿਆ 1798 ਦੇ ਵਿੱਚ ਨਿਜ਼ਾਮ ਆਫ ਹੈਦਰਾਬਾਦ। ਚਲੋ ਹਾਂਜੀ, ਹੁਣ ਗੱਲ ਆਉਂਦੀ ਹੈ ਜੀ ਸਿੰਧ ਦੀ। ਸਿੰਧ ਵਾਸ ਫਾਰਮਲੀ ਐਨੈਕਸਡ, ਸਿੰਧ ਤੇ ਪੂਰੀ ਤਰੀਕੇ ਨਾਲ ਕਬਜ਼ਾ ਕਰ ਲਿੱਤਾ ਗਿਆ ਸੀਗਾ। ਸਿੰਧ ਵਾਸ ਫਾਰਮਲੀ ਐਨੈਕਸਡ to the British Empire in 1843। ਕਹਿੰਦੇ who was the British Governor General of India at that point of time। ਦੇਖੋ ਤੁਹਾਡੇ ਪੂਰੇ ਮਾਡਰਨ ਹਿਸਟਰੀ ਸਿਲੇਬਸ ਦੇ ਵਿੱਚ ਨਾ ਇੱਕ ਇੰਪੋਰਟੈਂਟ ਥੀਮ ਹੈਗੀ ਦੋਸਤੋ, ਉਹ ਹੈਗੀ ਹੈ ਤੁਹਾਡੇ ਗਵਰਨਰ ਜਨਰਲ ਤੇ ਉਹਨਾਂ ਦੇ ਕਾਰਿਆਕਾਲ ਦੇ ਵਿੱਚ ਕਿਹੜੇ ਇੰਪੋਰਟੈਂਟ ਇਵੈਂਟ ਹੋਏ। ਜਿਵੇਂ ਇਸ ਕੁਐਸਚਨ ਦੇ ਥਰੂ ਮੈਂ ਦੱਸਣਾ ਚਾਹਨਾ ਕਿ ਸਿੰਧ ਕਦੋਂ ਐਨੈਕਸ ਹੋਇਆ। ਐਗਜ਼ਾਮਪਲ ਦੇ ਤੌਰ ਤੇ ਮੈਂ ਕੁਐਸਚਨ ਇਹ ਪੁੱਛਿਆ, ਪਰ ਜਦੋਂ ਤੁਸੀਂ ਰਿਵਾਈਜ਼ ਕਰ ਰਹੇ ਹੋ ਤਾਂ ਤੁਸੀਂ ਇਹ ਵੀ ਦੇਖੋ ਕਿ ਹਾਂ ਕੋਈ ਇੱਕ ਹੋਰ ਇੰਪੋਰਟੈਂਟ ਇਵੈਂਟ ਹੋਇਆ ਸੀਗਾ। ਫॉर ਐਗਜ਼ਾਮਪਲ ਐਨੈਕਸੇਸ਼ਨ ਆਫ ਪੰਜਾਬ। ਪੰਜਾਬ ਨੂੰ ਕਦੋਂ ਐਨੈਕਸ ਕੀਤਾ ਸੀਗਾ, ਕਿਹੜੇ ਗਵਰਨਰ ਜਨਰਲ ਦੇ ਅੰਡਰ ਕੀਤਾ ਗਿਆ ਸੀਗਾ। ਫਿਰ ਤੁਸੀਂ ਦੇਖੋਗੇ ਕਿ ਗਾਂਧੀ ਜੀ ਨੇ ਨਾਨ ਕੋਆਪਰੇਸ਼ਨ ਮੂਵਮੈਂਟ ਲਾਂਚ ਕੀਤਾ ਸੀਗਾ, ਕਿਹੜੇ ਗਵਰਨਰ ਜਨਰਲ ਨੇ ਲਾਂਚ ਕੀਤਾ ਸੀਗਾ। ਤਾਂ ਜਿਹੜੇ ਮੇਜਰ ਇਵੈਂਟਸ ਨੇ ਉਹ ਤੁਸੀਂ ਕਵਰ ਕਰਨੇ ਆ, ਉਹਦੀ ਟਾਈਮਲਾਈਨ ਨੂੰ ਕਵਰ ਕਰਨਾ ਹੈ ਬਾय ਮੈਚਿੰਗ them with the corresponding ਗਵਰਨਰ ਜਨਰਲ। ਇਹ ਇੰਪੋਰਟੈਂਟ ਦੋਸਤੋ ਕੁਐਸਚਨ ਬਹੁਤ ਵਾਰ ਉਰੇ ਦੇਖਣ ਨੂੰ ਮਿਲਦੇ ਆਪਾਂ। ਚਲੋ ਹਾਂਜੀ, ਗੱਲ ਕਰਦੇ ਹਾਂ ਸਿੰਧ ਵਾਸ ਫਾਰਮਲੀ ਐਨੈਕਸਡ ਇਨ 1843। ਕੌਣ ਗਵਰਨਰ ਜਨਰਲ ਸੀਗਾ? ਦੀ ਆਨਸਰ ਇਜ਼ ਲਾਰਡ ਐਲਨਬਰਗ। ਸੀ ਲਾਰਡ ਐਲਨਬਰਗ ਦੀ ਗੱਲ ਹੋ ਰਹੀ ਹੈ 1843 ਦੇ ਵਿੱਚ। ਲਾਰਡ ਐਲਨਬਰਗ ਦੇ ਟਾਈਮ ਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਸਿੰਧ ਨੂੰ ਐਨੈਕਸ ਕਰ ਲਿੱਤਾ ਗਿਆ ਸੀ। ਨੈਕਸਟ ਹੈ ਜੀ ਟ੍ਰੀਟੀ ਆਫ ਲਾਹੌਰ। ਹਾਂਜੀ, ਟ੍ਰੀਟੀ ਆਫ ਲਾਹੌਰ 1846 ਦੀ ਟ੍ਰੀਟੀ ਹੈ ਜੀ, ਇੰਪੋਰਟੈਂਟ ਹੈ ਐਂਗਲੋ ਸਿੱਖ ਵਾਰਸ ਦੇ ਕੰਟੈਕਸਟ ਦੇ ਵਿੱਚ। was signed after the conclusion of which war? पहला ऑप्शन है सेकंड एंग्लो सिख वॉर, then एंग्लो नेपाल वॉर, then first एंग्लो अफगान वॉर, and then over here first एंग्लो सिख वॉर। ਹੁਣ ਤੁਹਾਨੂੰ ਪਤਾ ਟ੍ਰੀਟੀ ਆਫ ਲਾਹੌਰ नेपाल ਦੇ ਕੇਸ ਤਾਂ ਨਹੀਂ ਆਊਗੀ, ਹੈ ਨਾ, ਆਊਗੀ ਤਾਂ ਪੰਜਾਬ ਦੇ ਕੇਸ 'ਚ ਹੀ ਆਊਗੀ। ਹੁਣ ਗੱਲ ਆ ਜਾਂਦੀ ਹੈ ਕਿ ਫਸਟ ਐਂਗਲੋ ਸਿੱਖ ਵॉर ਜਾਂ ਸੈਕੰਡ ਐਂਗਲੋ ਸਿੱਖ ਵॉर। ਜਦੋਂ ਆਪਾਂ 1846 ਦੀ ਗੱਲ ਕਰ ਰਹੇ ਹਾਂ ਤਾਂ ਉਰੇ ਆਪਾਂ ਦੇਖਾਂਗੇ ਫਸਟ ਐਂਗਲੋ ਸਿੱਖ ਵॉर ਦੀ ਗੱਲ ਹੋ ਰਹੀ ਹੈ।
ਫਰਸਟ ਐਂਗਲੋ ਸਿੱਖ ਵਾਰ ਦੀ ਗੱਲ ਹੋ ਰਹੀ ਹੈ। ਦੇਖੋ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਸਕਸੈਸ਼ਨ ਦੀ ਵਾਰਸ ਚੱਲਣੀ ਸ਼ੁਰੂ ਹੋ ਜਾਂਦੀ, ਸਕਸੈਸ਼ਨਸ ਦੀ, ਕਿ ਹਾਂ ਹੁਣ ਕੌਣ ਅੱਗੇ ਰਾਜਗੱਦੀ ਸੰਭੂਗਾ, ਕੌਣ ਸੰਭੂਗਾ, ਇਹ ਚੱਲ ਰਿਹਾ। ਤੇ ਇਸ ਚੱਕਰ 'ਚ ਜਿਹੜਾ ਰਾਜਾ ਸੀਗਾ ਉਹ ਵੀਕ ਹੋਣਾ ਸ਼ੁਰੂ ਹੋ ਜਾਂਦਾ, ਇਹਦੀ ਵੇਟ ਕਰ ਰਹੇ ਸੀਗੇ ਬੈਠ ਕੇ ਬ੍ਰਿਟਿਸ਼ਰ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਮਹਾਰਾਜਾ ਰਣਜੀਤ ਸਿੰਘ ਨੇ 1809 ਦੇ ਵਿੱਚ ਇੱਕ ਟ੍ਰੀਟੀ ਆਫ ਅੰਮ੍ਰਿਤਸਰ ਸਾਈਨ ਕੀਤੀ ਸੀਗੀ। ਉਹਦੇ ਤਹਿਤ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਬ੍ਰਿਟਿਸ਼ਰਸ ਨਾਲ ਸਮਝੌਤਾ ਕਰ ਲਿਆ। ਉਸ ਸਮਝੌਤੇ ਤਹਿਤ ਕਿਹਾ ਕਿ ਸਤਲੁਜ ਨਦੀ ਇਹ ਜਾ ਰਹੀ ਹੈ, ਮੰਨ ਲਓ ਬਿਆਸ, ਇਹ ਸਤਲੁਜ ਹੈ, ਸਤਲੁਜ ਤੋਂ ਇੱਧਰ ਵਾਲੇ ਪਾਸੇ ਪੰਜਾਬ ਦੀ ਹੱਦ ਹੈ। ਕਹਿੰਦੇ ਉਸ ਤੋਂ ਅੱਗੇ ਜਿੰਨੇ ਵੀ ਪੰਜਾਬ ਦੇ ਪਹਿਲਾਂ ਕਲੇਮ ਲਿੱਤੇ ਜਾਂਦੇ ਸੀਗੇ ਟੈਰੀਟਰੀਜ਼ ਦੇ, ਉਹ ਆਪਾਂ ਛੱਡ ਰਹੇ ਹਾਂ। ਉਸ ਤੋਂ ਅੱਗੇ ਕਹਿੰਦੇ ਬ੍ਰਿਟਿਸ਼ ਇੰਡੀਆ ਦੀ ਹੱਦ ਹੈ, ਪਰ ਇਸ ਪਾਸੇ ਪੰਜਾਬ ਦੀ ਹੱਦ ਹੈ। ਤੇ ਉਹਨਾਂ ਨੇ ਇਹ ਇੱਕ ਸਟ੍ਰੈਟੇਜਿਕ ਮੂਵ ਰੱਖਿਆ ਕਿ ਹੁਣ ਮੈਂ ਇੱਕ ਆਪਣੀ ਬਾਉਂਡਰੀ ਮਾਰਕ ਕਰ ਰਿਹਾ, ਮੈਂ ਇੱਧਰ ਨਹੀਂ ਆ ਰਿਹਾ। ਪਰ ਇਸ ਬਾਉਂਡਰੀ ਮਾਰਕ ਕਰਨ ਨਾਲ ਕੀ ਹੋਇਆ, ਪੰਜਾਬ ਦਾ ਵੈਸਟਵਰਡ ਐਕਸਪੈਂਸ਼ਨ ਸ਼ੁਰੂ ਹੋਇਆ ਤੇ ਨਾਰਥਵਰਡ ਐਕਸਪੈਂਸ਼ਨ ਸ਼ੁਰੂ ਹੁੰਦਾ। ਇਸੇ ਟ੍ਰੀਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਦੋਂ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਵੱਲ ਚੜ੍ਹਾਈ ਕਰਦੇ ਆ, ਲੱਦਾਖ ਵਾਲਾ ਏਰੀਆ ਵੀ ਫਿਰ ਲੈ ਕੇ ਆਉਂਦੇ ਆਪਣੇ ਨਾਲ, ਤਾਂ ਬ੍ਰਿਟਿਸ਼ਰਸ ਕੁਝ ਨਹੀਂ ਕਰ ਪਾਉਂਦੇ ਕਿਉਂਕਿ ਇੱਕ ਫਾਰਮਲ ਟ੍ਰੀਟੀ ਸਾਈਨ ਹੋਈ ਹੈ। ਐਂਡ ਹੀ ਵਾਜ਼ ਅ ਵੈਰੀ ਏਬਲਡ ਐਡਮਿਨਿਸਟ੍ਰੇਟਰ। ਤੇ ਜਦ ਤੱਕ ਉਹ ਸੀਗੇ ਬ੍ਰਿਟਿਸ਼ਰਸ ਦੀ ਹਿੰਮਤ ਨਹੀਂ ਹੋ ਰਹੀ ਸੀਗੀ ਕਿ ਉਹ ਪੰਜਾਬ ਵੱਲ ਇਸ ਪਾਸੇ ਆਉਣ। ਜਦੋਂ ਉਹਨਾਂ ਦੀ ਡੈਥ ਹੋਈ ਤੇ ਉਸ ਤੋਂ ਵੀ 7-8 ਸਾਲ ਬਾਅਦ ਦੇ ਕੇਮ ਟੂ ਦਿਸ ਕੰਕਲੂਜਨ ਕਿ ਹੁਣ ਪੰਜਾਬ ਬਹੁਤ ਵੀਕ ਹੋ ਚੁੱਕਾ ਹੈ, ਨਾਓ ਵੀ ਕੈਨ ਸਬਜੂਗੇਟ them। ਸੋ ਪਹਿਲੀ ਐਂਗਲੋ ਸਿੱਖ ਵਾਰ ਹੁੰਦੀ ਹੈ ਜੀ 1846 ਦੀ, 1846 ਦੇ ਵਿੱਚ, ਤੇ ਟ੍ਰੀਟੀ ਸਾਈਨ ਹੁੰਦੀ ਹੈ, ਟ੍ਰੀਟੀ ਆਫ ਲਾਹੌਰ। ਤੇ ਇਹਦੇ ਨਾਲ ਵੀ ਪੰਜਾਬ ਨੂੰ ਐਨੈਕਸ ਨਹੀਂ ਕੀਤਾ ਹਲੇ ਉਹਨਾਂ ਨੇ, ਪਰ ਪੰਜਾਬ ਦੇ ਕੇਸ ਉਹਨਾਂ ਨੇ ਜਿਹੜੇ ਰਾਣੀ ਜਿੰਦਾ ਸੀਗੀ ਤੇ ਰਾਜਾ ਦਲੀਪ ਸਿੰਘ ਸੀਗੇ, ਉਹਨਾਂ ਨੂੰ ਹਾਲੇ ਪੰਜਾਬ ਦਾ ਲੈਜੀਟੀਮੇਟ ਰੂਲਰ ਰਿਕਗਨਾਈਜ਼ ਕੀਤਾ। ਪਰ ਉਰੇ ਇੱਕ ਬ੍ਰਿਟਿਸ਼ ਰੈਜ਼ੀਡੈਂਟ ਨੂੰ ਵੀ ਪਲੇਸ ਕਰਤਾ ਲਾਹੌਰ ਦੇ ਵਿੱਚ, ਉਹਦਾ ਨਾਮ ਸੀਗਾ ਹੈਨਰੀ ਲਾਰੈਂਸ। ਹੈਨਰੀ ਲਾਰੈਂਸ ਨੂੰ ਸਟੇਸ਼ਨ ਕਰਤਾ ਪੰਜਾਬ ਦੇ ਵਿੱਚ। ਇਹਦਾ ਕੰਮ ਸੀਗਾ ਕਿ ਹਾਂ ਜਿਹੜੇ ਆਫੀਸ਼ੀਅਲ ਡਿਸੀਜਨ ਲੈਣੇ ਹੈ ਉਹ ਲੈ ਰਿਹਾ ਸੀਗਾ। ਤਾਂ ਸੋਵਰੇਨਿਟੀ ਪੰਜਾਬ ਦੀ ਸਰੈਂਡਰ ਹੋ ਗਈ ਸੀਗੀ, ਪਰ ਹਾਲੇ ਐਨੈਕਸ ਨਹੀਂ ਕੀਤਾ ਸੀਗਾ। ਐਨੈਕਸ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਕੀਤਾ ਗਿਆ ਸੀਗਾ, ਰਾਈਟ। ਸੋ ਫਰਸਟ ਐਂਗਲੋ ਸਿੱਖ ਵਾਰ ਇਜ਼ ਦੀ ਰਾਈਟ ਆਂਸਰ। ਨੈਕਸਟ ਹੈ ਜੀ, who was the Sikh ruler when Punjab was finally annexed by the British in 1849? The answer is Dalip Singh. C. Dalip Singh. Next, which was the first state to be annexed by Lord Dalhousie? Lord Dalhousie important है, under the controversial doctrine of lapse. Doctrine of lapse, ਇਹ doctrine introduce ਕੀਤੀ ਗਈ ਇੰਡੀਆ ਦੇ ਵਿੱਚ। ਕਿਹਾ ਗਿਆ ਕਿ ਜੇ ਕਿਸੇ ਰਾਜੇ ਦੇ ਕੇਸ 'ਚ ਜਿਹੜਾ ਰਾਜਾ ਉੱਥੇ ਦਾ ਸੀਗਾ ਉਹ ਵਿਦਆਊਟ ਐਨੀ ਨੈਚੁਰਲ ਮੇਲ ਹੇਅਰ ਜੇ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹ ਰਾਜਾ ਆਟੋਮੈਟਿਕਲੀ ਬ੍ਰਿਟਿਸ਼ਰਸ ਦੇ ਕੋਲ ਆ ਜਾਂਦਾ। ਬ੍ਰਿਟਿਸ਼ਰਸ ਵਿਲ ਡਿਸਾਈਡ ਕਿ ਕੌਣ ਉਰੇ ਰਹੂਗਾ, ਕੌਣ ਨਹੀਂ ਰਹੂਗਾ। ਨੈਚੁਰਲ ਮੇਲ ਹੇਅਰ, ਇਹ ਸੀਗੀ ਡਾਕਟ੍ਰਿਨ ਆਫ ਲੈਪਸ, ਯਾਨੀ ਕਿ ਉਹਦੀ ਰਾਜ ਗੱਦੀ ਜਿਹੜੀ ਸੀਗੀ ਉਹਦੀ ਲੀਨੀਏਜ ਉੱਥੇ ਲੈਪਸ ਹੋ ਜਾਂਦੀ ਹੈ। ਹੁਣ ਬ੍ਰਿਟਿਸ਼ਰ ਡਿਸਾਈਡ ਕਰਨਗੇ ਕਿ ਉਹ ਕਿਹਨੂੰ ਉਹਦੀ ਚਾਬੀ ਦੇਣਾ ਚਾਹੁੰਦੇ ਆ। ਅਡੋਪਟਡ ਸਨ ਨੂੰ ਉਰੇ ਲੈਜੀਟੀਮੇਸੀ ਨਹੀਂ ਦਿੱਤੀ ਜਾਂਦੀ ਸੀਗੀ, ਸਿਰਫ ਨੈਚੁਰਲ ਜਿਹੜਾ ਸਨ ਸੀਗਾ ਉਸੇ ਨੂੰ ਹੀ ਉਰੇ ਦੇਖਣ ਨੂੰ ਮਿਲਦਾ ਕਿ ਲੈਜੀਟੀਮੇਸੀ ਦਿੱਤੀ ਜਾਂਦੀ ਸੀ। ਸੋ ਇਹ ਲਾਰਡ ਡਲਹਾਊਜ਼ੀ ਨੇ ਇੰਟਰੋਡਿਊਸ ਕੀਤੀ ਸੀਗੀ। ਕਹਿੰਦੇ ਕਿਹੜੀ ਸਟੇਟ ਸਭ ਤੋਂ ਪਹਿਲਾਂ ਸੀਗੀ ਵਿਚ ਵਾਸ ਐਨੈਕਸਡ ਅੰਡਰ ਦ ਕੰਟਰੋਵਰਸ਼ੀਅਲ ਡਾਕਟ੍ਰਿਨ ਆਫ ਲੈਪਸ? ਦ ਆਂਸਰ ਇਜ਼ ਸਤਾਰਾ, ਬੀ। ਸਤਾਰਾ ਵਾਸ ਦ ਫਰਸਟ ਸਟੇਟ ਜਿਹਨੂੰ ਇਹਨਾਂ ਨੇ ਐਨੈਕਸ ਕੀਤਾ ਸੀਗਾ ਅੰਡਰ ਦ ਪ੍ਰੋਟੈਕਸਟ ਆਫ ਡਾਕਟ੍ਰਿਨ ਆਫ ਲੈਪਸ। ਤੇ ਇਹ ਡਾਕਟ੍ਰਿਨ ਆਫ ਲੈਪਸ ਜਿਹੜਾ ਸੀਗਾ ਇੱਕ ਵੱਡਾ ਕਾਰਨ ਬਣਿਆ ਸੀਗਾ 1857 ਦੀ ਕ੍ਰਾਂਤੀ ਦਾ ਵੀ। ਜਿਵੇਂ ਆਪਾਂ ਝਾਂਸੀ ਦੀ ਗੱਲ ਕਰੀਏ ਤਾਂ ਮੇਨ ਮੁੱਦਾ ਹੀ ਸੀਗਾ। ਤਾਂ 17 ਤੋਂ ਬਾਅਦ ਸੰਬਲਪੁਰ ਨੂੰ ਕਬਜ਼ਾ ਕੀਤਾ, ਫਿਰ ਤੁਸੀਂ ਦੇਖਦੇ ਹੋ ਆਉਣ ਵਾਲੇ ਅੱਗੇ ਜਾਂਦੇ ਨਾਗਪੁਰ ਨੂੰ ਕੀਤਾ, ਫਿਰ ਝਾਂਸੀ ਨੂੰ ਕੀਤਾ ਇਹਨਾਂ ਨੇ। ਤਾਂ 17 ਸਭ ਤੋਂ ਪਹਿਲਾਂ ਸੀਗਾ 1846 ਦੇ ਵਿੱਚ। ਨੈਕਸਟ, ਹਾਂਜੀ, ਔਨ what specific grounds did the Lord Dalhousie annex the state of Awadh in 1856? Lord Dalhousie ਨੇ 1856 ਦੇ ਵਿੱਚ state of Awadh ਨੂੰ ਕਿਸ ਪ੍ਰੈਟੈਕਸਟ ਤੇ ਉਹਨਾਂ ਨੇ ਉਸਦੇ ਉੱਪਰ ਐਨੈਕਸੇਸ਼ਨ ਕੀਤੀ? ਪਹਿਲਾਂ ਆਪਾਂ ਦੇਖਿਆ ਜੋ 1764 ਦੀ ਗੱਲ ਕੀਤੀ, ਆਪਾਂ ਬਕਸਰ ਦੀ ਗੱਲ ਕੀਤੀ ਹੈ। ਬਕਸਰ ਦੇ ਕੇਸ ਮੈਂ ਕੀ ਕਿਹਾ ਕਿ ਭਾਈ
ਅਵਧ ਨੂੰ ਇੱਕ ਬਫਰ ਸਟੇਟ ਦੀ ਤਰ੍ਹਾਂ ਟ੍ਰੀਟ ਕਰਨਾ ਸ਼ੁਰੂ ਕਰ ਦਿੱਤਾ, ਉਹਨੂੰ ਕਬਜ਼ਾ ਨਹੀਂ ਕੀਤਾ ਉਸ ਤੇ, ਉਹਨੂੰ ਐਨੈਕਸ ਨਹੀਂ ਕੀਤਾ ਹੈਗਾ, ਬਫਰ ਸਟੇਟ ਦੇ ਤੌਰ ਤੇ ਰੱਖਿਆ। ਪਰ ਹੁਣ ਇਹਨਾਂ ਨੂੰ ਪਤਾ ਸੀਗਾ ਕਿ ਹੁਣ ਤਾਂ ਮਰਾਠਾਸ ਖਤਮ ਹੋ ਚੁੱਕੇ, 1817 1818 ਆਉਂਦੇ ਤੱਕ ਮਰਾਠਾ ਪਾਵਰ ਖਤਮ ਹੋ ਚੁੱਕੀ ਸੀਗੀ। ਨਾਓ ਦੇ ਨਿਊ ਕਿ ਇਨ ਦ ਹੋਲ ਇੰਡੀਆ देयर इज नो वन टू चैलेंज। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਚੈਲੰਜ ਸੀਗਾ ਉਹ ਵੀ ਨਾਰਥ ਵੈਸਟ ਵਾਲੇ ਪਾਸੇ ਹੀ ਸੀਗਾ, ਉਹ ਵੀ 1839 ਦੇ ਵਿੱਚ ਖਤਮ ਹੋ ਚੁੱਕਿਆ ਸੀਗਾ। ਹੁਣ ਇਹਨਾਂ ਨੂੰ ਪਤਾ ਲੱਗਿਆ ਕਿ no one can challenge them in India right now। ਸੋ ਹੁਣ ਹੌਲੀ ਹੌਲੀ ਇਹ ਜਿਹੜੀਆਂ ਕੂਟਨੀਤੀਆਂ ਆਪਾਂ ਕਹਿੰਦੇ ਆ, ਕਦੇ ਸਭ ਡਾਕਟਰਿਨ ਆਫ ਲੈਪਸ ਆ ਗਿਆ, ਇਹ ਆ ਗਿਆ, ਉਹ ਆ ਗਿਆ, ਉਹ ਇਹਨਾਂ ਨੇ ਅਡਾਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੁਣ ਹੌਲੀ ਹੌਲੀ। ਤਾਂ 1856 ਦੇ ਵਿੱਚ ਅਵਧ ਨੂੰ ਵੀ ਐਨੈਕਸ ਕੀਤਾ ਗਿਆ। ਕਿਹੜੀ ਕੰਡੀਸ਼ਨ ਤੇ, ਕਿਹੜੇ ਪ੍ਰੋਟੈਕਸ ਤੇ ਕੀਤਾ ਗਿਆ ਉਹ ਪੁੱਛ ਰਹੇ ਹੋ। ਕਹਿੰਦੇ ਫੇਲਿਅਰ ਟੂ ਪੇ ਸਬਸਿਡਰੀ ਟ੍ਰਿਬਿਊਟ ਦੈਨ ਮੈਲ ਐਡਮਿਨਿਸਟ੍ਰੇਸ਼ਨ ਜਾਂ ਫਿਰ ਮਿਸ ਗਵਰਨੈਂਸ, ਦੈਨ ਰਿਬੇਲੀਅਨ ਅਗੇਂਸਟ ਕੰਪਨੀ ਜਾਂ ਫਿਰ ਡਾਕਟਰਿਨ ਆਫ ਲੈਪਸ। ਇੱਕ ਵਾਰ ਵੀਡੀਓ ਨੂੰ ਪੌਜ਼ ਕਰੋ, ਥਿੰਕ ਅਬਾਊਟ ਇਟ, ਕੀ ਆਂਸਰ ਹੋਊਗਾ ਇਹਦਾ। ਜਨਰਲੀ ਜਦੋਂ ਅਵਧ ਦੇ ਕੁਐਸਚਨ ਆਉਂਦੇ ਆ ਤੇ ਬੱਚੇ ਨਾ ਡਾਕਟਰਿਨ ਆਫ ਲੈਪਸ ਨੂੰ ਟਿਕ ਕਰਕੇ ਆ ਜਾਂਦੇ, ਵਿਚ ਇਜ਼ ਅਗੇਨ ਨਾਟ ਕਰੈਕਟ। ਡਾਕਟਰਿਨ ਆਫ ਲੈਪਸ ਕਰੈਕਟ ਨਹੀਂ ਹੈ ਇਹਦੇ ਵਿੱਚ। ਕਰੈਕਟ ਆਂਸਰ ਕੀ ਹੈ ਇਹਦੇ ਕੇਸ 'ਚ ਆਊਗਾ ਜੀ ਮੈਲ ਐਡਮਿਨਿਸਟ੍ਰੇਸ਼ਨ ਜਾਂ ਫਿਰ ਮਿਸ ਗਵਰਨਮੈਂਟ। ਮਿਸ ਗਵਰਨਮੈਂਟ ਕਹਿੰਦੇ ਵਧੀਆ ਤਰੀਕੇ ਨਾਲ ਗਵਰਨੈਂਸ ਉਰੇ ਨਹੀਂ ਚੱਲ ਰਹੀ, ਇਸ ਕਰਕੇ ਵਧੀਆ ਤਰੀਕੇ ਨਾਲ ਗਵਰਨੈਂਸ ਨਹੀਂ ਚੱਲ ਰਹੀ, ਇਸ ਕਰਕੇ ਅਸੀਂ ਉਰੇ ਅਵਧ ਨੂੰ ਐਨੈਕਸ ਕਰ ਰਹੇ ਹਾਂ। ਅਵਧ ਦੇ ਵਿੱਚ ਗਵਰਨੈਂਸ ਸਿਸਟਮ ਅਸੀਂ ਵਧੀਆ ਇੰਟਰੋਡਿਊਸ ਕਰਨ ਵਾਲੇ। ਜਿਹਨਾਂ ਨੂੰ ਪੁੱਛੇ ਕੋਈ ਕਿ ਤੁਸੀਂ ਹੁੰਦੇ ਕੌਣ ਹੋ ਅਵਧ ਨੂੰ ਗਵਰਨੈਂਸ ਦੇ ਮਿਸ ਗਵਰਨੈਂਸ ਦੇ ਕੇਸ ਤੇ ਅਨੈਕਸ ਕਰਨ ਵਾਲੇ, ਕੋਈ ਲੈਜੀਟੀਮੇਸੀ ਨਹੀਂ ਬਣਦੀ ਹੈਗੀ। ਤਾਂ ਬ੍ਰਿਟਿਸ਼ਰਸ ਜਿਹੜੇ ਸੀਗੇ ਦੇ ਹੈਡ ਦਿਸ ਗ੍ਰੈਂਡ ਆਈਡੀਆ, ਯੂਟੋਪੀਅਨ ਆਈਡੀਆ ਸੀਗਾ ਇਹਨਾਂ ਦਾ। ਕਹਿੰਦੇ ਅਸੀਂ ਨਾ ਉਰੇ ਆਪਣੇ ਡੋਮੈਸਟਿਕ ਆਡੀਅנס ਨੂੰ ਵੀ ਇਹੀ ਕਹਿੰਦੇ ਸੀਗੇ, ਬ੍ਰਿਟੇਨ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਨੂੰ ਇਹੀ ਕਹਿੰਦੇ ਸੀਗੇ ਕਿ ਵੀ ਆਰ ਔਨ ਅ ਸਿਵਲਾਈਜ਼ਿੰਗ ਮਿਸ਼ਨ, ਕਿ ਸਾਨੂੰ ਪਤਾ ਹੈ ਕਿ ਰਹਿਣਾ ਸਹਿਣਾ ਕਿਵੇਂ ਹੈ, ਸਾਨੂੰ ਪਤਾ ਕੱਪੜੇ ਕਿੱਦਾਂ ਪਾਣੇ ਆ, ਸਾਨੂੰ ਪਤਾ ਖਾਣਾ ਕਿੱਦਾਂ ਖਾਣਾ, ਸਾਨੂੰ ਪਤਾ ਬੈਠਣਾ ਕਿੱਦਾਂ, ਸਾਨੂੰ ਪਤਾ ਹੈ ਕਿ ਪੜ੍ਹਨਾ ਕੀ ਹੈ। ਕਹਿੰਦੇ ਦੁਨੀਆ ਨੂੰ ਨਹੀਂ ਪਤਾ ਹੈਗਾ, ਅਫਰੀਕਾ ਨੂੰ ਨਹੀਂ ਪਤਾ ਹੈਗਾ, ਏਸ਼ੀਆ ਨੂੰ ਨਹੀਂ ਪਤਾ ਹੈਗਾ, ਅਸੀਂ ਸਿਖਾ ਰਹੇ ਹਾਂ ਇਹਨਾਂ ਨੂੰ। ਅਵਧ ਵਾਲਿਆਂ ਨੂੰ ਨਹੀਂ ਪਤਾ ਹੈਗਾ ਕਿ ਗਵਰਨੈਂਸ ਕਿੱਦਾਂ ਕਰੀਦੀ ਹੈ, ਅਸੀਂ ਦੱਸਾਂਗੇ ਇਹਨਾਂ ਨੂੰ ਕਿੱਦਾਂ ਕਰੀਦੀ ਹੈ। ਇਹ ਇੱਕ ਮਿੱਟੀ ਇਹਨਾਂ ਨੇ ਆਪਣੇ ਪੂਰੀ ਡੋਮੈਸਟਿਕ ਆਡੀਅנס ਦੇ ਅੱਖਾਂ ਵਿੱਚ ਪਾਈ ਹੋਈ ਸੀਗੀ, ਉਸ ਕਰਕੇ ਲੈਜੀਟੀਮੇਸੀ ਬਣਾ ਕੇ ਰੱਖਦੇ ਸੀਗੇ ਕਿ ਨਹੀਂ ਅਸੀਂ ਤਾਂ ਸਿਵਲਾਈਜ਼ਿੰਗ ਮਿਸ਼ਨ ਤੇ ਆ ਜੀ, ਅਸੀਂ ਤਾਂ ਇਹਨਾਂ ਨੂੰ ਬੰਦੇ ਬਣਾ ਰਹੇ ਹਾਂ। ਉਹ ਤੁਹਾਨੂੰ ਕਹਿ ਕੌਣ ਰਿਹਾ ਬੰਦੇ ਬਣਾਉਣ ਨੂੰ, ਪਹਿਲੀ ਗੱਲ ਤਾਂ ਇਹ ਠੀਕ ਹੈ। ਤਾਂ ਕੋਈ ਸੋਵਰੇਨਿਟੀ ਨਹੀਂ ਹੈਗੀ ਤੁਹਾਡੀ ਕੋਈ ਕ੍ਰੈਡੀਬਿਲਿਟੀ ਨਹੀਂ ਹੈਗੀ, ਤੇ ਤੁਸੀਂ ਇੱਕ ਸਟੇਟ ਨੂੰ ਐਨੈਕਸ ਕਰ ਰਹੇ ਹੋ ਜਸਟ ਔਨ ਦਾ ਪ੍ਰੋਟੈਕਸਟ ਆਫ ਕਿ ਉਰੇ ਗਵਰਨੈਂਸ ਸਿਸਟਮ ਵਧੀਆ ਨਹੀਂ ਚੱਲ ਰਿਹਾ, ਤਾਂ ਕਰਕੇ ਅਸੀਂ ਐਨੈਕਸ ਕਰ ਰਹੇ। ਸੋ ਦੈਟ ਵਾਸ ਅ ਸਟੈਂਡਰਡ ਆਫ ਆਈ ਵੁੱਡ ਸੇ, ਇੱਕ ਆਇਰਨੀ ਦੀ ਗੱਲ ਕਰੋ ਕਿ ਆਪ ਤੁਸੀਂ ਬਿਲਕੁਲ ਅਕਾਊਂਟੇਬਿਲਟੀ ਨਹੀਂ ਸ਼ੋ ਕਰ ਰਹੇ ਹੈਗੇ। ਆਪਾਂ ਬੈਟਲ ਆਫ ਬਕਸਰ ਦੀ ਬਾਅਦ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਬੰਗਾਲ ਦੇ ਵਿੱਚ ਡੂਅਲ ਸਿਸਟਮ ਇਹਨਾਂ ਨੇ ਇੰਟਰੋਡਿਊਸ ਕਰਤਾ ਸੀਗਾ, ਜਿਹਦੇ ਵਿੱਚ ਡੂਅਲ ਸਿਸਟਮ ਦੇ ਤੌਰ ਤੁਸੀਂ ਦੇਖੋਗੇ ਕਿ ਦੀਵਾਨੀ ਰਾਈਟਸ ਜਾਂ ਫਿਰ ਰੈਵਨਿਊ ਰਾਈਟਸ ਤਾਂ ਇਹਨਾਂ ਨੂੰ ਮਿਲ ਗਏ ਸੀਗੇ, ਇਹਨਾਂ ਨੇ ਲੈ ਵੀ ਲਏ ਸੀਗੇ, ਪਰ ਐਡਮਿਨਿਸਟ੍ਰੇਸ਼ਨ ਦੇ ਰਾਈਟਸ ਨਹੀਂ ਦਿੱਤੇ। ਅਸੀਂ ਸਿਰਫ ਕਹਿੰਦੇ ਰੈਵਨਿਊ ਕਲੈਕਟ ਕਰਨਾ ਚਾਹੁੰਦੇ ਹਾਂ ਇੱਥੋਂ, ਐਡਮਿਨਿਸਟ੍ਰੇਸ਼ਨ ਨਵਾਬ ਦੇਖਿਓ ਉੱਥੇ। ਇਹ ਤਾਂ ਇਹਨਾਂ ਦੇ ਹਾਲ ਸੀਗੇ, ਤੇ ਪਰ ਉਰੇ ਸਟੇਟ ਨੂੰ ਐਨੈਕਸ ਕਰ ਰਹੇ ਹਾਂ ਔਨ ਦ ਪ੍ਰੋਟੈਕਸਟ ਆਫ maladministration and misgovernance. So B is the right answer. Then who introduced the dual system of government in Bengal? हाँ जी, after the battle of Buxar ਹੁਣੇ ਗੱਲ ਕੀਤੀ ਸੀ ਕਿ ਮੈਂ dual system ਮਤਲਬ ਕੀ ਹੈ ਜੀ, ਉਰੇ ਦੋ ਸਿਸਟਮ ਚੱਲ ਰਹੇ ਹੈ। ਇੱਕ ਤਾਂ ਸਿਸਟਮ ਚੱਲ ਰਿਹਾ ਹੈ ਬ੍ਰਿਟਿਸ਼ਰਸ ਦਾ, ਤੇ ਦੂਜਾ ਤੁਹਾਨੂੰ ਸਿਸਟਮ ਉਰੇ ਦੇਖਣ ਨੂੰ ਮਿਲ ਰਿਹਾ ਜੋ ਕਿ ਨਵਾਬ ਦਾ ਚੱਲ ਰਿਹਾ। ਹੁਣ ਨਵਾਬ ਕੋਲ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੈ, ਨਵਾਬ ਕੋਲ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੈ, ਕਿਹੜੀ ਸੜਕ ਬਣਵਾਉਣੀ ਹੈ, ਕਿਹੜੀ ਨਹੀਂ ਬਣਵਾਉਣੀ, ਕਿਹੜੇ ਏਰੀਆ ਨੂੰ ਕਿੰਨਾ ਪੈਸਾ ਦੇਣਾ, ਕਿੰਨਾ ਨਹੀਂ ਦੇਣਾ, ਠੀਕ ਹੈ, ਕਿੱਥੇ ਕਿਹੜੇ ਆਫਿਸਰ ਨੂੰ ਸਟੇਸ਼ਨ ਕਰਨਾ, ਕਿੱਥੇ ਨਹੀਂ ਕਰਨਾ, ਸਾਰਾ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ, ਜੋ ਕਿ ਬਹੁਤ ਹੈਵੀ ਕੰਮ ਹੁੰਦਾ ਭਾਈ, ਉਹ ਨਵਾਬ ਦੀ ਜ਼ਿੰਮੇਵਾਰੀ ਹੈ। ਕਹਿੰਦੇ ਰੈਵਨਿਊ ਦੀ ਗੱਲ ਹੋਏਗੀ, ਰੈਵਨਿਊ ਕਿਹਦੇ ਕੋਲ ਜਾਊਗਾ, ਰੈਵਨਿਊ ਜਾਊਗਾ ਬ੍ਰਿਟਿਸ਼ਰਸ ਕੋਲ, ਕਿਉਂਕਿ ਦੀਵਾਨੀ ਰਾਈਟਸ ਮਿਲ ਚੁੱਕੇ ਸੀਗੇ, ਰੈਵਨਿਊ ਬ੍ਰਿਟਿਸ਼ਰਸ ਕੋਲ ਜਾ ਰਿਹਾ, ਰਾਈਟ। ਫਿਰ ਲਾਅ ਐਂਡ ਆਰਡਰ ਤੇ ਵੀ ਇਹਨਾਂ ਦਾ ਕੰਟਰੋਲ ਕਿਸ ਤਰੀਕੇ ਦਾ ਬਣਦਾ ਹੈ, ਕਿਉਂਕਿ ਦੇ ਹੈਡ ਦਾ ਰਾਈਟ ਟੂ ਨੋਮੀਨੇਟ ਕਿ ਡੈਪਿਊਟੀ ਨਿਜ਼ਾਮ ਕੌਣ ਹੋਣ ਵਾਲਾ ਹੈ। ਡੈਪਿਊਟੀ ਨਿਜ਼ਾਮ ਦੇ ਥਰੂ ਇਹਨਾਂ ਕੋਲ ਲਾਅ ਐਂਡ ਆਰਡਰ ਮੇਨਟੇਨ ਕਰਨ ਦਾ ਵੀ ਇੱਕ ਇਨਡਾਇਰੈਕਟ ਪਾਵਰ ਆ ਚੁੱਕੀ ਹੈ ਕਿ ਜੇ ਕੋਈ ਇਹਨਾਂ ਦੀ ਗੱਲ ਨਹੀਂ ਮੰਨਦਾ ਅਫਸਰ ਤਾਂ ਉਹਨੂੰ ਚੇਂਜ ਕਰ ਸਕਦੇ ਆ। ਤਾਂ ਡੈਪਿਊਟੀ ਨਿਜ਼ਾਮ ਜਿਹੜਾ ਸੀਗਾ ਉਹਨੂੰ ਬ੍ਰਿਟਿਸ਼ਰਸ ਨੋਮੀਨੇਟ ਕਰਦੇ ਸੀਗੇ ਅੰਡਰ ਦ ਡੂਅਲ ਸਿਸਟਮ ਆਫ ਗਵਰਨਮੈਂਟ। ਤੇ ਡੂਅਲ ਸਿਸਟਮ ਨੇ ਬੰਗਾਲ ਦੀ ਇਕਨੋਮੀ ਨੂੰ ਤਬਾਹ ਕਰਤਾ,
ਬੰਗਾਲ ਦੇ ਲਾਅ ਐਂਡ ਆਰਡਰ ਨੂੰ ਤਬਾਹ ਕਰਤਾ, ਬੰਗਾਲ ਦੀ ਸੋਸ਼ਲ ਫੈਬਰਿਕ ਨੂੰ ਖਰਾਬ ਕਰਨਾ ਸ਼ੁਰੂ ਕਰਤਾ। ਇਵੈਂਚੁਅਲੀ ਇਹਨੂੰ ਡਿਸਬੈਨ ਕਰਨਾ ਪਿਆ ਸੀਗਾ ਬ੍ਰਿਟਿਸ਼ਰਸ ਨੂੰ ਆਪ। ਸੋ ਹੂ ਇੰਟਰੋਡਿਊਸ, ਹਾਂਜੀ ਹੂ ਇੰਟਰੋਡਿਊਸ, ਦ ਆਂਸਰ ਇਜ਼ ਰੋਬਰਟ ਕਲਾਈਵ। ਰੋਬਰਟ ਕਲਾਈਵ, ਰੋਬਰਟ ਕਲਾਈਵ ਇਜ਼ ਦ ਰਾਈਟ ਆਂਸਰ, ਸੀ। Next, by which charter act was a trade monopoly of East India Company in India ended except for trade in tea and trade with China? ਤਾਂ ਈਸਟ ਇੰਡੀਆ ਕੰਪਨੀ ਦੀ ਆਪਾਂ ਗੱਲ ਕਰੀਏ ਤਾਂ ਇਹ ਤਾਂ ਇੱਕ ਟ੍ਰੇਡਿੰਗ ਕੰਪਨੀ ਦੇ ਤੌਰ ਤੇ ਹੀ ਆਈ ਸੀ, ਵਪਾਰ ਕਰਨ ਵਾਸਤੇ ਹੀ ਆਈ ਸੀ, ਪਰ ਰਾਜ ਕਰਨ ਬਹਿ ਗਏ ਬਾਅਦ ਚ। ਸੋ 1813 ਦਾ ਚਾਰਟਰ ਐਕਟ ਆਇਆ ਸੀਗਾ, 1813 ਦਾ ਚਾਰਟਰ ਐਕਟ ਆਇਆ ਸੀਗਾ। ਉਹਨੇ ਕਿਹਾ ਸੀਗਾ ਕਿ ਹੁਣ ਆਪਾਂ ਈਸਟ ਇੰਡੀਆ ਕੰਪਨੀ ਦੀ ਜਿਹੜੀ ਮੋਨੋਪੋਲੀ ਹੈਗੀ ਹੈ ਟ੍ਰੇਡ ਦੇ ਵਿੱਚ, ਉਹਨੂੰ ਆਪਾਂ ਖਤਮ ਕਰਨ ਵਾਲੇ ਆ। ਬਾਕੀ ਜਿਹੜੇ ਬ੍ਰਿਟਿਸ਼ਰਸ ਹੈਗੇ ਆ ਉਹਨਾਂ ਨੂੰ ਵੀ ਕਹਿੰਦੇ ਮੌਕਾ ਦੇਵਾਂਗੇ, ਉਹ ਵੀ ਇੰਡੀਆ ਤੇ ਆ ਕੇ ਟ੍ਰੇਡ ਕਰ ਸਕਦੇ ਆ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਿਹੜੀ ਸੀਗੀ ਉਹਦੇ ਮੋਨੋਪੋਲੀ ਖਤਮ ਕਰਤੀ। ਪਰ ਸਿੰਸ ਈਸਟ ਇੰਡੀਆ ਕੰਪਨੀ ਕੋਲ ਪਾਵਰ ਇੰਨੀ ਜ਼ਿਆਦਾ ਇਕੱਠੀ ਹੋ ਚੁੱਕੀ ਸੀਗੀ, ਉਹਦੇ ਵਿੱਚ ਇੰਗਲੈਂਡ ਦੇ ਜਿਹੜੇ ਪ੍ਰੋਮੀਨੈਂਟ ਲੀਡਰ ਸੀਗੇ ਉਸ ਟਾਈਮ ਤੇ, ਉਹਨਾਂ ਦੇ ਸਾਰੇ ਦਾ ਸਟੇਕ ਉਹਦੇ ਵਿੱਚ ਸੀਗਾ। ਤਾਂ ਫਿਰ ਇਹਨਾਂ ਨੇ ਰਿਜ਼ਰਵ ਕੀਤਾ ਕਿ ਠੀਕ ਹੈ ਚਲੋ ਕੋਈ ਗੱਲ ਨਹੀਂ, ਬਾਕੀ ਕੰਮਾਂ ਵਾਸਤੇ ਆਪਾਂ ਮੋਨੋਪੋਲੀ ਖਤਮ ਕਰ ਦਿੰਦੇ ਆ, ਪਰ ਟੀ ਤੇ ਚਾਈਨਾ ਨਾਲ ਟ੍ਰੇਡ ਦੇ ਵਿੱਚ ਆਪਾਂ ਮੋਨੋਪੋਲੀ ਨਹੀਂ ਖਤਮ ਕਰਾਂਗੇ। ਚਾਈਨਾ ਦੇ ਨਾਲ ਮੋਨੋਪੋਲੀ ਨਹੀਂ ਖਤਮ ਕਰਾਂਗੇ ਕਿਉਂਕਿ ਕਾਰਨ ਕੀ ਸੀਗਾ ਉਰੇ, ਚਾਈਨਾ ਨਾਲ ਨਾ ਉਰੇ ਓਪੀਅਮ ਦਾ ਟ੍ਰੇਡ ਹੁੰਦਾ ਸੀਗਾ, ਓਪੀਅਮ ਦਾ ਟ੍ਰੇਡ ਹੁੰਦਾ ਸੀਗਾ। ਐਂਡ ਇਹ ਬਹੁਤ ਪ੍ਰੋਫਿਟੇਬਲ ਬਿਜ਼ਨਸ ਸੀਗਾ, ਬਹੁਤ ਜ਼ਿਆਦਾ ਪ੍ਰੋਫਿਟੇਬਲ ਬਿਜ਼ਨਸ ਸੀਗਾ। ਤੁਸੀਂ ਮਾਡਰਨ ਹਿਸਟਰੀ ਜਦੋਂ ਪੜ੍ਹੋਗੇ ਕਿ ਇੰਡੀਆ ਤੋਂ ਚਲੋ ਫੇਰ ਵੀ ਕਲੋਨੀ ਸੀਗੀ, ਇੰਡੀਆ ਦੇ ਉੱਤੇ ਰਾਜ ਕਰ ਰਹੇ ਸੀਗੇ, ਚਾਈਨਾ ਕਲੋਨੀ ਨਹੀਂ ਸੀਗੀ। ਚਾਈਨਾ ਦੇ ਉੱਤੇ ਡਾਇਰੈਕਟਲੀ ਕਦੇ ਵੀ ਰਾਜ ਨਹੀਂ ਕੀਤਾ ਹੈਗਾ, ਕਿਸੇ ਵੀ ਬਾਹਰਲੀ ਪਾਵਰ ਨੇ ਡਾਇਰੈਕਟਲੀ ਰਾਜ ਨਹੀਂ ਕੀਤਾ ਹੈਗਾ ਐਕਸੈਪਟ ਫॉर ਫਿਊ ਇੰਸਟੈਂਸਸ। ਪਰ ਚਾਈਨਾ ਦੇ ਜਿਹੜੇ ਉਸ ਟਾਈਮ ਤੇ ਰਾਜਾ ਸੀਗੇ ਉਹਨਾਂ ਦੇ ਉੱਪਰ ਇਨਫਲੂਐਂਸ ਇੰਨਾ ਜ਼ਿਆਦਾ ਪਾ ਲਿਆ ਸੀਗਾ ਇਹਨਾਂ ਨੇ ਕਿ ਉਹ ਆਪਣੇ ਆਪ ਤੇ ਇੱਕ ਨਿਊਟਰਲ, ਇੱਕ ਵਧੀਆ ਡਿਸੀਜਨ ਲੈ ਨਹੀਂ ਪਾ ਰਹੇ ਸੀ। ਚਾਈਨਾ ਨੂੰ ਮੇਜਰ ਪਾਵਰਸ ਨੇ ਸਫੀਅਰਸ ਆਫ ਇਨਫਲੂਐਂਸ ਦੇ ਵਿੱਚ ਵੰਡ ਲਿਆ ਸੀਗਾ, including England, including France, including USA, including Russia, including Japan। ਚਾਈਨਾ ਨੂੰ ਅਲੱਗ-ਅਲੱਗ ਸਪੀਅਰਸ ਦੇ ਵਿੱਚ ਵੰਡ ਲਿਆ ਕਿ ਇਹ ਮੇਰਾ ਏਰੀਆ, ਤੇਰਾ ਏਰੀਆ, ਇਹ ਤੁਹਾਡਾ ਏਰੀਆ ਜਾਂ ਉਹਦਾ ਏਰੀਆ। ਤਾਂ ਜਿਹੜੀ ਚਾਈਨੀਜ਼ ਡਾਇਨੈਸਟੀ ਉਸ ਤੇ ਚੱਲਦੀ ਸੀਗੀ ਉਹਨਾਂ ਕੋਲ ਇੰਨੀ ਪਾਵਰ ਬਚੀ ਨਹੀਂ ਕਿ ਉਹ ਆਪਣੇ ਚਾਈਨਾ ਵਾਸਤੇ ਵਧੀਆ ਡਿਸੀਜਨ ਲੈ ਸਕਣ। ਕਿਉਂਕਿ ਇਸੇ ਕਾਰਨ ਤੁਸੀਂ ਦੇਖੋ ਕਿ ਓਪੀਅਮ ਟ੍ਰੇਡ ਹੋ ਰਿਹਾ ਸੀਗਾ, ਅਫੀਮ ਟ੍ਰੇਡ ਹੋ ਰਹੀ ਹੈ ਬਈ। ਕੋਈ ਵੀ ਲੈਜੀਟੀਮੇਟ, ਕੋਈ ਵੀ ਸੈਂਸਿਬਲ ਰੂਲਰ ਕਦੇ ਵੀ ਅਫੀਮ ਦਾ ਟ੍ਰੇਡ ਨਹੀਂ ਅਲਾਉ ਕਰੂਗਾ ਕਿਉਂਕਿ ਉਹਨੂੰ ਪਤਾ ਕਿ ਉਹਦੀ ਸੋਸਾਇਟੀ ਪੂਰੀ ਖਰਾਬ ਹੋ ਜਾਊਗੀ। ਹੁਣ ਇਹਨਾਂ ਨੂੰ ਕੀ ਲੈਣਾ ਦੇਣਾ ਸੋਸਾਇਟੀ ਤੋਂ, ਦੇ ਵਰ ਮੇਕਿੰਗ ਪ੍ਰੋਫਿਟਸ, ਰਾਈਟ। ਸਿਲਕ ਉੱਥੇ ਐਕਸਪੋਰਟ ਕਰ ਰਹੇ ਆ, ਟੀ ਲੈ ਕੇ ਜਾ ਰਹੇ ਆ, ਸੋ ਦੇ ਆਰ ਮੇਕਿੰਗ ਹੈਵੀ ਪ੍ਰੋਫਿਟਸ। 1813 ਦਾ ਜਿਹੜਾ ਚਾਰਟਰ ਸੀਗਾ ਉਹਨੇ ਕੀ ਐਂਡ ਕੀਤੀ ਸੀਗੀ, ਉਹਨੇ ਟ੍ਰੇਡ ਮੋਨੋਪੋਲੀ ਐਂਡ ਕੀਤੀ ਸੀਗੀ। ਪਰ ਟ੍ਰੇਡ ਇਨ ਟੀ ਐਂਡ ਟ੍ਰੇਡ ਵਿਦ ਚਾਈਨਾ ਉਹ ਹਲੇ ਵੀ ਮੋਨੋਪੋਲੀ ਕੀਤੀ ਸੀਗੀ, ਉਹ ਹਲੇ ਵੀ ਮੋਨੋਪੋਲੀ ਈਸਟ ਇੰਡੀਆ ਕੰਪਨੀ ਦੀ ਹੀ ਸੀ, ਰਾਈਟ ਹੈ ਜੀ। ਸੋ ਏ ਇਜ਼ ਦੀ ਰਾਈਟ ਆਂਸਰ। Next, who is considered as the principal architect of administrative and judicial reforms in India that led to the creation of district judge posts and separation of revenue administration from judicial function? हाँ जी, एक बार स्टेटमेंट दोबारा पढ़ो, वीडियो ਨੂੰ ਕਰੋ ਪੌਜ਼ ਤੇ ਆਨਸਰ ਦੇਣ ਦੀ ਕੋਸ਼ਿਸ਼ ਕਰੋ। ਕੌਣ ਸੀਗਾ ਜੀ ਬ੍ਰਿਟਿਸ਼ ਜਨਰਲ ਉਸ ਟਾਈਮ ਤੇ ਜਿਹਨੂੰ ਆਪਾਂ ਉਰੇ ਕਵਰ ਕਰਨ ਵਾਲੇ ਆ? Answer is Lord Cornwallis. B is the right answer. Lord Cornwallis. Lord Cornwallis ਨੇ ਕੀ ਕੀਤਾ ਸੀਗਾ? Cornwallis ਕੋਡ ਇੰਟਰੋਡਿਊਸ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਰੈਵਨਿਊ ਫੰਕਸ਼ਨਸ ਨੂੰ ਸੈਪਰੇਟ ਕਰਤਾ ਫਰੋਮ ਜੁਡੀਸ਼ੀਅਲ ਫੰਕਸ਼ਨਸ। ਜੁਡੀਸ਼ੀਅਲ ਤੇ ਰੈਵਨਿਊ ਫੰਕਸ਼ਨਸ ਨੂੰ ਕਰਤਾ ਅੱਡ-ਅੱਡ। ਅੱਜ ਵੀ ਆਪਾਂ ਗੱਲ ਕਰਦੇ ਆਂ ਸੈਪਰੇਸ਼ਨ ਆਫ ਐਗਜ਼ੀਕਿਊਟਿਵ ਦੀ ਗੱਲ ਕਰਦੇ ਹਾਂ, ਸੈਪਰੇਸ਼ਨ ਆਫ ਲੈਜਿਸਲੇਟਿਵ ਦੀ ਗੱਲ ਕਰਦੇ ਹਾਂ, ਸੈਪਰੇਸ਼ਨ ਆਫ ਜੁਡੀਸ਼ੀਅਲ ਪਾਵਰ ਦੀ ਗੱਲ ਕਰਦੇ ਹਾਂ। ਇਹਨਾਂ ਨੇ ਰੈਵਨਿਊ ਫੰਕਸ਼ਨਸ ਤੇ ਜੁਡੀਸ਼ੀਅਲ ਫੰਕਸ਼ਨ ਨੂੰ ਕਰਤਾ ਅਲੱਗ-ਅਲੱਗ। ਕਲੈਕਟਰ ਕੋਲ ਹੁਣ ਰੈਵਨਿਊ ਫੰਕਸ਼ਨਸ ਨੇ ਤੇ ਕਲੈਕਟਰ ਕੋਲੋਂ ਜੁਡੀਸ਼ੀਅਲ ਫੰਕਸ਼ਨਸ ਲੈ ਲਏ, ਅੱਡ ਕਰ ਦਿੱਤੇ ਗਏ ਤੇ ਸਿਵਲ ਤੇ ਕ੍ਰਿਮੀਨਲ ਕੋਰਟਸ ਬਣਾ ਦਿੱਤੇ ਗਏ। ਸਿਵਲ ਤੇ ਕ੍ਰਿਮੀਨਲ ਕੋਰਟਸ ਬਣਾ ਦਿੱਤੇ ਗਏ, ਕਲੈਕਟਰ ਤੋਂ ਇਹ ਰਿਸਪੌਂਸਿਬਿਲਟੀ ਅੱਡ ਕਰਤੀ। ਇਸ ਤੋਂ ਬਾਅਦ ਹੋਰ ਕੀ ਕੀਤਾ? ਇਸ ਤੋਂ ਬਾਅਦ ਜਿਹੜੇ ਜ਼ਮੀਨਦਾਰ ਜਿਹੜੇ ਸੀਗੇ ਉਹਨਾਂ ਤੋਂ ਜ਼ਮੀਨਦਾਰ ਤੋਂ
ਪੁਲਿਸਿੰਗ ਜਿਹੜੇ ਫੰਕਸ਼ਨਸ ਹੁੰਦੇ ਆ ਜ਼ਮੀਨਦਾਰਾਂ ਕੋਲੋਂ, ਪੁਲਿਸਿੰਗ ਦੇ ਜਿਹੜੇ ਫੰਕਸ਼ਨ ਸੀਗੇ ਉਹ ਲੈ ਲਏ ਗਏ ਕਿ ਹੁਣ ਤੁਹਾਡਾ ਕੰਮ ਕੀ ਹੈ, ਤੁਹਾਡਾ ਕੰਮ ਹੈ ਰੈਵਨਿਊ ਕਲੈਕਟ ਕਰਨਾ। ਜ਼ਮੀਨਦਾਰ ਨੂੰ ਕਹਿਤਾ ਕਿ ਭਾਈ ਅਸੀਂ ਤੁਹਾਨੂੰ ਪਰਮਾਨੈਂਟ ਸੈਟਲਮੈਂਟ ਐਕਟ ਦੇ ਤਹਿਤ 1793 ਦੇ ਐਕਟ ਦੇ ਤਹਿਤ ਅਸੀਂ ਕਹਿ ਦਿੱਤਾ ਕਿ ਭਾਈ ਹੁਣ ਤੁਸੀਂ ਇਸ ਏਰੀਆ ਦੇ ਜਿੱਥੋਂ ਪਹਿਲਾਂ ਤੁਸੀਂ ਸਿਰਫ ਰੈਵਨਿਊ ਕਲੈਕਟ ਕਰਕੇ ਅੱਗੇ ਪਹੁੰਚਾਉਂਦੇ ਸੀਗੇ ਉਹਦੇ ਤੁਸੀਂ ਮਾਲਕ ਹੋ। ਮੁਗਲ ਦੇ ਟਾਈਮ ਤੇ ਜ਼ਮੀਨਦਾਰ ਉਸ ਜ਼ਮੀਨ ਦਾ ਮਾਲਕ ਨਹੀਂ ਸੀਗਾ, ਉਹ ਸਿਰਫ ਰੈਵਨਿਊ ਕਲੈਕਟ ਕਰਕੇ ਸਟੇਟ ਨੂੰ ਪਹੁੰਚਾਉਂਦਾ ਸੀਗਾ, ਸਟੇਟ ਮਾਲਕ ਹੁੰਦੀ ਸੀਗੀ। ਹੁਣ ਜਦੋਂ ਮੁਗਲ ਐਮਪਾਇਰ ਨਹੀਂ ਰਿਹਾ, ਸਟੇਟ ਹੀ ਨਹੀਂ ਰਹੀ, ਤਾਂ ਉਹਦਾ ਮਿਲਕੀਅਤ ਵੀ ਖਤਮ ਹੋ ਗਈ। ਤਾਂ ਬ੍ਰਿਟਿਸ਼ਰਸ ਨੇ ਸੋਚਿਆ ਕਿ ਹੁਣ ਇੱਕ ਕੰਮ ਕਰਦੇ ਆ, ਜਿਹੜੇ ਬੰਦੇ ਇੱਥੋਂ ਜ਼ਮੀਨਦਾਰ ਇੱਥੋਂ ਰੈਵਨਿਊ ਕਲੈਕਟ ਕਰਕੇ ਸਾਨੂੰ ਦਿੰਦੇ ਆ ਉਹਨਾਂ ਨੂੰ ਹੀ ਮਾਲਕ ਬਣਾ ਦਿਓ, ਪਰਮਾਨੈਂਟ ਸੈਟਲਮੈਂਟ ਬਣਾ ਦਿਓ। ਉਹੀ ਮਾਲਕ ਹੈ, ਜੇ ਮਾਲਕ ਹੈ ਤਾਂ ਉਹ ਜ਼ਮੀਨਦਾਰੀ ਅੱਗੇ ਹੈਰੀਡੇਟਰੀ ਵੀ ਬਣ ਜੂਗੀ, ਉਹਦੇ ਮੁੰਡੇ ਨੂੰ ਵੀ ਚਲੀ ਜਾਓਗੇ, ਉਸ ਤੋਂ ਅੱਗੇ ਵੀ ਚਲੀ ਜਾਓਗੇ, ਉਸ ਤੋਂ ਅੱਗੇ ਵੀ ਚਲਦੀ ਰਹੂਗੀ, ਜਦ ਤੱਕ ਜ਼ਮੀਨਦਾਰ ਉਸ ਏਰੀਆ ਚੋਂ ਜਿੰਨਾ ਉਹਨਾਂ ਨੇ ਇੱਕ ਤੈਅ ਰੈਵਨਿਊ ਐਗਰੀਮੈਂਟ ਸਾਈਨ ਕੀਤਾ ਹੈ ਉਹ ਰੈਵਨਿਊ ਪਹੁੰਚਾਈ ਜਾ ਰਿਹਾ ਸਟੇਟ ਤੱਕ, ਤਦ ਤੱਕ ਬ੍ਰਿਟਿਸ਼ਰਸ ਨੂੰ ਕੋਈ ਦਿੱਕਤ ਨਹੀਂ ਹੈਗੀ। ਜੋ ਫੇਲ ਹੁੰਦਾ ਹੈ ਤਾਂ ਉਸੇ ਦੀ ਜ਼ਮੀਨਦਾਰੀ ਨੂੰ ਆਕਸ਼ਨ ਕਰ ਦਿੱਤਾ ਜਾਊਗਾ, ਕਿਸੇ ਹੋਰ ਨੂੰ ਦੇ ਦਿੱਤੀ ਜਾਊਗੀ। ਤੇ ਜਿਹੜੇ ਉਹਦੇ ਕਲਟੀਵੇਟਰਸ ਨੇ ਉਹਨਾਂ ਕੋਲੋਂ ਜ਼ਮੀਨ ਦਾ ਕੋਈ ਹੱਕ ਨਹੀਂ ਹੈਗਾ, ਉਹ ਬਸ ਉੱਥੇ ਕਲਟੀਵੇਟ ਕਰ ਰਹੇ। So it was again a worse system, extreme ਇਹਨੇ ਕੰਡੀਸ਼ਨਸ ਪੈਦਾ ਕਰ ਦਿੱਤੀ ਸੀ ਕਿ ਬੰਗਾਲ ਵਰਗੀ ਸਟੇਟ ਦੇ ਵਿੱਚ, ਜਿੱਥੇ ਤੁਸੀਂ ਦੇਖੋਗੇ ਪਹਿਲਾਂ ਬਹੁਤ ਪੈਸਾ ਹੁੰਦਾ ਸੀ ਲੋਕਾਂ ਕੋਲ, ਫੈਮਾਈਨਸ ਵਰਗੀ ਕੰਡੀਸ਼ਨਸ ਆਉਣਾ ਸ਼ੁਰੂ ਹੋ ਗਈ ਸੀ ਬਿਕੋਜ਼ ਆਫ ਦਿਸ ਐਕਟ, ਪਰਮਾਨੈਂਟ ਸੈਟਲਮੈਂਟ ਐਕਟ। ਖੈਰ ਆਪਾਂ ਗੱਲ ਕਰਦੇ ਹਾਂ ਜ਼ਮੀਨਦਾਰ ਦੀ। ਜ਼ਮੀਨਦਾਰ ਨੂੰ ਕਹਿਤਾ ਕਿ ਬਾਈ ਤੁਸੀਂ ਰੈਵਨਿਊ ਕਲੈਕਟ ਕਰੋ ਤੇ ਤੁਹਾਡੇ ਕੋਲੋਂ ਪੁਲਿਸਿੰਗ ਦੇ ਜਿਹੜੇ ਕੰਮ ਹੈਗੇ ਆ ਉਹ ਅਸੀਂ ਲੈ ਰਹੇ ਹਾਂ। ਉਹ ਕਿਹਨੂੰ ਦੇ ਦਿੱਤੇ ਜਾਣਗੇ? ਉਹ ਦਿੱਤੇ ਜਾਣਗੇ ਥਾਣੇਦਾਰਾਂ ਨੂੰ, ਥਾਣੇਦਾਰ ਨੂੰ ਦੇ ਦਿੱਤਾ ਜਾਊਗਾ ਜੀ। ਯਾਨੀ ਕਿ ਹਰ ਡਿਸਟ੍ਰਿਕਟ ਨੂੰ ਥਾਣਾ ਚ ਡਿਵਾਈਡ ਕਰਤਾ, ਸਰਕਲਸ ਡਿਵਾਈਡ ਕਰਤਾ, ਥਾਣਾ ਚ ਡਿਵਾਈਡ ਕਰਤਾ ਤੇ ਹਰ ਥਾਣੇ ਦਾ ਇੰਚਾਰਜ ਬਣ ਗਿਆ ਥਾਣੇਦਾਰ। तो ਇਹ ਕੰਮ ਕੀਤਾ ਸੀਗਾ ਜੀ ਲਾਰਡ ਕਾਰਨਵਾਲਿਸ ਨੇ, ਰਾਈਟ। ਚਲੋ ਅੱਗੇ ਆਪਾਂ ਨੈਕਸਟ ਵਧਦੇ ਹਾਂ ਅੱਗੇ। ਹਾਂਜੀ, ਦ ਡਰੇਨ ਆਫ ਵੈਲਥ ਥਿਊਰੀ, ਡਰੇਨ ਆਫ ਵੈਲਥ ਥਿਊਰੀ which exposed the economic exploitation of India under British rule was pioneered by which nationalist leader? Drain of wealth theory ਕਿਹਨੇ ਦਿੱਤੀ ਸੀ? ਕੁਐਸਚਨ ਹੈ। ਡਰੇਨ ਆਫ ਵੈਲਥ ਥਿਊਰੀ ਦੇ ਮੁਤਾਬਕ ਕੀ ਸੀਗਾ ਕਿ ਬ੍ਰਿਟਿਸ਼ਰਸ ਉਰੇ ਕੋਈ ਸਿਵਲਾਈਜ਼ਿੰਗ ਮਿਸ਼ਨ ਤੇ ਨਹੀਂ ਆਏ ਹੈਗੇ। ਜੋ ਬ੍ਰਿਟਿਸ਼ਰਸ ਕਹਿ ਰਹੇ ਹੈ ਉਹ ਕੋਈ ਸਹੀ ਗੱਲ ਨਹੀਂ ਹੈ ਕਿ ਭਾਈ ਉਹ ਤਾਂ ਬਿਲਕੁਲ ਇੱਕ ਮੰਨ ਕੇ ਚਲੋ ਪੜਦਾ ਹੈ। ਉਹ ਪੜਦੇ ਦੇ ਪਿੱਛੇ ਉਹਨਾਂ ਦੀ ਰੀਅਲ ਇੰਟੈਂਸ਼ਨ ਹੈ they just want to loot India, they just want to exploit Indian resources and they want to make profits from them. Drain of wealth theory ਦਿੱਤੀ ਗਈ ਸੀਗੀ ਦਾਦਾ ਭਾਈ ਨਰੋਜੀ ਦੁਆਰਾ। ਦਾਦਾ ਭਾਈ ਨਰੋਜੀ ਨੇ ਦਿੱਤੀ ਸੀਗੀ ਜੀ ਡਰੇਨ ਆਫ ਵੈਲਥ ਥਿਊਰੀ। ਇਹਨਾਂ ਨੇ ਕਿਹਾ ਸੀਗਾ ਕਿ ਇੰਡੀਆ ਦੇ ਰਿਸੋਰਸਿਸ ਨੂੰ ਇਹ ਐਕਸਪਲੋਇਟ ਕਰ ਰਹੇ ਹਨ, ਇੱਥੋਂ ਰॉ ਮਟੀਰੀਅਲ ਲੈ ਕੇ ਜਾ ਰਹੇ ਹਨ, ਉੱਥੇ ਬਣਾ ਰਹੇ ਹਨ, ਉੱਥੋਂ ਫਿਨਿਸ਼ ਗੁੱਡਸ ਨੂੰ ਇੰਡੀਆ ਦੇ ਵਿੱਚ ਭੇਜ ਰਹੇ ਹਨ। ਫਿਰ ਇਹ ਜਿਹੜਾ ਪੈਸਾ ਹੋ ਰਿਹਾ ਇਹਨੂੰ ਅਗੇਨ ਵਾਪਸ ਲੈ ਕੇ ਜਾ ਰਹੇ, ਇੱਥੋਂ ਇਨਵੈਸਟਮੈਂਟ ਲੈ ਕੇ ਪ੍ਰੋਫਿਟਸ ਲੈ ਕੇ ਵਾਪਸ ਜਾ ਰਹੇ, ਫਿਰ ਇੱਥੋਂ ਰੈਮਿਟੈਂਸਿਸ ਵਾਪਸ ਜਾ ਰਹੀਆਂ ਤੇ ਇੰਡੀਆ ਦੀ ਹੀ ਵੈਲਥ ਹੈ ਜਿਹੜੀ ਉਹੀ ਬਾਹਰ ਜਾ ਰਹੀ ਹੈ ਵਾਪਸ। ਸੋ ਡਰੇਨ ਆਫ ਵੈਲਥ ਥਿਊਰੀ ਦਿੱਤੀ ਗਈ ਸੀ ਦਾਦਾ ਭਾਈ ਨਰੋਜੀ ਦੁਆਰਾ। ਬੀ ਦੇਖੋ ਮੈਂ ਥੋੜਾ ਜਲਦੀ ਚੱਲਦਾ ਕਿਉਂਕਿ ਮੈਂ ਥੋੜਾ ਟਾਈਮ ਨਹੀਂ ਵੇਸਟ ਕਰਨਾ ਚਾਹੁੰਦਾ ਹੈਗਾ, ਆਪਾਂ ਨੰਬਰ ਆਫ ਕੁਐਸਚਨ ਵੀ ਬਹੁਤ ਜ਼ਿਆਦਾ ਕਵਰ ਕਰਨੇ ਹੁੰਦੇ ਆ। ਸੋ ਜਸਟ ਧਿਆਨ ਦਿਓ ਥੋੜਾ ਜਿਹਾ ਕਨਸੈਪਚੁਅਲ ਆਈਡੀਆ ਤੇ ਫੈਕਟਸ ਤੇ ਧਿਆਨ ਦੇ ਕੇ ਅੱਗੇ ਵਧਦੇ ਚਲੋ। ਚਲੋ ਨੈਕਸਟ। ਹਾਂਜੀ, ਅੰਡਰ ਦ ਪਰਮਾਨੈਂਟ ਸੈਟਲਮੈਂਟ ਸਿਸਟਮ ਇੰਟਰੋਡਿਊਸਡ ਬਾय Bengal in Bengal 1793, ਹੁਣੇ ਦੱਸਿਆ ਮੈਂ ਥੋੜੀ ਦੇਰ ਪਹਿਲਾਂ, what share of collected revenue was to be given to the British government? ਪਰਮਾਨੈਂਟ ਸੈਟਲਮੈਂਟ ਸਿਸਟਮ 1793 ਦੇ ਵਿੱਚ ਬਣਾਇਆ ਗਿਆ। ਜ਼ਮੀਨਦਾਰ ਨੂੰ ਉਸ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ ਤੇ ਜਿਹੜੇ ਕਲਟੀਵੇਟਰ ਸੀਗੇ ਉਹ ਸਿਰਫ ਔਰ ਸਿਰਫ ਉੱਥੇ ਕਲਟੀਵੇਟ ਕਰ ਰਹੇ, ਉਹਨਾਂ ਕੋਲ ਜ਼ਮੀਨ ਦਾ ਕੋਈ ਹੱਕ ਨਹੀਂ ਹੈਗਾ। ਜੇ ਚਾਹੇ ਜ਼ਮੀਨਦਾਰ ਉਹਨਾਂ ਨੂੰ ਡਿਸਪਲੇਸ ਕਰ ਸਕਦਾ, ਕਿਸੇ ਹੋਰ ਨੂੰ ਬਿਠਾ ਸਕਦਾ। ਤਾਂ ਉਰੇ ਜ਼ਮੀਨਦਾਰ ਨੂੰ ਕੀ ਕਰਨਾ ਪੈਣਾ ਸੀਗਾ? ਜ਼ਮੀਨਦਾਰ ਨੂੰ ਇੱਕ ਪਰਟੀਕੂਲਰ ਸ਼ੇਅਰ ਜਿਹੜਾ ਸੀਗਾ ਰੈਵਨਿਊ ਦਾ ਉਹ ਹਮੇਸ਼ਾ ਸਰਕਾਰ ਨੂੰ ਦੇਣਾ ਪੈਣਾ ਸੀ, ਬ੍ਰਿਟਿਸ਼ ਸਰਕਾਰ ਨੂੰ। ਉਹ ਕਿਹੜਾ ਸੀਗਾ ਜੀ? ਉਹ ਸੀਗਾ 10th 11th, ਯਾਨੀ ਕਿ ਜੇ 11 ਹਿੱਸੇ ਕਲੈਕਟ ਕੀਤੇ ਆ ਤਾਂ ਉਹਦੇ ਚੋਂ 10 ਹਿੱਸਾ ਜਿਹੜੇ ਸੀਗੇ ਉਹ ਬ੍ਰਿਟਿਸ਼ ਸਰਕਾਰ ਨੂੰ ਦੇਣੇ ਸੀਗੇ ਤੇ ਇੱਕ ਹਿੱਸਾ ਜ਼ਮੀਨਦਾਰ ਆਪਣੇ ਕੋਲ ਰੱਖ ਸਕਦਾ ਹੈ। 1/11 ਜਿਹੜਾ ਹਿੱਸਾ ਸੀਗਾ ਉਹ ਜ਼ਮੀਨਦਾਰ ਦਾ ਹਿੱਸਾ ਸੀਗਾ, ਜ਼ਮੀਨਦਾਰ ਦਾ ਹਿੱਸਾ ਸੀਗਾ 1/11। ਸੋ 50% ਨਹੀਂ ਹੋ ਸਕਦਾ, 80% ਨਹੀਂ ਹੋ ਸਕਦਾ। 10/11 ਜੋ ਕਿ ਸਰਕਾਰ ਨੂੰ ਜਾ ਰਿਹਾ, ਗਵਰਨਮੈਂਟ ਨੂੰ ਜਾ ਰਿਹਾ, ਤੇ 1/11 ਜਿਹੜਾ ਹੈਗਾ ਉਹ ਜ਼ਮੀਨਦਾਰ ਕੋਲ ਹੈ। ਨੈਕਸਟ, ਹਾਂਜੀ, who among the following were primary figures associated with the introduction and implementation of ਰਈਅਤਵਾੜੀ ਸੈਟਲਮੈਂਟ ਜਾਂ ਰਈਅਤਵਾੜੀ ਸਿਸਟਮ? ਰਈਅਤਵਾੜੀ ਸਿਸਟਮ ਕਹਿੰਦੇ ਕਿਹਨੇ ਇੰਟਰੋਡਿਊਸ ਕੀਤਾ ਸੀਗਾ, ਇਹ ਪੁੱਛਿਆ ਜਾ ਰਿਹਾ ਉਰੇ।
ਰਈਅਤਵਾੜੀ ਸਿਸਟਮ ਇਨ ਮਦਰਾਸ ਐਂਡ ਬੰਬੇ ਪ੍ਰੈਜ਼ੀਡੈਂਸੀ। ਕਿਹੜੇ ਦੋ ਫੇਮਸ ਪਰਸਨੈਲਿਟੀਜ਼ ਨੇ ਹੂ ਆਰ ਐਸੋਸੀਏਟਡ ਵਿਦ ਦੀ ਰਈਅਤਵਾੜੀ ਸਿਸਟਮ? ਦੇਖੋ ਜਿਵੇਂ ਪਰਮਾਨੈਂਟ ਸੈਟਲਮੈਂਟ ਸਿਸਟਮ ਸੀਗਾ, ਉਵੇਂ ਰੈਵਨਿਊ ਕਲੈਕਸ਼ਨ ਦਾ ਇੱਕ ਹੋਰ ਸਿਸਟਮ ਸੀਗਾ ਰਈਅਤਵਾੜੀ। ਇਸ ਤੋਂ ਇਲਾਵਾ ਇੱਕ ਹੋਰ ਮਹਿਲਵਾੜੀ ਸਿਸਟਮ ਵੀ ਹੈਗਾ। ਰਈਅਤਵਾੜੀ ਦੇ ਵਿੱਚ ਇਹਨਾਂ ਨੇ ਕੁਝ ਸਿੱਖਿਆ, ਜੋ ਇਹਨਾਂ ਨੇ ਪਰਮਾਨੈਂਟ ਸੈਟਲਮੈਂਟ ਵਿੱਚ ਗਲਤੀਆਂ ਕੀਤੀਆਂ ਸੀਗੀਆਂ, ਉਹ ਤੋਂ ਕੁਝ ਸਿੱਖਿਆ ਲਿੱਤੀ ਹੈ। ਉਹ ਕਾਰਨ ਇਹ ਹੈ ਕਿ ਪਰਮਾਨੈਂਟ ਸੈਟਲਮੈਂਟ ਇੰਨਾ ਜ਼ਿਆਦਾ ਐਕਸਪਲੋਇਟ ਕਰ ਦਿੰਦਾ ਹੈ ਲੋਕਾਂ ਨੂੰ ਕਿ ਲੋਕਾਂ ਕੋਲ ਪੈਸਾ ਹੀ ਨਹੀਂ ਬਚਦਾ ਹੈਗਾ। ਜੇ ਪੈਸਾ ਹੀ ਨਹੀਂ ਬਚੂਗਾ ਪਿੱਛੇ ਲੋਕਾਂ ਕੋਲ, ਤਾਂ ਕੈਪੀਟਲਿਸਟ ਸਿਸਟਮ ਕਿਵੇਂ ਸਰਵਾਈਵ ਕਰ ਸਕਦਾ? ਤਾਂ ਦੇ ਕੇਮ ਟੂ ਦਿਸ ਕਨਕਲੂਜਨ ਕਿ ਯਾਰ ਇਹ ਬਹੁਤ ਜ਼ਿਆਦਾ ਐਕਸਪਲੋਇਟੇਟਿਵ ਸਿਸਟਮ ਹੈਗਾ, ਹੁਣ ਤੇ ਉੱਥੇ ਚੱਲ ਰਿਹਾ ਚੱਲਣ ਤੋਂ। ਪਰ ਆਪਾਂ ਜਦੋਂ ਬੰਬੇ ਦੀ ਗੱਲ ਕਰੀਏ, ਮਦਰਾਸ ਦੀ ਗੱਲ ਕਰੀਏ, ਲੈਟਸ ਇੰਟਰੋਡਿਊਸ ਅ ਨਿਊ ਸਿਸਟਮ ਦੈਟ ਇਜ਼ ਰਈਅਤਵਾੜੀ ਸਿਸਟਮ। ਰਈਅਤ ਦਾ ਮਤਲਬ ਕੀ ਹੈ? ਰਈਅਤ ਦਾ ਮਤਲਬ ਹੈ ਉਰੇ ਕਿਸਾਨ ਜਿਹੜੇ ਹੈਗੇ, ਕਲਟੀਵੇਟਰਸ। ਤਾਂ ਮਤਲਬ ਹੁਣ ਜਿਹੜਾ ਰੈਵਨਿਊ ਲੈਣਾ ਹੈ, ਉਹ ਡਾਇਰੈਕਟਲੀ ਫਾਰਮਰ ਤੋਂ ਲੈ ਲਾਂਗੇ ਆਪਾਂ, ਕਲਟੀਵੇਟਰ ਤੋਂ ਲੈ ਲਾਂਗੇ, ਮਿਡਲਮੈਨ ਤੋਂ ਆਪਾਂ ਬਾਹਰ ਹੀ ਕਰ ਦੇਣਾ ਹੈ। ਤਾਂ ਫਾਰਮਰ ਤੋਂ ਹੀ ਸਿੱਧਾ ਸਟੇਟ ਨੂੰ ਰੈਵਨਿਊ ਜਾਂਦਾ ਹੈ। ਮਿਡਲਮੈਨ ਜਿਹੜੇ ਹੈਗੇ ਆ ਬਾਹਰ ਹੈ। ਮਿਡਲਮੈਨ ਉਰੇ ਕੋਈ ਨਹੀਂ ਆ ਰਿਹਾ ਹੈਗਾ, ਜ਼ਮੀਨਦਾਰ ਕੋਈ ਨਹੀਂ ਆ ਰਿਹਾ ਹੈਗਾ ਉਰੇ। ਮਿਡਲਮੈਨ ਬਾਹਰ ਹੋ ਚੁੱਕੇ ਹੈ, ਫਾਰਮਰ ਤੋਂ ਹੀ ਸਿੱਧਾ ਪੈਸਾ ਜਾ ਰਿਹਾ, ਸਟੇਟ ਵੱਲ ਜਾ ਰਿਹਾ। ਸੋ ਦੋ ਇੰਪੋਰਟੈਂਟ ਜਿਹੜੇ ਬੰਦੇ ਹੈਗੇ ਆ ਵਿਚ ਆਰ ਲਿੰਕ ਟੂ ਦਿਸ ਸਿਸਟਮ, ਦੋਜ਼ ਆਰ ਥਾਮਸ ਮਨਰੋ ਐਂਡ ਅਲੈਗਜ਼ੈਂਡਰ ਰੀਡ। ਥਾਮਸ ਮਨਰੋ ਐਂਡ ਅਲੈਗਜ਼ੈਂਡਰ ਰੀਡ, ਇਹ ਇਜ਼ ਦੀ ਰਾਈਟ ਆਂਸਰ। 1820 ਦੇ ਵਿੱਚ ਇਹ ਸਿਸਟਮ ਇੰਟਰੋਡਿਊਸ ਕੀਤਾ ਗਿਆ ਸੀਗਾ, ਯਾਦ ਰੱਖਿਓ 1820 ਦੇ ਵਿੱਚ। ਨੈਕਸਟ, ਹਾਂਜੀ, ਇਨ ਵਿਚ ਆਫ ਦ ਫੋਲੋਇੰਗ ਰੀਜਨਸ ਵਾਸ ਦ ਮਹਿਲਵਾੜੀ ਸਿਸਟਮ? ਤੀਜਾ ਸਿਸਟਮ ਹੈ ਜੀ ਮਹਿਲਵਾੜੀ ਸਿਸਟਮ ਆਫ ਲੈਂਡ ਰੈਵਨਿਊ ਪ੍ਰਾਇਮਰੀਲੀ ਇੰਟਰੋਡਿਊਸ। ਕਿਹੜੇ ਰਾਜਾਂ ਦੇ ਵਿੱਚ, ਕਿਹੜੇ ਰੀਜਨਸ ਦੇ ਵਿੱਚ ਮਹਿਲਵਾੜੀ ਸਿਸਟਮ ਇੰਟਰੋਡਿਊਸ ਕੀਤਾ ਗਿਆ ਸੀ? ਜਿਵੇਂ ਆਪਾਂ ਪਰਮਨੈਂਟ ਸੈਟਲਮੈਂਟ ਕੀਤਾ, ਫਿਰ ਆਪਾਂ ਰਈਅਤਵਾੜੀ ਕੀਤਾ, ਤੀਜਾ ਹੁਣ ਕਰਦੇ ਹਾਂ ਆਪਾਂ ਮਹਿਲਵਾੜੀ ਸਿਸਟਮ। ਮਹਿਲਵਾੜੀ ਸਿਸਟਮ ਦੇ ਵਿੱਚ ਕੀ ਹੁੰਦਾ ਹੈ? ਮਹਿਲ ਬਣਾ ਦਿੱਤੇ ਜਾਂਦੇ ਹਨ। ਮਹਿਲ ਦਾ ਮਤਲਬ ਉਹ ਮਹਿਲ ਨਹੀਂ ਹੈਗਾ। ਮਹਿਲ ਦੀ ਆਪਾਂ ਗੱਲ ਕਰ ਰਹੇ ਹਾਂ ਮੁਹੱਲੇ ਨਾਲ, ਯਾਦ ਰੱਖੋ, ਮੁਹੱਲਾ। ਸੋ ਮਹਿਲ ਦੇ ਨਾਲ ਆਪਾਂ ਗੱਲ ਕਰੀਏ, ਆਪਾਂ ਮਹਿਲ ਦੀ ਜਦੋਂ ਗੱਲ ਕਰ ਰਹੇ ਹਾਂ ਆਪਾਂ ਵਿਲੇजेस ਦੀ ਗੱਲ ਕਰਾਂਗੇ, ਜਾਂ ਫਿਰ ਆਪਾਂ ਕਲਸਟਰ ਆਫ ਵਿਲੇजेस ਦੀ ਗੱਲ ਕਰਾਂਗੇ। ਜੇ ਵਿਲੇਜ ਛੋਟਾ ਹੈ ਤਾਂ ਫਿਰ ਕਲਸਟਰ ਆਫ ਵਿਲੇजेस। ਜੇ ਵਿਲੇਜ ਦੀ ਆਬਾਦੀ ਠੀਕ ਠਾਕ ਹੈ, ਉੱਥੇ ਲੈਂਡ ਦੀ ਅਵੇਲੇਬਿਲਿਟੀ ਵੀ ਠੀਕ ਠਾਕ ਹੈ, ਤਾਂ ਇੱਕ ਵਿਲੇਜ ਯੂਨਿਟ ਬਣੂਗਾ। ਜੇ ਵਿਲੇਜ ਬਹੁਤ ਛੋਟਾ ਹੈ, 10-12 ਘਰ ਨੇ, 15 ਘਰ ਨੇ, ਤੇ ਉਸ ਤੇ ਨਾਲ ਦਾ ਪਿੰਡ ਵੀ ਛੋਟਾ ਜਿਹਾ ਹੀ ਹੈ, ਤਾਂ ਉਹ ਨਾ ਕਲਸਟਰ ਬਣਾ ਦੋ, ਉਹਦਾ ਕਲਸਟਰ ਬਣਾ ਲਓ, ਤਾਂ ਫਿਰ ਕਲਸਟਰ ਆਫ ਵਿਲੇजेस ਦੀ ਵੀ ਆਪਾਂ ਗੱਲ ਕਰ ਸਕਦੇ ਹਾਂ। ਸੋ ਮਹਿਲ ਦੇ ਕੇਸ 'ਚ ਆਪਾਂ ਨੂੰ ਦੇਖਣ ਨੂੰ ਮਿਲੂਗਾ ਵਿਲੇजेस, ਜਾਂ ਫਿਰ ਕਲਸਟਰ ਆਫ ਵਿਲੇजेस। ਇਥੋਂ ਕਹਿੰਦੇ ਆਪਾਂ ਰੈਵਨਿਊ ਲੈਣਾ ਹੈ। ਹੁਣ ਵਿਲੇजेस ਦੇ ਵਿੱਚ ਬਹੁਤ ਸਾਰੇ ਫਾਰਮਰਸ ਹੋਣਗੇ, ਹੋ ਸਕਦਾ ਇਸ ਵਿਲੇਜ ਦੇ ਵਿੱਚ 100 ਫਾਰਮਰ ਹੈ। ਹੁਣ ਜੇ 100 ਫਾਰਮਰ ਤੋਂ ਇੰਡੀਵਿਜੂਅਲੀ ਸਰਕਾਰ ਪੈਸਾ ਲੈਣਾ ਸ਼ੁਰੂ ਕਰ ਦੇ, ਤਾਂ ਬੜੇ ਰਿਸੋਰਸਿਸ ਵੇਸਟ ਹੋਣੇ, ਉਹਦੇ ਵਿੱਚ ਬੜੀ ਇਨਐਫੀਸ਼ੀਐਂਸੀ ਆ ਜਾਂਦੀ ਹੈ। ਕਿਉਂ ਨਾ ਕਿਸੇ ਦੀ ਡਿਊਟੀ ਲਾ ਦਿੱਤੀ ਜਾਵੇ, ਜਾਊਗੀ ਉਰੇ, ਕਿ ਉਹ ਜਿਹੜੇ 100 ਬੰਦੇ ਹੈਗੇ ਆ ਉਸ ਪਿੰਡ ਦੇ, ਉਹਨਾਂ ਤੋਂ ਪੈਸਾ ਇਕੱਠਾ ਕਰਕੇ ਸਰਕਾਰ ਨੂੰ ਦੇਣਾ ਹੈ। ਹਾਲਾਂਕਿ ਇਹ ਮਹਿਲ ਜਿਹੜਾ ਹੈਗਾ, ਇਹ ਵਿਲੇਜ ਜਿਹੜਾ ਹੈਗਾ, ਲੈਂਡ ਵੀ ਵਿਲੇजेस ਦੀ ਹੀ ਹੈ। ਲੈਂਡ ਤੇ ਕੋਈ ਵੀ ਕਬਜ਼ਾ ਨਹੀਂ ਕਰ ਰਹੇ ਹੈਗੇ ਬ੍ਰਿਟਿਸ਼ਰਸ ਆ ਕੇ, ਇਹ ਵਿਲੇਜ ਦੀ ਹੀ ਲੈਂਡ ਹੈ। ਪਰ 100 ਬੰਦਿਆਂ ਤੋਂ ਰੈਵਨਿਊ ਕਲੈਕਟ ਕਰਨਾ, ਇਟਸ ਅ ਡਿਫਿਕਲਟ ਟਾਸਕ। ਤਾਂ ਇਹਨੂੰ ਮੈਨੇਜ ਕਰਨ ਵਾਸਤੇ ਕੋਈ ਬੰਦੇ ਦੀ ਡਿਊਟੀ ਲਾ ਦਿੱਤੀ ਗਈ। ਉਹ ਜਿਹੜਾ ਬੰਦੇ ਡਿਊਟੀ ਲਾ ਦਿੱਤੀ ਗਈ, ਉਹਨੂੰ ਆਪਾਂ ਕਹਿੰਦੇ ਆ ਨੰਬਰਦਾਰ। ਯਾਦ ਹੈ ਪਿੰਡਾਂ ਵਿੱਚ ਆਪਾਂ ਹੁਣ ਕਈ ਪੜ੍ਹਦੇ ਹਾਂ ਕਿ ਹਾਂ ਅੱਜ ਵੀ ਨੰਬਰਦਾਰ ਦੀ ਜਿਹੜੀ ਪੋਸਟ ਹੈ ਉਹ ਇੰਪੋਰਟੈਂਟ ਹੈ। ਰਜਿਸਟਰੀ ਬਿਨਾਂ ਨੰਬਰਦਾਰ ਦੀ ਸਾਈਨ ਤੋਂ ਹੁੰਦੀ ਨਹੀਂ ਹੈਗੀ, ਮੋਹਰ ਚਾਹੀਦੀ ਹੁੰਦੀ ਹੈ। ਨੰਬਰਦਾਰ ਕਹਿ ਲਓ ਜਾਂ ਲੰਬੜਦਾਰ ਕਹਿ ਲਓ, ਉਹ ਨੰਬਰਦਾਰ ਦਾ ਕੰਮ ਉਰੇ ਆਉਂਦਾ ਸੀਗਾ। ਨੰਬਰਦਾਰ ਇੱਥੋਂ ਪੈਸੇ ਇਕੱਠਾ ਕਰੂਗਾ ਤੇ ਸਟੇਟ ਨੂੰ ਦੇ ਦੂਗਾ ਅੱਗੇ। ਜ਼ਮੀਨਦਾਰ ਵਾਲਾ ਕੰਮ ਕਰ ਰਿਹਾ ਨੰਬਰਦਾਰ, ਪਰ ਜ਼ਮੀਨਦਾਰ ਦੇ ਕੇਸ 'ਚ ਤਾਂ ਜ਼ਮੀਨਦਾਰ ਜਿਹੜਾ ਸੀਗਾ ਉਹਦੀ ਤਾਂ ਮਲਕੀਅਤ ਸੀਗੀ, ਉੱਥੇ ਨੰਬਰਦਾਰ ਦੀ ਕੋਈ ਮਲਕੀਅਤ ਨਹੀਂ ਹੈਗੀ। ਨੰਬਰਦਾਰ ਉਰੇ ਇੱਕ ਅਫਸਰ ਦੇ ਤੌਰ ਤੇ ਕੰਮ ਕਰ ਰਿਹਾ। ਤਾਂ ਪਹਿਲਾਂ ਨੰਬਰਦਾਰ, ਪਟਵਾਰੀ, ਇਹ ਬੜੇ ਇਨਫਲੂਐਂਸ਼ੀਅਲ ਪੋਜੀਸ਼ਨਸ ਹੁੰਦੀ ਸੀਗੀਆਂ, ਹੁਣ ਉਹਨੀਆਂ ਨਹੀਂ ਰਹੀਆਂ ਹੈਗੀਆਂ। ਪਰ ਅੱਜ ਵੀ ਮੈਂ ਕਹਾਂ ਜੇ ਰਜਿਸਟਰੀ ਕਰਾਣੀ ਹੈ ਤਾਂ ਫਿਰ ਪਟਵਾਰੀ ਕੋਲ ਹੀ ਜਾਣਾ ਪੈਣਾ ਤੇ ਨੰਬਰਦਾਰ ਨੂੰ ਨਾਲ ਲੈ ਕੇ ਜਾਣਾ ਪੈਣਾ। ਤਾਂ ਜੇ ਪਿੰਡਾਂ 'ਚ ਹੋ ਭਾਈ, ਨੰਬਰਦਾਰ ਨਾਲ ਬਣਾ ਕੇ ਰੱਖਿਆ ਕਰੋ, ਇਹਨਾਂ ਦੀ ਬਹੁਤ ਲੋੜ ਪੈਂਦੀ ਰਹਿੰਦੀ ਆਪਾਂ ਨੂੰ, ਠੀਕ ਹੈ। ਤੋ ਹਾਂਜੀ, ਕੁਐਸਚਨ ਦੀ ਆਪਾਂ ਗੱਲ ਕਰੀਏ, ਕਹਿੰਦੇ ਕਿਹੜੇ ਰੀਜਨ ਦੇ ਵਿੱਚ ਹੈ ਜੀ? ਰੀਜਨ ਹੈਗਾ ਜੀ ਬੀ ਆਪਸ਼ਨ, ਨਾਰਥ ਵੈਸਟ ਪ੍ਰੋਵਿੰਸ ਦੀ ਗੱਲ ਕਰੀਏ, ਸੈਂਟਰਲ ਇੰਡੀਆ ਤੇ ਪੰਜਾਬ। ਬੀ ਇਜ਼ ਦੀ ਰਾਈਟ ਆਂਸਰ ਬੇਟਾ। ਇਹ ਰੀਜਨ ਦੇ ਵਿੱਚ ਨਾਰਥ ਵੈਸਟ ਪ੍ਰੋਵਿੰਸ, ਸੈਂਟਰਲ ਇੰਡੀਆ ਤੇ ਪੰਜਾਬ, ਉਰੇ ਆਪਾਂ ਨੂੰ ਮਹਿਲਵਾੜੀ ਸਿਸਟਮ ਦੇਖਣ ਨੂੰ ਮਿਲਦਾ, ਬੀ। ਚਲੋ ਨੈਕਸਟ, ਹਾਂਜੀ,
ਹੁਣ ਆਪਾਂ ਗੱਲ ਕਰਦੇ ਹਾਂ ਜੀ 1857 ਦੀ ਕ੍ਰਾਂਤੀ ਦੀ। Who led the forces of revolt of 1857 at Bareilly? ਹੁਣ 1857 ਦੀ ਜਦੋਂ ਕ੍ਰਾਂਤੀ ਤੇ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਉਹ ਉਹਦੇ ਨਾਲ ਲਿੰਕ ਹੋ ਰਹੇ ਇੰਪੋਰਟੈਂਟ ਪਰਸਨੈਲਿਟੀਜ਼ ਨਾਲ ਪੁੱਛਿਆ ਜਾਂਦਾ ਹੈ, ਜਾਂ ਫਿਰ ਉਹਨਾਂ ਦੇ ਕੋਰਸਪੋਂਡਿੰਗ ਕਿਹੜੇ ਪਲੇਸਿਸ ਤੇ ਉਹਨਾਂ ਨੇ ਐਕਸ਼ਨ ਲਿੱਤਾ ਉਹ ਤੋਂ ਪੁੱਛਿਆ ਜਾਂਦਾ। ਦੋ ਟਾਈਪ ਦੇ ਕੁਐਸਚਨ ਪੁੱਛੇ ਜਾਂਦੇ ਉਹਦੇ, ਰਾਈਟ। ਸੋ ਪਹਿਲਾ ਟਾਈਪ ਹੀ ਆਪਣਾ ਬਣ ਗਿਆ ਕਿ ਪਰਸਨੈਲਿਟੀ ਆਪਾਂ ਲਿੰਕ ਕਰ ਰਹੇ ਹਾਂ। ਹੂ ਲੈਡ ਦਾ ਫੋਰਸਿਸ ਆਫ ਰਿਵੋਲਟ ਐਟ ਬਰੇਲੀ, ਬਰੇਲੀ ਦੇ ਵਿੱਚ ਕਿਹਨਾਂ ਨੇ ਕ੍ਰਾਂਤੀ ਦੀ ਜਿਹੜੀ ਫੋਰਸਿਸ ਸੀਗੀ ਉਹਨਾਂ ਨੂੰ ਲੀਡ ਕੀਤਾ ਸੀਗਾ? ਦੀ ਆਂਸਰ ਇਜ਼ ਸੀ, ਖਾਨ ਬਹਾਦਰ ਖਾਨ। ਖਾਨ ਬਹਾਦਰ ਖਾਨ ਬਰੇਲੀ ਵਿੱਚ ਐਕਟਿਵ ਸੀਗੇ। ਕੁਨਵਰ ਸਿੰਘ ਦੀ ਗੱਲ ਕਰਾਂ ਤਾਂ ਅਗੇਨ ਇਹ ਇੱਕ ਜ਼ਮੀਂਦਾਰ ਸੀਗੇ, ਬਹੁਤ ਬਜ਼ੁਰਗ ਸੀਗੇ, 80 ਸਾਲਾਂ ਦੇ ਆਸ-ਪਾਸ ਦੀ ਉਹਨਾਂ ਦੀ ਉਮਰ ਦੱਸੀ ਜਾਂਦੀ ਹੈ। ਇਹ ਬਿਹਾਰ ਦੇ ਵਿੱਚ ਐਕਟਿਵ ਸੀਗੇ ਐਂਡ ਹੀ ਲੈਡ ਹਿਸ ਫੋਰਸਿਸ ਲਾਈਕ ਅ ਲੀਡਰ। ਈਵਨ ਗੁਰੀਲਾ ਵਾਰਫੇਅਰ ਵਾਸਤੇ ਇਹਨਾਂ ਨੂੰ ਜਾਣਿਆ ਜਾਂਦਾ ਕਿ ਬਹੁਤ ਤਰੀਕੇ ਨਾਲ ਇਹਨਾਂ ਨੇ ਗੁਰੀਲਾ ਵਾਰਫੇਅਰ ਉੱਥੇ ਛੇੜਿਆ ਤੇ ਬ੍ਰਿਟਿਸ਼ਰਸ ਨੂੰ ਇੱਕ ਔਖਾ ਸਮਾਂ ਦਿੱਤਾ ਇਹਨਾਂ ਨੇ। ਫਿਰ ਬੇਗਮ ਹਜ਼ਰਤ ਮਹਿਲ ਦੀ ਗੱਲ ਕਰੀਏ ਤਾਂ ਲਖਨਊ ਦੀ ਗੱਲ ਕਰਾਂਗੇ ਆਪਾਂ। ਨਾਨਾ ਸਾਹਿਬ ਦੀ ਗੱਲ ਕਰੀਏ ਤਾਂ ਆਪਾਂ ਕਾਨਪੁਰ ਦੀ ਗੱਲ ਕਰਾਂਗੇ। ਤਾਂ ਉਰੇ ਬਰੇਲੀ ਦੀ ਗੱਲ ਹੋਈ ਸੀਗੀ ਤਾਂ ਵੀ ਨੋ ਖਾਨ ਬਹਾਦਰ ਖਾਨ ਇਜ਼ ਦੀ ਰਾਈਟ ਆਂਸਰ। ਨੈਕਸਟ ਹੈ ਜੀ ਡਿਊਰਿੰਗ ਦੀ 1857 ਰਿਵੋਲਟ ਹੂ ਅਜ਼ਿਊਮਡ ਦ ਟਾਈਟਲ ਆਫ ਕਮਾਂਡਰ ਇਨ ਚੀਫ CIC ਆਫ ਦ ਰੈਬਲ ਫੋਰਸਿਸ ਐਕਟਿੰਗ ਇਨ ਦਿੱਲੀ। ਕਮਾਂਡਰ ਇਨ ਚੀਫ, ਕਮਾਂਡਰ ਇਨ ਚੀਫ ਕਿ ਹਾਂ ਭਾਈ ਮੈਂ ਹੁਣ ਸੈਨਾਪਤੀ ਬਣਨ ਲੱਗਾ। ਐਕਟਿੰਗ ਐਜ਼ ਦ ਰੀਅਲ ਮਿਲਟਰੀ ਬ੍ਰੇਨ ਬਿਹਾਈਂਡ ਦ ਐਮਪਰਰ ਬਹਾਦਰ ਸ਼ਾਹ ਜ਼ਫਰ। ਬਹਾਦਰ ਸ਼ਾਹ ਜ਼ਫਰ, ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਕਿ ਉਦੋਂ ਮੁਗਲ ਐਮਪਰਰ ਕੌਣ ਸੀਗਾ? ਬਹਾਦਰ ਸ਼ਾਹ ਜ਼ਫਰ ਸੀਗਾ। ਬਟ ਬਹਾਦਰ ਸ਼ਾਹ ਜ਼ਫਰ ਕੋਲ ਕੈਪੈਸਿਟੀ ਨਹੀਂ ਸੀਗੀ, ਕੈਪੇਬਿਲਿਟੀ ਵੀ ਨਹੀਂ ਸੀਗੀ ਕਿ ਉਹ ਲੀਡ ਕਰ ਸਕਦਾ ਫੋਰਸਿਸ ਨੂੰ। ਉਹ ਤਾਂ ਇੱਕ ਨੋਮੀਨਲ ਹੈਡ ਬਣਾਤਾ, ਇੱਕ ਸਿੰਬੋਲਿਕ ਹੈਡ ਬਣਾਤਾ ਸੀਗਾ। ਪਿੱਛੇ ਦਿਮਾਗ ਕੌਣ ਕਿਹਦਾ ਕੰਮ ਕਰ ਰਿਹਾ ਸੀਗਾ? ਦੀ ਆਂਸਰ ਇਜ਼ ਜਨਰਲ ਬਖਤ ਖਾਨ। ਜਨਰਲ ਬਖਤ ਖਾਨ ਦਾ ਦਿਮਾਗ ਪਿੱਛੇ ਚੱਲ ਰਿਹਾ ਸੀਗਾ। ਸੀ ਇਜ਼ ਦੀ ਰਾਈਟ ਆਂਸਰ। ਕਮਾਂਡਰ ਇਨ ਚੀਫ ਜਨਰਲ ਬਖਤ ਖਾਨ ਸੀਗੇ। ਨੈਕਸਟ ਉਸ ਤੋਂ ਬਾਅਦ ਗੱਲ ਕਰੀਏ, ਹਾਂਜੀ ਹੁਣ ਬ੍ਰਿਟਿਸ਼ ਜਿਹੜੇ ਆਫੀਸਰ ਸੀਗੇ ਤੇ ਉਹਨਾਂ ਦੇ ਨਾਲ ਕੋਰਸਪੋਂਡਿੰਗ ਉਹਨਾਂ ਦੀ ਪਲੇਸਿਸ, ਉਹਨਾਂ ਨੇ ਕਿੱਥੇ ਕਿੱਥੇ ਉਸ ਅੰਦੋਲਨ ਨੂੰ ਸਪਰੈਸ ਕੀਤਾ ਸੀਗਾ। ਮੈਚ ਦ ਫੋਲੋਇੰਗ ਸੈਂਟੈਂਸ ਆਫ 1857 ਰਿਵੋਲਟ ਵਿਦ ਦ ਬ੍ਰਿਟਿਸ਼ ਆਫੀਸਰਸ ਹੂ ਸਪਰੈਸਡ them। ਆਪਸ਼ਨ ਏ ਦਿੱਲੀ, ਝਾਂਸੀ, ਲਖਨਊ। ਸੱਜੇ ਪਾਸੇ ਕੋਲਿਨ ਕੈਂਪਬਲ, ਜੌਨ ਨਿਕਲਸਨ ਜਾਂ ਹਡਸਨ, ਇਹਦੇ ਨਾਲ ਹਡਸਨ, ਫਿਰ ਹਿਊਗ ਰੋਸ। ਇਹ ਤਿੰਨ ਆਪਾਂ ਨੂੰ ਕੈਟਾਗਰੀਜ਼ ਦੇਖਣ ਨੂੰ ਮਿਲ ਰਹੀਆਂ। ਸੋ ਇੱਕ ਵਾਰ ਵੀਡੀਓ ਨੂੰ ਪੌਜ਼ ਕਰੋ ਤੇ ਆਨਸਰ ਦੇਣ ਦੀ ਕੋਸ਼ਿਸ਼ ਕਰੋ ਕਿ ਕਿਹੜੇ ਬ੍ਰਿਟਿਸ਼ ਆਫੀਸਰਸ ਕਿਹੜੇ ਪਲੇਸ ਤੇ ਮੌਜੂਦ ਸੀਗੇ ਜਿੱਥੇ ਉਹਨਾਂ ਨੇ ਇਸ ਅੰਦੋਲਨ ਨੂੰ ਸਪਰੈਸ ਕੀਤਾ। ਝਾਂਸੀ ਦੀ ਜੇ ਮੈਂ ਗੱਲ ਕਰਾਂ ਤਾਂ ਉਰੇ ਹਿਊਜ ਰੋਜ਼ ਜਿਹੜੇ ਸੀਗੇ ਉਹ ਐਕਟਿਵ ਸੀਗੇ। ਹਿਊਜ ਰੋਜ਼ ਜਿਹੜੇ ਸੀਗੇ ਉਹ ਝਾਂਸੀ ਦੇ ਵਿੱਚ ਐਕਟਿਵ ਸੀਗੇ। ਫਿਰ ਆਪਾਂ ਗੱਲ ਕਰੀਏ ਦਿੱਲੀ ਦੀ ਆਪਾਂ ਗੱਲ ਕਰੀਏ ਨਿਕਲਸਨ ਤੇ ਹਡਸਨ। ਜੌਨ ਨਿਕਲਸਨ ਤੇ ਹਡਸਨ ਉਰੇ ਦਿੱਲੀ ਦੇ ਵਿੱਚ ਐਕਟਿਵ ਸੀਗੇ। ਤੇ ਇਹਦੇ ਨਾਲ ਨਾਲ ਲਖਨਊ ਦੀ ਮੈਂ ਗੱਲ ਕਰਾਂ ਤਾਂ ਕੋਲਿਨ ਕੈਂਪਬਲ ਲਖਨਊ ਦੇ ਵਿੱਚ ਐਕਟਿਵ ਸੀਗੇ। ਸੋ ਆਪਾਂ ਤਿੰਨਾਂ ਨੂੰ ਮੈਚ ਕਰੀਏ ਤਾਂ ਆਪਸ਼ਨ ਏ ਬਣਦਾ ਜੀ ਬਿਲਕੁਲ ਸਹੀ ਆਂਸਰ। ਆਪਸ਼ਨ ਏ ਇਜ਼ ਦੀ ਰਾਈਟ ਆਂਸਰ, ਰਾਈਟ। ਫੈਕਚੁਅਲ ਸਵਾਲ ਸੀਗਾ ਪਰ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਪਤਾ ਹੋਣਾ ਚਾਹੀਦਾ। ਨੈਕਸਟ, ਹਾਂਜੀ which prominent leader of 1857 revolt was captured by British in April 1859 due to the betrayal of a trusted friend Raja Man Singh and subsequently hanged। ਦੇਖੋ ਇਤਿਹਾਸ ਜਦੋਂ ਪੜ੍ਹਦੇ ਆ ਨਾ ਤਾਂ ਬਹੁਤ ਸਾਰੇ ਆਪਾਂ ਨੂੰ ਅਜਿਹੀ ਘਟਨਾਵਾਂ ਜਾਂ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਕਿ ਜਿਨ੍ਹਾਂ ਨੂੰ ਦੇਖ ਕੇ ਬੜਾ ਮਨ ਉਦਾਸ ਵੀ ਹੋ ਜਾਂਦਾ। ਉਹਨਾਂ ਚੋਂ ਇੱਕ ਕਹਾਣੀ ਸੀਗੀ ਇਹ। ਜਿਹੜੇ ਲੀਡਰ ਦੀ ਗੱਲ ਕਰ ਰਹੇ, ਪਰਸਨੈਲਿਟੀ ਦੀ ਗੱਲ ਕਰ ਰਹੇ, ਉਹ ਹੈਗੇ, ਮੈਂ ਗੱਲ ਕਰਦਾ ਮੈਂ ਤਾਤਿਆ ਟੋਪੇ ਦੀ ਗੱਲ ਕਰ ਰਿਹਾ। ਇਹਨਾਂ ਨੇ ਪਹਿਲਾਂ ਨਾਨਾ ਸਾਹਿਬ ਦਾ ਸਾਥ ਦਿੱਤਾ। ਜਦੋਂ ਨਾਨਾ ਸਾਹਿਬ ਵਾਲਾ ਅਰੈਸਟ ਹੋ ਗਏ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਫਿਰ ਰਾਣੀ ਝਾਂਸੀ ਦਾ ਸਾਥ ਦੇਣਾ ਸ਼ੁਰੂ ਕੀਤਾ ਐਂਡ ਹੀ ਵਾਸ ਲੀਡਿੰਗ ਹਿਸ ਫੋਰਸਿਸ। ਤੇ ਇਵੈਂਚੁਅਲੀ ਅਗੇਨ ਬ੍ਰਿਟਿਸ਼ਰਸ ਕਿਉਂਕਿ ਜ਼ਿਆਦਾ ਨੰਬਰ ਦੇ ਵਿੱਚ ਸੀਗੇ, ਦੇ ਹੈਡ ਬੈਟਰ ਆਰਗੇਨਾਈਜੇਸ਼ਨਲ ਸਕਿੱਲਸ, ਤਾਂ ਹੌਲੀ ਇਹਨਾਂ ਨੂੰ ਪਤਾ ਸੀਗਾ ਇਹਨਾਂ ਦੀ ਡਿਫੀਟ ਹੋਣਾ ਸ਼ੁਰੂ ਹੋ ਚੁੱਕੀ ਸੀਗੀ। ਸੋ ਹੀ escaped into ਜੰਗਲਸ ਕਿ ਮੈਂ ਜੰਗਲਾਂ ਤੋਂ ਜਾ ਕੇ ਆਪਣਾ ਅੰਦੋਲਨ ਕੰਟੀਨਿਊ ਕਰਕੇ ਰੱਖੂੰਗਾ। ਤੇ ਉੱਥੇ ਜੰਗਲ ਜਾ ਕੇ ਇਹਨਾਂ ਨੇ ਆਪਣੇ ਇੱਕ ਟਰਸਟਡ ਇੱਕ ਦੋਸਤ ਸੀਗਾ ਇਹਨਾਂ ਦਾ, ਉਸ ਤੋਂ ਇਹਨਾਂ ਨੇ ਆਪਣੀ ਰਹਿਣ ਵਾਸਤੇ ਜਗ੍ਹਾ ਮੰਗ ਲਈ ਕਿ ਮੈਂ ਉਰੇ ਰਹਿ ਜਾਣਾ, ਥੋੜੀ ਠਹਿਰ ਜਾਣਾ, ਉਸ ਤੋਂ ਬਾਅਦ ਮੈਂ ਆਪਣਾ ਅੰਦੋਲਨ ਕੈਰੀ ਫਾਰਵਰਡ ਰੱਖੂੰਗਾ। ਤਾਂ ਉਹ ਦੋਸਤ ਜਿਹੜਾ ਸੀਗਾ ਉਹ ਸੀਗਾ ਰਾਜਾ ਮਾਨ ਸਿੰਘ। ਪਰ ਰਾਜਾ ਮਾਨ ਸਿੰਘ ਨੇ ਇਹਨਾਂ ਦੀ ਲੋਕੇਸ਼ਨ ਦੀ ਜਿਹੜੀ ਜਾਣਕਾਰੀ ਸੀਗੀ ਉਹ ਬ੍ਰਿਟਿਸ਼ ਫੋਰਸ ਨੂੰ ਦੇਤੀ ਤੇ ਇਵੈਂਚੁਅਲੀ ਤਾਤਿਆ ਟੋਪੇ ਵਾਸ ਕੈਪਚਰਡ ਐਂਡ ਹੀ ਵਾਸ ਹੈਂਗਡ। ਸੋ ਸੀ ਇਜ਼ ਦੀ ਰਾਈਟ ਆਂਸਰ ਬੇਟਾ।
नेक्स्ट द फेमस मैकॉलेस मिनट, हाँ जी, द फेमस मैकॉलेस मिनट ऑफ 1835 settled the Orientalist Anglicist controversy by firmly advocating for which educational policy। ਜਦੋਂ ਆਪਾਂ ਮਿੰਟ ਦੀ ਗੱਲ ਕਰਦੇ ਹਾਂ, ਮਿੰਟ ਦੀ ਗੱਲ ਕਰਦੇ ਹਾਂ, ਤੁਸੀਂ ਜਦੋਂ ਅਫਸਰ ਬਣ ਜਾਓਗੇ, ਤੁਹਾਡੀ ਕਿਸੇ ਸੀਨੀਅਰ ਆਪਣੇ ਆਫਿਸਰ ਨਾਲ ਮੀਟਿੰਗ ਹੋ ਰਹੀ ਹੈ ਜਾਂ ਤੁਸੀਂ ਵੈਸੇ ਵੀ ਆਪਣੇ ਆਫਿਸ ਮੀਟਿੰਗ ਕਰ ਰਹੇ ਹੋ, ਤਾਂ ਜੇ ਆਫੀਸ਼ੀਅਲ ਮੀਟਿੰਗ ਹੈ, ਤੁਸੀਂ ਉਹਦੇ ਵਿੱਚ ਕੀ ਡਿਸਕਸ਼ਨ ਹੋਈ ਹੈ ਉਹਨੂੰ ਨਾ ਜੇ ਤੁਸੀਂ ਪ੍ਰਿੰਟ ਕਰੋਗੇ, ਉਹਨੂੰ ਟਾਈਪ ਕਰਵਾਓਗੇ, ਤਾਂ ਉਹਨੂੰ ਆਪਾਂ ਕਵਰ ਕਰਾਂਗੇ ਅੰਡਰ ਦ ਸੈਕਸ਼ਨ ਆਫ ਮਿੰਟਸ ਆਫ ਮੀਟਿੰਗ ਕਿ ਇਸ ਮੀਟਿੰਗ ਦੇ ਵਿੱਚ ਹੋਇਆ ਕੀ ਹੈ, ਕਿਹੜੀ ਕਿਹੜੀ ਗੱਲਾਂ ਤੇ ਗੱਲ ਹੋਈ ਹੈ ਤੇ ਕਿਹੜੇ ਕਿਹੜੇ ਮੁੱਦੇ ਤੇ ਆਪਣੀ ਸਹਿਮਤੀ ਬਣੀ ਹੈ, ਅਸਹਿਮਤੀ ਬਣੀ ਹੈ, ਉਹ ਸਾਰੇ ਨੂੰ ਆਪਾਂ ਮਿੰਟਸ ਆਫ ਮੀਟਿੰਗ ਦੇ ਵਿੱਚ ਕਵਰ ਕਰਦੇ ਹਾਂ। ਤਾਂ ਲਾਰਡ ਮੈਕੌਲੇ ਦੇ ਕੇਸ 'ਚ ਆਪਾਂ ਜਦੋਂ ਮਿੰਟਸ ਦੀ ਗੱਲ ਕਰਦੇ ਹਾਂ ਤਾਂ ਉਰੇ 1835 ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਹਦੀ ਗੱਲ ਕਰਦੇ ਹਾਂ। ਤੇ ਮੈਕੌਲੇ ਨੂੰ ਜਦੋਂ ਵੀ ਆਪਾਂ, ਮੈਕੌਲੇ ਨਾਮ ਤੁਸੀਂ ਸੁਣਿਆ ਹੋਊਗਾ, ਮੈਕੌਲੇ ਨੂੰ ਜਦੋਂ ਵੀ ਆਪਾਂ ਯਾਦ ਕਰਦੇ ਹਾਂ ਤਾਂ ਆਪਾਂ ਐਜੂਕੇਸ਼ਨ ਦੇ ਪਰਸਪੈਕਟਿਵ ਨਾਲ ਯਾਦ ਕਰਦੇ ਹਾਂ। ਮੈਕੌਲੇ ਜਦੋਂ ਮੈਂ ਆਪਣੇ ਟਾਈਮ ਤੇ ਪੜ੍ਹਦਾ ਹੁੰਦਾ ਸੀਗਾ, ਸਾਨੂੰ ਤਾਂ ਕਈ ਵਾਰੀ ਜਦੋਂ ਅਸੀਂ ਇੰਗਲਿਸ਼ ਬੋਲਣ ਲੱਗਦੇ ਸੀਗੇ, ਕੋਈ ਨਾ ਕੋਈ ਸਾਡੇ ਕਦੇ ਪੰਜਾਬੀ ਦੇ ਟੀਚਰ ਜਾਂ ਸਾਡੇ ਹਿੰਦੀ ਦੇ ਟੀਚਰ ਸਾਨੂੰ ਕਹਿੰਦੇ ਮੈਕਾਲੇ ਦੀ ਔਲਾਦ ਨਹੀਂ ਬਣਨਾ ਹੈਗਾ, ਪੰਜਾਬੀ ਭਾਸ਼ਾ ਵੀ ਸਿੱਖ ਲਓ, ਹਿੰਦੀ ਭਾਸ਼ਾ ਵੀ ਸਿੱਖ ਲਓ। ਤਾਂ ਉਦੋਂ ਸਾਨੂੰ ਸਮਝ ਨਹੀਂ ਆਉਂਦੀ ਸੀਗੀ, ਪਰ ਹੁਣ ਸਾਨੂੰ ਸਮਝ ਆਉਂਦਾ ਜਦੋਂ ਆਪਾਂ ਮਾਡਰਨ ਹਿਸਟਰੀ ਪੜ੍ਹਦੇ ਹਾਂ ਕਿ ਉਹ ਕਿਉਂ ਕਹਿੰਦੇ ਸੀਗੇ ਸਾਨੂੰ। ਦੇਖੋ, ਇੱਕ ਡਿਬੇਟ ਚੱਲ ਰਹੀ ਸੀ ਦੋਸਤੋ, ਉਸ ਡਿਬੇਟ ਨੂੰ ਆਪਾਂ ਕਹਿੰਦੇ ਆ ਐਂਗਲਿਸਿਸਟ ਤੇ ਓਰੀਐਂਟਲਿਸਟ ਕੰਟਰੋਵਰਸੀ। ਐਂਗਲਿਸਿਸਟ ਤੇ ਓਰੀਐਂਟਲਿਸਟ ਕੰਟਰੋਵਰਸੀ ਡਿਬੇਟ ਸੀਗੀ ਇੱਕ। ਉਸ ਡਿਬੇਟ ਦਾ ਜੋ ਮੂਲ ਆਧਾਰ ਸੀਗਾ ਉਹ ਇਹ ਸੀਗਾ ਕਿ ਇੰਡੀਆ ਦੇ ਵਿੱਚ ਜੇ ਆਪਾਂ ਰਾਜ ਕਰਨਾ ਹੈ, ਬ੍ਰਿਟਿਸ਼ਰਸ ਦੇ ਨੇ ਜੇ ਰਾਜ ਕਰਨਾ ਇੰਡੀਆ ਦੇ ਵਿੱਚ, ਤਾਂ ਦੇ ਨੀਡ ਇੰਡੀਅਨ ਮੈਨ ਐਂਡ ਵੂਮੈਨ ਜੋ ਕਿ ਬ੍ਰਿਟਿਸ਼ਰਸ ਲਈ ਕੰਮ ਕਰ ਸਕਦੇ। ਬਿਨਾਂ ਉਸ ਤੋਂ ਐਡਮਿਨਿਸਟ੍ਰੇਸ਼ਨ ਨਹੀਂ ਚੱਲ ਸਕਦੀ। ਜੇ ਤੁਸੀਂ ਬ੍ਰਿਟਿਸ਼ਰਸ ਨੂੰ ਹੀ ਉੱਥੋਂ ਲੈ ਕੇ ਆਓਗੇ ਇੰਡੀਆ ਵਰਗੇ ਐਡੇ ਵੱਡੇ ਕੰਟਰੀ ਵਾਸਤੇ, ਤੁਹਾਡੇ ਕੋਲ ਪਾਪੂਲੇਸ਼ਨ ਇੰਨੀ ਨਹੀਂ ਹੈਗੀ ਕਿ ਤੁਸੀਂ ਇੰਡੀਆ ਦੇ ਵਿੱਚ ਆ ਕੇ ਸਾਰਿਆਂ ਨੂੰ ਰੁਕਾ ਸਕਦੇ ਹੋ, ਤੇ ਫਿਰ ਤੁਸੀਂ ਪੂਰੇ ਇੰਡੀਆ ਤੇ ਰਾਜ ਵੀ ਕਰ ਲਓਗੇ। ਤਾਂ ਯੂ ਨੀਡ ਲਾਈਕ ਇੰਡੀਅਨ ਮੈਨ ਐਂਡ ਵੂਮੈਨ। ਤਾਂ ਉਹਨਾਂ ਨੂੰ ਐਜੂਕੇਟ ਵੀ ਕਰਨਾ ਹੈ। ਤੇ ਫਿਰ ਡਿਬੇਟ ਚੱਲ ਪਈ, ਤਾਂ ਫਿਰ ਕਿਹੜੇ ਭਾਸ਼ਾ ਵਿੱਚ ਕਰਨਾ ਹੈ, ਇੰਗਲਿਸ਼ ਵਿੱਚ ਕਰਨਾ ਹੈ ਜਾਂ ਫਿਰ ਓਰੀਐਂਟਲਿਸਟ ਜਾਂ ਫਿਰ ਲੋਕਲ ਭਾਸ਼ਾਵਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਪੜ੍ਹਾਈ ਕਰਵਾਉਣੀ ਹੈ। ਫਿਰ ਡਿਬੇਟ ਚੱਲ ਪਈ ਭਾਈ ਕਿ ਹੁਣ ਇਹਨਾਂ ਨੂੰ ਫਿਰ ਸਬਜੈਕਟ ਕਿਹੜੇ ਪੜ੍ਹਾਣੇ ਆ। ਇੱਕ ਧੜਾ ਕਹਿੰਦਾ ਸੀਗਾ ਕਿ ਤੁਸੀਂ ਇਹਨਾਂ ਨੂੰ ਵੈਸਟਰਨ ਸਾਇੰਸਿਸ ਪੜ੍ਹਾਓ, ਤੁਸੀਂ ਇਹਨਾਂ ਨੂੰ ਵੈਸਟਰਨ ਸਾਇੰਸਿਸ ਪੜ੍ਹਾਓ, ਫਿਜ਼ਿਕਸ ਪੜ੍ਹਾਓ, ਕੈਮਿਸਟਰੀ ਪੜ੍ਹਾਓ, ਇਹ ਸਾਰੀ ਚੀਜ਼ਾਂ ਪੜ੍ਹਾਓ। ਦੂਜਾ ਧੜਾ ਕਹਿੰਦਾ ਸੀਗਾ ਕਿ ਨਹੀਂ, ਜੋ ਉਰੇ ਦੇ ਲੋਕਾਂ ਦੀ ਟ੍ਰੈਡੀਸ਼ਨਲ ਲਰਨਿੰਗ ਹੈਗੀ ਹੈ, ਰਿਲੀਜੀਅਸ ਲਰਨਿੰਗ ਹੈਗੀ ਹੈ, ਉਹਨਾਂ ਨੂੰ ਉਹ ਕਰਾਓ, ਤੁਸੀਂ ਵੋਕੇਸ਼ਨਲ ਟ੍ਰੇਨਿੰਗ ਦਿਓ ਉਹਨਾਂ ਨੂੰ। ਤਾਂ ਇਹ ਡਿਬੇਟ ਚੱਲਦੀ ਰਹੀ ਸੀਗੀ। ਇਹਨੂੰ 1835 ਦੇ ਵਿੱਚ ਸੈਟਲ ਕੀਤਾ ਗਿਆ ਸੀਗਾ, ਤੇ ਉਹ ਸੈਟਲਮੈਂਟ ਜਿਹੜੀ ਹੋਈ ਹੈ ਉਹਨੂੰ ਆਪਾਂ ਫੇਮਸ ਮੈਕੌਲੇਸ ਮਿਨਟ 1835 ਦੇ ਤੌਰ ਤੇ ਜਾਣਦੇ ਹਾਂ। ਤੇ ਜਿਹੜੀ ਇਹ ਸੈਟਲ ਹੋਈ ਡਿਬੇਟ, ਇਸ ਡਿਬੇਟ ਦੇ ਸੈਟਲਮੈਂਟ ਦਾ ਜੋ ਨਤੀਜਾ ਨਿਕਲਿਆ ਹੋਇਆ ਸੀਗਾ ਕਿ ਹੁਣ ਆਪਾਂ ਵੈਸਟਰਨ ਐਜੂਕੇਸ਼ਨ ਨੂੰ ਪ੍ਰਮੋਟ ਕਰਾਂਗੇ ਇੰਡੀਆ ਦੇ ਵਿੱਚ, ਤੇ ਮੀਡੀਅਮ ਵੀ ਰੱਖਿਆ ਗਿਆ ਕਿ ਆਪਾਂ ਇੰਗਲਿਸ਼ ਲੈਂਗੁਏਜ ਦੇ ਥਰੂ ਹੀ ਪ੍ਰਮੋਟ ਕਰਨ ਵਾਲੇ ਹਾਂ। ਇੰਗਲਿਸ਼ ਲੈਂਗੁਏਜ ਨੂੰ ਤਵੱਜੋ ਦਿੱਤੀ ਗਈ ਉਰੇ। ਤਾਂ ਡੀ ਇਜ਼ ਦੀ ਰਾਈਟ ਆਨਸਰ। ਇਸ ਲਈ ਜਦੋਂ ਅਸੀਂ ਪੰਜਾਬੀ ਦੇ ਲੈਕਚਰ ਵਿੱਚ, ਪੰਜਾਬੀ ਦੇ ਪੀਰੀਅਡ ਵਿੱਚ ਇੰਗਲਿਸ਼ ਬੋਲਦੇ ਹੁੰਦੇ ਸੀਗੇ, ਤਾਂ ਸਾਡੀ ਮੈਡਮ ਕੀ ਕਹਿੰਦੀ ਸੀ ਕਿ ਮਕਾਲੇ ਦੀ ਔਲਾਦ ਨਹੀਂ ਬਣਨਾ, ਪੰਜਾਬੀ ਭਾਸ਼ਾ, ਹਿੰਦੀ ਭਾਸ਼ਾ ਜਿਹੜੀ ਤੁਹਾਡੀ ਮਾਂ ਬੋਲੀਆਂ ਨੇ ਉਹਨਾਂ ਨੂੰ ਵੀ ਤਵੱਜੋ ਦਿਓ। ਤਾਂ ਉਰੇ ਉਹਨਾਂ ਨੂੰ ਨਹੀਂ ਤਵੱਜੋ ਮਿਲ ਰਹੀ ਸੀਗੀ। ਡੀ ਇਜ਼ ਦੀ ਰਾਈਟ ਆਨਸਰ, ਵੈਸਟਰਨ ਐਜੂਕੇਸ਼ਨ। ਰਾਈਟ, ਚਲੋ ਨੈਕਸਟ ਅਗਲਾ ਆ ਗਿਆ ਜੀ ਵੁਡਸ ਡਿਸਪੈਚ, ਅਗੇਨ ਰਿਲੇਟਡ ਟੂ ਦ ਐਜੂਕੇਸ਼ਨ ਪਾਰਟ। Wood's dispatch of 1854 is widely remembered in Indian history as what? Wood's dispatch 1854 ਇਹ ਵੀ ਐਜੂਕੇਸ਼ਨ ਦੇ ਨਾਲ ਲਿੰਕ ਹੋ ਰਿਹਾ ਜੀ। Wood's dispatch ਦੇ ਵਿੱਚ ਕੀ ਹੋਇਆ ਸੀਗਾ? Wood's dispatch ਨੂੰ ਆਪਾਂ ਨਾਮ ਜਿਸ ਚੀਜ਼ ਨਾਲ ਜਾਣਦੇ ਆ ਆਪਾਂ ਕਹਿੰਦੇ ਆ ਇਹਨੂੰ ਮੈਗਨਾ ਕਾਰਟਾ। ਮੈਗਨਾ ਕਾਰਟਾ ਕਿਉਂਕਿ ਬਹੁਤ ਵੱਡਾ ਇਵੈਂਟ ਹੋਇਆ ਇਹ। ਇਹਨੇ ਇੰਡੀਆ ਦੇ ਵਿੱਚ ਐਜੂਕੇਸ਼ਨ ਸਿਸਟਮ ਕਿਸ ਤਰੀਕੇ ਨਾਲ ਚੱਲੂਗਾ ਉਹਦੇ ਟੀਅਰਸ ਬਣਾਤੇ ਕਿ ਵੋਕੇਸ਼ਨਲ ਐਜੂਕੇਸ਼ਨ ਵੀ ਜ਼ਰੂਰੀ ਹੈ ਉਰੇ ਲੋਕਲ ਲੈਂਗੁਏਜਸ ਜਿਹੜੀ ਹੈਗੀ ਹੈ ਉਹਨਾਂ ਤੇ ਫੋਕਸ ਕਰਨਾ ਵੀ ਜ਼ਰੂਰੀ ਹੈ, ਜੋ ਕਿ ਮੈਕੌਲੇ ਨੇ ਬਿਲਕੁਲ ਰਿਜੈਕਟ ਕਰ ਦਿੱਤਾ ਸੀਗਾ। ਇਹਨਾਂ ਨੇ ਕਿਹਾ ਕਿ ਜਦੋਂ ਬੱਚਾ ਛੋਟਾ ਹੈ ਫਾਊਂਡੇਸ਼ਨਲ ਲਰਨਿੰਗ ਕਰਾਓ ਉਹਨੂੰ, ਤੇ ਉਹਦੀ ਲੋਕਲ ਭਾਸ਼ਾ ਵਿੱਚ ਕਰਾਓ। ਜਿਵੇਂ ਉੱਤੇ ਜਾਈ ਜਾਊਗਾ ਉਵੇਂ ਇੰਗਲਿਸ਼ ਨੂੰ ਇੰਟੀਗ੍ਰੇਟ ਕਰਨਾ ਸ਼ੁਰੂ ਕਰ ਦੋ। ਤੇ ਇਹਨਾਂ ਨੇ ਇਹ ਸਾਰੀ ਗੱਲਾਂ ਵੁਡਸ ਡਿਸਪੈਚ ਦੇ ਵਿੱਚ ਕਹੀ ਸੀਗੀ। So B is the right answer, Magna Carta of English education in India. Next है जी, which British Governor General of India passed the notorious Vernacular Press Act of 1878, often referred as the Gagging Act? Gagging Act भी कहने हैं
1878 ਦਾ ਐਕਟ ਹੈ ਜੀ ਵਰਨੈਕੂਲਰ ਪ੍ਰੈਸ ਐਕਟ। ਹੁਣ ਇਹ ਬੜਾ ਡਿਸਕ੍ਰਿਮੀਨੇਟਰੀ ਐਕਟ ਸੀਗਾ। ਜਿਵੇਂ ਪ੍ਰਿੰਟਿੰਗ ਦੀ ਸ਼ੁਰੂਆਤ ਹੋਣਾ ਸ਼ੁਰੂ ਹੋਈ ਤੇ ਉਹ ਪ੍ਰਿੰਟਿੰਗ ਨੂੰ ਫਿਰ ਇੰਡੀਅਨਸ ਨੇ ਆਪਣੇ ਬੈਨੀਫਿਟ ਲਈ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਇੰਡੀਅਨਸ ਨੇ ਇਹ ਆਈਡੀਆਜ਼ ਨੂੰ ਪ੍ਰੋਪਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਬ੍ਰਿਟਿਸ਼ਰਸ ਜੋ ਉਰੇ ਆ ਚੁੱਕੇ हैं they are not here for any civilizing mission, they are here for exploitation। ਉਹਦਾ ਰੀਅਲ ਨੇਚਰ ਲੋਕਾਂ ਨੇ ਪ੍ਰੈਸ ਦੇ ਥਰੂ ਦੱਸਣਾ ਸ਼ੁਰੂ ਕਰ ਦਿੱਤਾ ਬਾਕੀ ਇੰਡੀਅਨਸ ਨੂੰ। ਤਾਂ ਇਹ ਖਾਸ ਕਰਕੇ ਜਿਹੜੀ ਕ੍ਰਿਟਿਸਿਜ਼ਮ ਸੀਗੀ ਉਹ ਬੜੀ ਹਾਰਸ਼ ਹੁੰਦੀ ਸੀਗੀ ਜਦੋਂ ਵਰਨਾਕੂਲਰ ਜਿਹੜੇ ਲੈਂਗੁਏਜ ਦੇ ਵਿੱਚ ਆਪਣੇ ਨਿਊਜ਼ਪੇਪਰ ਆਉਂਦੇ ਸੀਗੇ, ਪ੍ਰਿੰਟ ਆਉਂਦਾ ਸੀ। ਵਰਨਾਕੂਲਰ ਮਤਲਬ ਜਿਹੜੀ ਲੋਕਲ ਭਾਸ਼ਾਵਾਂ ਹੁੰਦੀਆਂ, ਹਿੰਦੀ ਹੋ ਗਈ, ਪੰਜਾਬੀ ਹੋ ਗਈ, ਠੀਕ ਹੈ, ਜਾਂ ਫਾਰਸੀ ਹੋ ਗਈ, ਇਹ ਭਾਸ਼ਾਵਾਂ ਦੀ ਬੰਗਾਲੀ ਹੋ ਗਈ, ਇਹ ਭਾਸ਼ਾਵਾਂ ਵਰਨਾਕੂਲਰ ਮੀਡੀਅਮ ਦੇ ਵਿੱਚ ਆਉਂਦੀਆਂ। ਤਾਂ ਇਹਨਾਂ ਤੇ ਖਾਸ ਕਰਕੇ ਰਿਸਟ੍ਰਿਕਸ਼ਨਸ ਲਗਾਉਣੇ ਸ਼ੁਰੂ ਕਰ ਦਿੱਤੇ ਸੀਗੇ ਬ੍ਰਿਟਿਸ਼ ਸਰਕਾਰ ਨੇ, ਤੇ ਇੱਕ ਐਕਟ ਪਾਸ ਕੀਤਾ ਗਿਆ ਸੀਗਾ, ਉਹਨੂੰ ਆਪਾਂ ਕਹਿੰਦੇ ਵਰਨਾਕੂਲਰ ਪ੍ਰੈਸ ਐਕਟ 1878 ਦਾ। ਇਹ ਇੱਕ ਬਲੈਕ ਐਕਟ ਸੀਗਾ ਜੀ। ਇਹਦੇ ਤਹਿਤ ਕੀ ਸੀਗਾ ਕਿ ਜਿਹੜਾ ਇਨਕੁਆਇਰੀ ਆਫੀਸਰ ਹੈਗਾ ਉਹਦੇ ਕੋਲ ਪਾਵਰ ਹੈਗੀ ਹੈ ਟੂ ਕਨਫਿਸਕੇਟ ਦ ਮਸ਼ੀਨਰੀ ਆਫ ਦੈਟ ਪ੍ਰੈਸ। ਫਿਰ ਜੇ ਤੁਹਾਡੇ ਅਗੇਂਸਟ ਕੋਈ ਕਾਰਵਾਈ ਹੋਗੀ ਤਾਂ ਕੋਈ ਅਪੀਲ ਦਾ ਪ੍ਰੋਵੀਜ਼ਨ ਹੈ ਹੀ ਨਹੀਂ, ਯਾਨੀ ਕਿ ਜੋ ਉਸ ਅਫਸਰ ਨੇ ਲਿਖਤਾ ਉੱਥੇ ਉਹੀ ਫਾਈਨਲ ਹੈ, ਅਪੀਲ ਹੋ ਹੀ ਨਹੀਂ ਸਕਦੀ। ਬਿਨਾਂ ਅਪੀਲ ਤੋਂ ਇੱਕ ਕਾਨੂੰਨ ਬਣਾ ਦਿੱਤਾ ਗਿਆ ਸੀ। ਤਾਂ ਇਸ ਕਰਕੇ ਬਹੁਤ ਸਾਰੇ ਨਿਊਜ਼ਪੇਪਰਸ ਨੂੰ ਇਹਨਾਂ ਨੇ ਇਹਦੇ ਅੰਦਰ ਗੈਗ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਉਹਨਾਂ ਦੀ ਆਵਾਜ਼ ਨੂੰ ਸਾਇਲੈਂਸ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਰਾਈਟ। ਸੋ ਇਹ ਕੀਤਾ ਗਿਆ ਸੀਗਾ ਅੰਡਰ ਲਾਰਡ ਲਿਟਨ। ਲਾਰਡ ਲਿਟਨ ਵੈਰੀ ਨੋਟੋਰੀਅਸ ਗਵਰਨਰ ਜਨਰਲ ਓਵਰ ਹੇਅਰ। ਲਾਰਡ ਲਿਟਨ ਬਹੁਤ ਨੈਗੇਟਿਵ ਤਰੀਕੇ ਦੇ ਇਹਨਾਂ ਨੇ ਰੈਗੂਲੇਸ਼ਨਸ ਪਾਸ ਕੀਤੇ ਸੀਗੇ, ਰਾਈਟ। ਉਸ ਤੋਂ ਬਾਅਦ ਲਾਰਡ ਰਿਪਨ ਆਉਂਦੇ ਸੀ ਕਿ ਉਹਨਾਂ ਨੇ ਰਿਪੀਲ ਕੀਤੀ ਕਾਫੀ ਸਾਰੀ ਚੀਜ਼ਾਂ। ਕਲੀਅਰ ਹੈ ਜੀ। ਤਾਂ ਉਰੇ ਵਰਨਾਕੂਲਰ ਪ੍ਰੈਸ ਐਕਟ ਦੇ ਨਾਲ ਇੱਕ ਹੋਰ ਨਿਊਜ਼ਪੇਪਰ ਵੀ ਜੁੜਿਆ ਹੁੰਦਾ ਹੈ, ਉਹਦਾ ਨਾਮ ਹੈ ਅੰਮ੍ਰਿਤਾ ਬਾਜ਼ਾਰ ਪੱਤਰਿਕਾ। ਉਸ ਤੇ ਵੀ ਕੁਐਸਚਨ ਹੈਗਾ, ਜਦੋਂ ਉਸ ਤੇ ਆਓਗੇ ਆਪਾਂ ਉਦੋਂ ਕਵਰ ਕਰਾਂਗੇ, ਰਾਈਟ। ਆ ਹੀ ਗਿਆ ਅਗਲਾ ਕੁਐਸਚਨ, ਹੀ ਆ ਗਿਆ। ਹਾਂਜੀ, ਵਿਚ ਫੇਮਸ ਵਰਨਾਕੂਲਰ ਨਿਊਜ਼ਪੇਪਰ ਓਵਰਨਾਈਟ ਕਨਵਰਟਡ ਇਟਸੈਲਫ ਕੰਪਲੀਟਲੀ ਇਨਟੂ ਇੰਗਲਿਸ਼ ਲੈਂਗੁਏਜ ਵੀਕਲੀ ਟੂ escape the harsh penalties of vernacular press act of 1878। पहला है जी सोम प्रकाश, दूजा अमृता बाजार पत्रिका, फिर रस्त गुफ्तार, फिर सोम प्रकाश। हुण ए आंसर है जी अमृता बाजार पत्रिका। अमृता बाजार पत्रिका ਇਹ ਵਰਨਾਕੂਲਰ ਨਿਊਜ਼ਪੇਪਰ ਹੁੰਦਾ ਸੀਗਾ। ਸ਼ਸ਼ੀਰ ਕੁਮਾਰ ਘੋਸ਼ ਜੀ ਨੇ ਇਹਨੂੰ ਸ਼ੁਰੂ ਕੀਤਾ ਹੋਇਆ ਸੀਗਾ। ਤਾਂ ਇਹ ਵਰਨਾਕੂਲਰ ਨਿਊਜ਼ਪੇਪਰ ਸੀਗਾ। ਓਵਰਨਾਈਟ ਰਾਤੋਂ ਰਾਤ ਇਹ ਇੰਗਲਿਸ਼ ਕਨਵਰਟ ਹੋ ਗਿਆ, ਤੇ ਵਰਨਾਕੂਲਰ ਪ੍ਰੈਸ ਐਕਟ ਜਿਹੜਾ ਸੀਗਾ ਉਹ ਕਿਹਦੇ ਤੇ ਲੱਗਿਆ ਸੀਗਾ? ਉਹ ਤਾਂ ਜਿਹੜੇ ਲੋਕਲ ਲੈਂਗੁਏਜ ਦੇ ਵਿੱਚ ਨਿਊਜ਼ਪੇਪਰ ਆਉਂਦੇ ਸੀ ਉਹਨਾਂ ਤੇ ਲੱਗਿਆ ਹੋਇਆ ਸੀਗਾ। ਤਾਂ ਇਹ ਬਾਹਰ ਕ੍ਰਿਟਿਸਿਜ਼ਮ ਇਹਨਾਂ ਨੇ ਚਾਲੂ ਰੱਖਿਆ, ਪਰ ਇੰਗਲਿਸ਼ ਲੈਂਗੁਏਜ ਕਰਨਾ ਸ਼ੁਰੂ ਕਰ ਦਿੱਤਾ, ਰਾਈਟ। ਤਾਂ ਇੱਥੇ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਅੰਮ੍ਰਿਤਾ ਬਾਜ਼ਾਰ ਪੱਤਰਿਕਾ ਇਜ਼ ਦੀ ਰਾਈਟ ਆਂਸਰ। ਨੈਕਸਟ, who among the following repealed the vernacular press act 1882, right? In 1882 restoring the freedom of Indian language press। ਕਿਹਨਾਂ ਨੇ ਰਿਪੀਲ ਕੀਤਾ ਇਹਨੂੰ? ਰਿਪੀਲ ਕਿਹਨੇ ਕੀਤਾ? ਲਾਰਡ ਰਿਪਨ ਨੇ। ਲਾਰਡ ਰਿਪਨ ਨੇ ਇਹਨੂੰ ਰਿਪੀਲ ਕੀਤਾ 1882 ਦੇ ਵਿੱਚ, ਰਾਈਟ। ਇਹਨੂੰ ਯਾਦ ਰੱਖਿਓ। ਨੈਕਸਟ ਹੈ ਜੀ ਦ ਵੀਕਲੀ ਜਰਨਲ। ਹਾਂਜੀ, ਮਿਰਾਤ ਉਲ ਅਕਬਰ। ਮਿਰਾਤ ਉਲ ਅਕਬਰ ਕਿਹਨਾਂ ਨੇ ਛਾਪਣਾ ਸ਼ੁਰੂ ਕੀਤਾ ਸੀਗਾ? ਪਹਿਲੀ ਗੱਲ ਤਾਂ ਪਤਾ ਹੋਣਾ ਚਾਹੀਦਾ, ਮਿਰਾਤ ਉਲ ਅਕਬਰ ਤੇ ਉਹ ਪਰਸ਼ੀਅਨ ਨਿਊਜ਼ਪੇਪਰ ਸੀਗਾ, ਪਰਸ਼ੀਅਨ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀਗਾ। ਤੇ ਕਿਹਨੇ ਛਾਪਣਾ ਸ਼ੁਰੂ ਕੀਤਾ ਸੀਗਾ? ਦੀ ਆਂਸਰ ਇਜ਼ ਰਾਜਾ ਰਾਮ ਮੋਹਨ ਰਾਏ। ਰਾਜਾ ਰਾਮ ਮੋਹਨ ਰਾਏ, ਬੀ ਇਜ਼ ਦੀ ਰਾਈਟ ਆਂਸਰ। ਮਿਰਾਤ ਉਲ ਅਕਬਰ ਯਾਦ ਰੱਖਿਓ, 3 ਫੈਕਟਸ ਨੇ। ਮਿਰਾਤ ਉਲ ਅਕਬਰ, ਫਿਰ ਪਰਸ਼ੀਅਨ ਲੈਂਗੁਏਜ, ਤੇ ਤੀਜਾ ਕਿਹੜਾ ਜੀ? ਤੀਜਾ ਹੈਗਾ ਰਾਜਾ ਰਾਮ ਮੋਹਨ ਰਾਏ। ਬ੍ਰਹਮੋ ਸਮਾਜ ਜਿਨ੍ਹਾਂ ਨੇ ਬਣਾਇਆ ਸੀਗਾ ਉਹਨਾਂ ਦਾ ਹੀ ਮਿਰਾਤ ਉਲ ਅਕਬਰ ਅਖਬਾਰ ਵੀ ਦੇਖਣ ਨੂੰ ਮਿਲਦਾ ਹੈ। ਨੈਕਸਟ, ਦ ਫੇਮਸ ਨੈਸ਼ਨਲਿਸਟ ਨਿਊਜ਼ਪੇਪਰ ਕੇਸਰੀ। ਹਾਂਜੀ, ਕੇਸਰੀ ਕਹਿੰਦੇ ਕਿਹੜੀ ਭਾਸ਼ਾ ਦੇ ਵਿੱਚ ਪਬਲਿਸ਼ ਹੁੰਦਾ ਸੀਗਾ? ਪਹਿਲਾ ਮਰਾਠੀ, ਦੂਜਾ ਗੁਜਰਾਤੀ, ਤੀਜਾ ਹਿੰਦੀ, ਚੌਥਾ ਇੰਗਲਿਸ਼। ਕੇਸਰੀ ਮਰਾਠੀ ਭਾਸ਼ਾ ਦੇ ਵਿੱਚ ਪਬਲਿਸ਼ ਹੁੰਦਾ ਸੀਗਾ ਜੀ। ਇਹ ਇਜ਼ ਦੀ ਰਾਈਟ ਆਂਸਰ, ਮਰਾਠੀ। ਤੇ ਇਹ ਕੌਣ ਪਬਲਿਸ਼ਰ ਸੀਗੇ? ਇਹਦੇ ਕੌਣ ਨੋਟੇਬਲ ਪਰਸਨੈਲਿਟੀ ਸੀਗੇ? ਤਿਲਕ ਸਾਹਿਬ, ਬਾਲ ਗੰਗਾਧਰ ਤਿਲਕ, ਉਹ ਜੁੜੇ ਹੋਏ ਹੈ ਕੇਸਰੀ ਦੇ ਨਾਲ। ਤੇ ਕੇਸਰੀ ਮਰਾਠੀ ਲੈਂਗੁਏਜ ਦੇ ਵਿੱਚ ਪਬਲਿਸ਼ ਹੋਣ ਵਾਲਾ ਨਿਊਜ਼ਪੇਪਰ ਸੀਗਾ। Who among the following founded the influential journal Al Hilal? Al Hilal ਕਿਹਨੇ ਪਬਲਿਸ਼ ਕੀਤਾ ਜੀ? ਜਾਂ ਲਾਈਕ who was the founding
was the following ਜਿਨ੍ਹਾਂ ਨੇ ਫਾਊਂਡ ਕੀਤਾ, ਜਿਨ੍ਹਾਂ ਨੇ ਇਹਨੂੰ ਸ਼ੁਰੂਆਤ ਕੀਤੀ, ਕੌਣ ਸੀਗੇ ਉਹ? ਖਾਨ ਅਬਦੁਲ ਗਫਾਰ ਖਾਨ, ਫਿਰ ਮੁਹੰਮਦ ਅਲੀ ਜਿਨਾ, ਫਿਰ ਸ਼ੌਕਤ ਅਲੀ, ਫਿਰ ਮੌਲਾਨਾ ਅਬੁਲ ਕਲਾਮ ਆਜ਼ਾਦ। ਅਬੁਲ ਕਲਾਮ ਆਜ਼ਾਦ ਇਜ਼ ਦ ਰਾਈਟ ਆਂਸਰ, ਸੀ ਇਜ਼ ਦ ਰਾਈਟ ਆਂਸਰ। ਕੀ ਕੀਤਾ ਇਹਨਾਂ ਨੇ ਇਸ ਨਿਊਜ਼ਪੇਪਰ ਦੇ ਥਰੂ? ਇੰਡੀਅਨ ਮੁਸਲਿਮਸ ਦੇ ਅੰਦਰ ਐਂਟੀ ਇੰਪੀਰੀਅਲਿਸਟ ਜਿਹੜੀ ਭਾਵਨਾਵਾਂ ਹੁੰਦੀਆਂ ਅਗੇਂਸਟ ਬ੍ਰਿਟਿਸ਼ ਗਵਰਨਮੈਂਟ, ਐਂਟੀ ਕਲੋਨੀਅਲਿਸਟ ਭਾਵਨਾਵਾਂ ਜਗਾਉਣੀਆਂ ਸ਼ੁਰੂ ਕਰ ਦਿੱਤੀਆਂ, ਰਾਈਟ? ਸੋ ਸੀ ਇਜ਼ ਦ ਰਾਈਟ ਆਂਸਰ। ਦੈਨ ਦ ਅਕਾਲੀ ਮੂਵਮੈਂਟ। ਹੁਣ ਆਪਾਂ ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟ ਦੀ ਗੱਲ ਕਰਦੇ ਹਾਂ ਤਾਂ ਉਹ ਪੰਜਾਬ ਦੇ ਨਾਲ ਲਿੰਕ ਕਰਕੇ ਕਵਰ ਕਰਦੇ ਹਾਂ। ਅਕਾਲੀ ਮੂਵਮੈਂਟ ਆਫ 1920s, ਅਕਾਲੀ ਮੂਵਮੈਂਟ ਆਫ 1920s, ਇਹਦੀ ਗੱਲ ਕਰੀਏ ਜੇ ਆਪਾਂ ਤੇ ਇਹਦੇ ਏਮ ਦੀ ਗੱਲ ਹੋ ਰਹੀ ਹੈ ਕਿ ਇਹਦਾ ਏਮ ਕੀ ਸੀਗਾ। ਅਕਾਲੀ ਮੂਵਮੈਂਟ ਦੀ ਗੱਲ ਕਰੀਏ ਤਾਂ ਇੱਕ ਕਹਾਣੀ ਮੈਂ ਥੋੜੀ ਅੱਗੇ ਲੈ ਕੇ ਜਾਣਾ। 1700s ਦੇ ਬਿਲਕੁਲ ਸ਼ੁਰੂਆਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿਹੜਾ ਪੰਜਾਬ ਦਾ ਰਾਜ ਸੀਗਾ ਉਹ ਚਲਿਆ ਗਿਆ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਕੋਲ। ਕੁਝ ਟਾਈਮ ਬੰਦਾ ਸਿੰਘ ਬਹਾਦਰ ਕੋਲ ਰਿਹਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਇੱਕ ਖਲਾ ਦੇਖਣ ਨੂੰ ਮਿਲਦਾ ਤੇ ਬਹੁਤ ਸਾਰੇ ਇਨਵੇਡਰ ਵੀ ਆਏ, ਜਿਵੇਂ ਕਿ ਨਾਦਰ ਸ਼ਾਹ ਆਇਆ 1739 ਦੇ ਵਿੱਚ ਆਇਆ, ਇਨਵੇਡ ਕੀਤਾ। ਫਿਰ ਰੈਕਰੈਂਟ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਘੱਲੂਘਾਰੇ ਵੀ ਹੋਏ। ਪੰਜਾਬ ਦੇ ਜਿਹੜੇ ਸਿੱਖ ਸੀਗੇ ਉਹ ਅਲੱਗ-ਅਲੱਗ ਮਿਸਲਾਂ ਦੇ ਵਿੱਚ ਵੰਡੇ ਗਏ। ਉਹਨਾਂ ਮਿਸਲਾਂ ਨੂੰ ਬਾਅਦ ਵਿੱਚ ਇਕੱਠਾ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਤੇ 1800 ਤੋਂ ਲੈ ਕੇ ਤਕਰੀਬਨ 1840 ਤੱਕ ਪੰਜਾਬ ਇੱਕ ਵਧੀਆ ਪਾਵਰ ਦੇ ਤੌਰ ਤੇ ਇਕੱਠਾ ਹੋ ਗਿਆ। ਪਰ 1839 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਫਿਰ ਪੰਜਾਬ ਖੇਰੂ ਖੇਰੂ ਹੋਣਾ ਸ਼ੁਰੂ ਹੋ ਜਾਂਦਾ ਤੇ ਪੰਜਾਬ ਦੀ ਪੰਜਾਬੀਅਤ ਦੇ ਵਿੱਚ ਵੀ ਇੱਕ ਖਲਾ ਆਉਣਾ ਸ਼ੁਰੂ ਹੋ ਜਾਂਦਾ ਹੈ। ਲੀਡਰਲੈਸ ਸਿੱਖ ਹੋ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਹੈ ਕਿ ਕਿਹਨੂੰ ਮੰਨੀਏ ਕਿਹਨੂੰ ਨਹੀਂ ਮੰਨੀਏ। ਤੇ ਇਸ ਖਲਾ ਦੇ ਵਿੱਚ ਬਹੁਤ ਸਾਰੀ ਕੁਰੀਤੀਆਂ ਆ ਜਾਂਦੀਆਂ, ਜਿਵੇਂ ਕਿ ਆਪਾਂ ਗੱਲ ਕਰੀਏ ਗੁਰਦੁਆਰਿਆਂ ਦੇ ਵਿੱਚ ਵੀ, ਗੁਰਦੁਆਰਿਆਂ ਦੇ ਵਿੱਚ ਮਹੰਤ ਸਿਸਟਮ ਆ ਜਾਂਦਾ। ਉਹ ਮਹੰਤ ਸਿਸਟਮ ਦੇ ਥਰੂ ਮਹੰਤ ਹੁੰਦੇ ਸੀਗੇ ਜੋ ਗੁਰਦੁਆਰਿਆਂ ਦੀ ਰੇਖ ਦੇਖ ਕਰਦੇ ਸੀਗੇ ਤੇ ਆਪਣੇ ਹਿਸਾਬ ਨਾਲ ਚੀਜ਼ਾਂ ਚਲਾਉਂਦੇ ਸੀ। ਤੇ ਬ੍ਰਿਟਿਸ਼ਰਸ ਦੇ ਉਹ ਹੁੰਦੇ ਸੀਗੇ ਬਲੂ ਆਇਡ ਬॉयਜ਼। ਉਹ ਬ੍ਰਿਟਿਸ਼ਰਸ ਨੂੰ ਗੁੱਲਕਾਂ ਚੋਂ ਪੈਸੇ ਦਿੰਦੇ ਸੀਗੇ ਤੇ ਉਸ ਤੋਂ ਇਲਾਵਾ ਵੀ ਬ੍ਰਿਟਿਸ਼ਰਸ ਦਾ ਇੱਕ ਕੰਟਰੋਲ ਬਣਿਆ ਹੋਇਆ ਸੀਗਾ ਉਹਨਾਂ ਦੇ ਉੱਤੇ। ਤੇ ਮਹੰਤਸ ਜਿਹੜੇ ਸੀਗੇ ਫਾਈਨੈਂਸ਼ੀਅਲੀ ਤਾਂ ਕਰਪਟ ਸੀਗੇ, ਮੋਰਲੀ ਵੀ ਉਨੇ ਹੀ ਜ਼ਿਆਦਾ ਕਰਪਟ ਹੋ ਚੁੱਕੇ ਸੀ। ਤਾਂ ਸਿੱਖ ਰਿਲੀਜਨ ਜਿਹੜਾ ਸੀਗਾ ਉਹਦੇ ਵਿੱਚ ਵੀ ਇੱਕ ਬਹੁਤ, ਉਹਦੀ ਗਰੋਥ ਦੇ ਵਿੱਚ ਇੱਕ ਬਹੁਤ ਬੜਾ ਖੜੋਤ, ਇੱਕ ਰੋਡ ਬਲੌਕ ਆ ਚੁੱਕਾ ਸੀਗਾ। ਤਾਂ ਅਕਾਲੀ ਮੂਵਮੈਂਟ ਨੇ ਕਿਹਾ ਕਿ ਹੁਣ ਆਪਾਂ ਰਿਲੀਜੀਅਸ ਰਿਫਾਰਮਸ ਤੇ ਕੰਮ ਕਰਨਾ ਹੈ, ਸੋਸ਼ਲ ਰਿਲੀਜੀਅਸ ਰਿਫਾਰਮਸ ਤੇ ਗੱਲ ਕਰਨੀ। ਸੋ ਅਕਾਲੀ ਮੂਵਮੈਂਟ ਦੀ ਆਪਾਂ ਗੱਲ ਕਰੀਏ, ਇਹਨਾਂ ਦੀ ਮੇਨ ਡਿਮਾਂਡ ਕੀ ਸੀਗੀ? ਇਹਨਾਂ ਦੀ ਸੀਗੀ ਪਿਊਰੀਫਾਈਂਗ ਸਿੱਖ ਸ਼ਰਾਈਨਸ ਫਰੋਮ ਦ ਕੰਟਰੋਲ ਆਫ ਕਰਪਟ ਪ੍ਰੋ ਬ੍ਰਿਟਿਸ਼ ਮਹੰਤਸ। ਸੀ ਇਜ਼ ਦੀ ਰਾਈਟ ਆਂਸਰ। ਅਕਾਲੀ ਮੂਵਮੈਂਟ ਦਾ ਮੇਨ ਜਿਹੜੀ ਡਿਮਾਂਡ ਸੀ ਉਹ ਇਹ ਸੀਗੀ। ਨੈਕਸਟ, ਹਾਂਜੀ, ਦ ਸਿੰਘ ਸਭਾ ਮੂਵਮੈਂਟ, ਵੈਰੀ ਇੰਪੋਰਟੈਂਟ। ਸਿੰਘ ਸਭਾ ਮੂਵਮੈਂਟ ਦੀ ਗੱਲ ਹੋ ਰਹੀ ਹੈ ਜੀ। ਸਿੰਘ ਸਭਾ ਮੂਵਮੈਂਟ, a major social religious reform movement among Sikhs, was first established in 1873 at which of the following places? ਕਿਹੜੇ ਥਾਂ ਤੇ ਸਿੰਘ ਸਭਾ ਮੂਵਮੈਂਟ ਸਭ ਤੋਂ ਪਹਿਲਾਂ ਬਣਾਈ ਗਈ ਸੀ? ਹੁਣ ਸਿੰਘ ਸਭਾ ਦੀ ਗੱਲ, ਸਭਾ ਦਾ ਮਤਲਬ ਕੀ ਹੈ? ਸਭਾ ਦਾ ਮਤਲਬ ਗਰੁੱਪ ਹੈ, ਗੈਦਰਿੰਗ। ਤਾਂ ਸਿੰਘਾਂ ਦੀ ਸਭਾ ਹੋਈ ਹੈ ਜੀ। ਮੁੱਦਾ ਉਹੀ ਹੈ ਕਿ ਆਪਾਂ ਸੋਸ਼ਲ ਰਿਲੀਜੀਅਸ ਰਿਫਾਰਮਸ ਲੈ ਕੇ ਆਉਣੇ ਆ, ਸਿੱਖ ਧਰਮ ਨੂੰ ਪਿਊਰੀਫਾਈ ਕਰਨਾ, ਸਿੱਖ ਧਰਮ ਨੂੰ ਅੱਗੇ ਲੈ ਕੇ ਜਾਣਾ। ਆਪਾਂ ਜਿਹੜੀ ਉਹਦੇ ਵਿੱਚ ਕੁਝ ਗਲਤ ਚੀਜ਼ਾਂ ਆ ਚੁੱਕੀਆਂ ਉਹਨਾਂ ਨੂੰ ਆਪਾਂ ਇਰੈਡੀਕੇਟ ਕਰਨਾ। ਤਾਂ ਉਹਦੇ ਕਰਕੇ ਵਿਦਵਾਨ ਜਿਹੜੇ ਸੀਗੇ ਉਹਨਾਂ ਨੇ ਇੱਕ ਸਭਾ ਕੀਤੀ, ਉਹ ਬਣ ਗਈ ਸਿੰਘ ਸਭਾ। ਤੇ 1873 ਦੇ ਵਿੱਚ ਇਹ ਕਿੱਥੇ ਹੋਈ ਜੀ? ਇਹ ਹੋਈ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਇਜ਼ ਦੀ ਰਾਈਟ ਆਂਸਰ। ਸਿੰਘ ਸਭਾ ਮੂਵਮੈਂਟ ਸ਼ੁਰੂਆਤ ਹੁੰਦੀ ਹੈ 1873 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ, ਰਾਈਟ। ਤੇ ਅੱਗੇ ਜਾ ਕੇ ਇਹਦੀ ਬਹੁਤ ਸਾਰੀ ਬ੍ਰਾਂਚਿਸ ਵੀ ਬਣ ਜਾਂਦੀਆਂ। ਇੱਕ ਲਾਹੌਰ ਬ੍ਰਾਂਚ ਵੀ ਬਣ ਜਾਂਦੀ ਹੈ ਤੇ ਅੱਗੇ ਬਹੁਤ ਤੁਸੀਂ ਦੇਖੋਗੇ ਕਿ ਹਰ ਸ਼ਹਿਰ ਦੇ ਵਿੱਚ ਆਪਣੀ ਸਿੰਘ ਸਭਾ ਬਣਨੀ ਸ਼ੁਰੂ ਹੋ ਗਈ। ਤਾਂ ਉਹ ਵੀ ਪ੍ਰੋਬਲਮੈਟਿਕ ਪਾਰਟ ਹੋਣਾ ਸ਼ੁਰੂ ਹੋ ਗਿਆ ਸੀਗਾ। ਉਹਨੂੰ ਕਿੱਦਾਂ ਰਿਜ਼ੋਲਵ ਕੀਤਾ ਸੀ ਅਗਲੇ ਕੁਐਸਚਨ ਦੇ ਥਰੂ ਮੈਂ ਕਵਰ ਕਰਾਉਣਾ ਉਹਨੂੰ ਵੀ। ਤਾਂ ਖੈਰ 1873 ਦੇ ਵਿੱਚ the answer is ਅੰਮ੍ਰਿਤਸਰ। Next, which radical offshoot of Sikh reform movements, also known as Namdhari sect, was founded by
टू इंपॉर्टेंट पर्सनैलिटीज बाबा बालक सिंह एंड लेटर लेड बाय बाबा राम सिंह। ये भी पूछा जा सकता है भाई कि नामधारी सैक्ट किन्होंने फाउंड किया, ਤੁਹਾਨੂੰ पता होना चाहिए बाबा बालक सिंह या फिर बाबा राम सिंह। एम्फेसाइजिंग स्ट्रिक्ट मॉरल कोड्स एंड वेपनलेस रेजिस्टेंस अगेंस्ट द ब्रिटिशर्स। ਇਹ ਇੰਪੋਰਟੈਂਟ ਕੁਐਸਚਨ ਬਣ ਸਕਦਾ ਇਸ ਵਾਰ। ਨਾਮਧਾਰੀ ਸੈਕਟ ਦਾ ਦੂਜਾ ਮੂਵਮੈਂਟ ਦੀ, ਨਾਮਧਾਰੀ ਸੈਕਟ ਦੇ ਨਾਲ ਜੁੜੀ ਹੋਈ ਮੂਵਮੈਂਟ ਦੀ ਗੱਲ ਕਰਨ ਵਾਲੇ ਹਾਂ ਉਰੇ, ਠੀਕ ਹੈ। ਨਾਮਧਾਰੀ ਸੈਕਟ ਦਾ ਕੰਮ ਕੀ ਸੀਗਾ, ਉਹਨਾਂ ਦਾ ਪਰਪਸ ਕੀ ਸੀਗਾ, ਉਹ ਮੋਰਲ ਕੋਡਸ ਤੇ ਗੱਲ ਕਰਦੇ ਸੀਗੇ ਕਿ ਜੋ ਸਿੱਖੀਜ਼ਮ ਦੇ ਕੋਰ ਬਿਲੀਫਸ ਨੇ ਉਹਨਾਂ ਤੇ ਆਓ ਜ਼ਰਾ, ਉਹਨਾਂ ਤੇ ਆ ਕੇ ਹੀ ਤੁਸੀਂ ਆਪਣੀ ਲਾਈਫ ਨੂੰ, ਆਪਣੀ ਜੀਵਨ ਜਾਂਚ ਜਿਹੜੀ ਆਪਾਂ ਕਹਿੰਦੇ ਆ ਉਹਦੇ ਨਾਲ ਉਹਨੂੰ ਲਿੰਕ ਕਰੋ। ਇਹ ਬਾਹਰ ਦੀਆਂ ਜਿਹੜੀ ਗੱਲਾਂ ਹੈਗੀਆਂ ਉਹਨਾਂ ਨੂੰ ਹਟਾਉਣਾ ਸ਼ੁਰੂ ਕਰੋ। ਨਾਮ ਜਪਣਾ, ਨਾਮ ਦੀ ਗੱਲ ਕਰ ਰਹੇ ਨਾਮਧਾਰੀ ਤਾਂ ਸਿੱਖੀਜ਼ਮ ਦੇ ਕੋਰ ਬਿਲੀਫਸ ਮੰਨਣ ਵਾਲੇ ਸੀਗੇ ਤੇ ਇਹਨਾਂ ਨੇ ਇਨੀਸ਼ੀਅਲ ਸਟੇਜਿਸ ਤੇ ਜਿਹੜੀ ਰੈਜ਼ਿਸਟੈਂਸ ਲਾਂਚ ਕੀਤੀ, ਦੇ ਆਲਸੋ ਨਿਊ ਦਿਸ ਥਿੰਗ ਕਿ ਬ੍ਰਿਟਿਸ਼ਰਸ ਉਹ ਜਿਹੜੇ ਹੈਗੇ ਆ ਪੰਜਾਬ ਨੂੰ ਵੰਡਣਾ ਚਾਹੁੰਦੇ ਆ, ਇੰਡੀਆ ਨੂੰ ਵੰਡਣਾ ਚਾਹੁੰਦੇ ਆ ਤੇ ਇੰਡੀਆ ਦੇ ਕੇਸ 'ਚ ਉਹ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਉਲਝਾ ਕੇ ਲੜਾਉਣਾ ਚਾਹੁੰਦੇ ਆਪਸ 'ਚ। ਤਾਂ ਇਹ ਜਦੋਂ ਪਿਊਰੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਰਿਲੀਜਨ ਦੇ ਨਾਲ ਨਾਲ ਸੋਸ਼ੋ ਵੀ ਪਿਊਰੀਫਿਕੇਸ਼ਨ ਦੀ ਗੱਲ ਕਰ ਹੀ ਰਹੇ ਹੈ ਨਾਮਧਾਰੀ। ਸੋ ਉਰੇ ਦੇ ਆਲਸੋ ਲੈਡ ਅ ਵੈਪਨਲੈਸ ਰੈਜ਼ਿਸਟੈਂਸ ਅਗੇਂਸਟ ਦ ਬ੍ਰਿਟਿਸ਼ਰਸ। यानी कि ਜੇ ਆਪਾਂ ਦੇਖੀਏ ਵੀ ਗਾਂਧੀ ਜੀ ਨੇ ਤਾਂ ਨੌਨ ਕੋਆਪਰੇਸ਼ਨ ਮੂਵਮੈਂਟ ਦੇ ਥਰੂ ਅਹਿੰਸਾ ਦੀ ਗੱਲ ਕੀਤੀ ਸੀ, ਉਸ ਤੋਂ ਪਹਿਲਾਂ ਵੀ ਕੋਈ ਇੱਕ ਮੂਵਮੈਂਟ ਰਹੀ ਹੈ ਜਿਹਨੇ ਅਹਿੰਸਾ ਦੀ ਗੱਲ ਕੀਤੀ ਹੈ। ਦ ਆਂਸਰ ਇਜ਼ ਯੈਸ, ਨਾਮਧਾਰੀ ਮੂਵਮੈਂਟ ਜਿਹੜੀ ਸੀ ਤੇ ਨਾਮਧਾਰੀ ਸੈਕਟ ਨੇ ਦੇ ਨਾਲ ਜਿਹੜੀ ਮੂਵਮੈਂਟ ਜੁੜੀ ਹੋਈ ਸੀ, ਜੋ ਕਿ ਦਾ ਆਂਸਰ ਵੀ ਹੈਗਾ ਦੈਟ ਇਜ਼ ਕੂਕਾ ਮੂਵਮੈਂਟ। ਕੂਕਾ ਮੂਵਮੈਂਟ ਜਿਹੜੀ ਸੀਗੀ ਉਹ ਇੰਡੀਆ ਦੀ ਵਨ ਆਫ ਦਾ ਫਰਸਟ ਮੂਵਮੈਂਟ ਸੀਗੀ ਜਿਹਦੇ ਵਿੱਚ ਤੁਸੀਂ ਵੈਪਨਲੈਸ ਰੈਜ਼ਿਸਟੈਂਸ ਦੀ ਗੱਲ ਕਰਦੇ ਹੋ, ਅਹਿੰਸਾ ਦੀ ਗੱਲ ਕਰਦੇ ਹੋ, ਠੀਕ ਹੈ। ਤਾਂ ਉਰੇ ਤੁਹਾਨੂੰ ਸਵਦੇਸ਼ੀ ਦੀ ਵੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਦੇ ਵਰ ਸੇਇੰਗ ਕਿ ਫੋਰਨ ਜਿਹੜੇ ਆਬਜੈਕਟਸ ਹੁੰਦੇ ਆ, ਫੋਰਨ ਮਟੀਰੀਅਲ ਜਿਹੜੇ ਹੈਗੇ ਉਹਨੂੰ ਬਾਇਕਾਟ ਕਰੋ। ਤਾਂ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਐਂਡ ਇਟ ਇਜ਼ ਲਿੰਕ ਟੂ ਦ ਕੂਕਾ ਮੂਵਮੈਂਟ। ਕੂਕਾ ਮੂਵਮੈਂਟ, ਕੂਕਾ ਕਿਉਂਕਿ ਕੂਕ ਮਾਰਦੇ ਸੀਗੇ, ਜਦੋਂ ਜਾਣਾ ਦੱਸਣਾ ਹੈ ਤਾਂ ਇਹ ਕੂਕ ਦੇ ਥਰੂ ਦੱਸਦੇ ਸੀਗੇ, ਉੱਚੀ ਹੇਕ ਦੇ ਥਰੂ ਦੱਸਦੇ ਹੁੰਦੇ ਸੀਗੇ। ਉਹਦੇ ਨਾਲ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਸੀਗਾ, ਬ੍ਰਿਟਿਸ਼ਰਸ ਨੂੰ ਵੀ ਪਤਾ ਲੱਗਦਾ ਰਹਿੰਦਾ ਸੀ। ਕਲੀਅਰ ਹੈ ਜੀ। ਸੋ ਬੀ ਆਂਸਰ ਕੂਕਾ ਮੂਵਮੈਂਟ। ਨੈਕਸਟ ਦ ਨਿਰੰਕਾਰੀ ਮੂਵਮੈਂਟ। ਹਾਂਜੀ, ਹੁਣ ਨਿਰੰਕਾਰੀ ਮੂਵਮੈਂਟ ਦੀ ਗੱਲ ਕਰ ਰਹੇ ਹਾਂ ਆਪਾਂ। ਨਿਰੰਕਾਰੀ ਮੂਵਮੈਂਟ ਵਿਚ ਪਲੇਡ a foundational role in initiating Sikh socio-religious reform era was founded by whom? The answer is Baba Dayal Das. Baba Dayal Das is the right answer. This Baba Dayal Das. Last ਦੀ ਆਪਾਂ ਗੱਲ ਕਰੀਏ ਤਾਂ ਨਾਮਧਾਰੀ ਸੈਕਟ ਸੀਗਾ ਜੀ ਤੇ ਉਹਦੇ ਬਾਬਾ ਬਾਲਕ ਸਿੰਘ ਸੀਗੇ ਤੇ ਬਾਬਾ ਰਾਮ ਸਿੰਘ ਸੀਗੇ। ਕਨਫਿਊਜ਼ ਨਹੀਂ ਹੋਣਾ ਹੈਗਾ, ਮੈਂ ਜਾਣਬੁੱਝ ਕੇ ਦੋ ਕੁਐਸਚਨਸ ਲੈ ਕੇ ਆਇਆ ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ। ਨਾਮਧਾਰੀ ਸੈਕਟ ਦੇ ਨਾਲ ਕੌਣ ਜੁੜੇ ਹੋਏ ਆ? ਬਾਲਕ ਸਿੰਘ ਤੇ ਦੂਜੇ ਰਾਮ ਸਿੰਘ। ਤੇ ਜਦੋਂ ਆਪਾਂ ਨਿਰੰਕਾਰੀ ਦੀ ਗੱਲ ਕਰਦੇ ਹਾਂ, ਨਿਰੰਕਾਰੀ ਦੀ ਅਗੇਨ ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟ ਹੈ, ਸਿੱਖੀਜ਼ਮ ਦੇ ਪਿਊਰੀਫਿਕੇਸ਼ਨ ਦੀ ਹੀ ਗੱਲ ਕਰਦਾ ਹੈ। ਨਿਰੰਕਾਰੀ ਮੂਵਮੈਂਟ ਦੀ ਗੱਲ ਕਰੀਏ, ਇਹ ਕਿਹਨਾਂ ਨੇ ਫਾਊਂਡ ਕੀਤੀ ਸੀ? ਇਹ ਬਾਬਾ ਦਿਆਲ ਦਾਸ ਜੀ ਨੇ ਫਾਊਂਡ ਕੀਤੀ ਸੀ। ਨੈਕਸਟ ਹੈ ਜੀ, ਹੂ ਅਮੰਗ ਦ ਫੋਲੋਇੰਗ ਪ੍ਰੋਮਿਨੈਂਟ ਸੋਸ਼ਲ ਰਿਲੀਜੀਅਸ ਰਿਫਾਰਮਰਸ ਵਾਸ ਐਸੋਸੀਏਟਡ ਵਿਦ ਦ ਰੈਡੀਕਲ ਬੱਬਰ ਅਕਾਲੀ ਮੂਵਮੈਂਟ? ਬੱਬਰ ਅਕਾਲੀ 1920s ਦਾ ਟਾਈਮ ਹੈ ਜੀ, ਬੱਬਰ ਅਕਾਲੀ ਮੂਵਮੈਂਟ ਦੀ ਗੱਲ ਹੋ ਰਹੀ ਹੈ। ਹੁਣ ਤੁਸੀਂ ਦੇਖੋ ਕਿ ਇਸੇ ਟਾਈਮ ਤੇ ਇੰਡੀਆ ਦੇ ਵਿੱਚ ਵੀ ਰੈਵੋਲੂਸ਼ਨਰੀ ਮੂਵਮੈਂਟ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਗਈ ਸੀ। ਜਿਹੜਾ ਇੱਕ ਬੇਸ ਬਣਾ ਦਿੱਤਾ ਗਿਆ ਸੀਗਾ ਮੋਬਿਲਾਈਜੇਸ਼ਨ ਦਾ ਇੰਡੀਅਨ ਨੈਸ਼ਨਲ ਕਾਂਗਰਸ ਨੇ, ਤੇ ਲੋਕਾਂ ਨੇ ਉਹਨੂੰ ਐਕਸੈਪਟ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਚਲੋ ਠੀਕ ਹੈ, ਕੋਈ ਗੱਲ ਨਹੀਂ, ਆਪਾਂ ਨੌਨ ਵਾਇਲੈਂਟ ਤਰੀਕੇ ਨਾਲ ਆਜ਼ਾਦੀ ਲਵਾਂਗੇ। ਪਰ ਜਦੋਂ ਚੌਰੀ ਚੌਰਾ ਇੰਸੀਡੈਂਟ ਹੁੰਦਾ ਹੈ ਤਾਂ ਲੋਕਾਂ ਨੂੰ ਪਤਾ ਲੱਗਦਾ ਕਿ ਹੁਣ ਅਸੀਂ ਕੀ ਕਰੀਏ। ਤਾਂ ਚੌਰੀ ਚੌਰਾ ਇੰਸੀਡੈਂਟ ਤੋਂ ਬਾਅਦ ਇੰਡੀਆ ਦੇ ਵਿੱਚ ਰੈਵੋਲੂਸ਼ਨਰੀ ਵੇਵ ਹੋਰ ਜ਼ਿਆਦਾ ਤਿੱਖੀ ਹੋ ਜਾਂਦੀ ਹੈ। ਉਸੇ ਦੇ ਨਾਲ ਪੈਰਲਲ ਤੁਸੀਂ ਡਰਾ ਕਰੋਗੇ ਪੰਜਾਬ ਦੇ ਵਿੱਚ ਇੱਕ ਨਨਕਾਣਾ ਮੈਸੇਕਰ ਨਾਮ ਇੱਕ ਇਵੈਂਟ ਹੁੰਦਾ ਹੈ ਜਿਹਦੇ ਵਿੱਚ ਨਿਹੱਥਿਆਂ ਨੂੰ, ਬੇਕਸੂਰਾਂ ਨੂੰ, ਲੋਕਾਂ ਨੂੰ ਮਾਰ ਦਿੱਤਾ ਜਾਂਦਾ। ਪਰ ਪੰਜਾਬ ਦੇ ਵਿੱਚ ਜਿਹੜੀ ਉਸ ਟਾਈਮ ਤੇ ਮੂਵਮੈਂਟ ਚੱਲ ਰਹੀ ਸੀਗੀ, ਇੰਕਲੂਡਿੰਗ ਅਕਾਲੀ ਮੂਵਮੈਂਟ ਚੱਲ ਰਹੀ ਸੀ ਜਿਹੜੀ, ਉਹ ਵੀ ਨੌਨ ਵਾਇਲੈਂਟ ਤਰੀਕੇ ਨਾਲ ਚੱਲ ਰਹੀ ਸੀ। ਪਰ ਉਹਦੇ ਵਿੱਚ ਕੁਝ ਲੋਕਾਂ ਨੂੰ ਰਿਅਲਾਈਜ਼ ਹੋਇਆ ਕਿ ਹੁਣ ਸਿਰਫ ਨੌਨ ਵਾਇਲੈਂਟ ਹੋ ਕੇ ਨਹੀਂ ਕੰਮ ਚੱਲੂਗਾ, ਆਪਾਂ ਨੂੰ ਰੈਵੋਲੂਸ਼ਨਰੀ ਮੈਥਡੋਲੋਜੀ ਨੂੰ ਅਡਾਪਟ ਕਰਨਾ ਪਊਗਾ, ਤੇ ਉਹ ਸੀਗੇ ਬੱਬਰ ਅਕਾਲੀ। ਤਾਂ ਕਿਹੜੇ ਪ੍ਰੋਮਿਨੈਂਟ ਰਿਫਾਰਮਰ ਇਹਦੇ ਨਾਲ ਜੁੜੇ ਹੋਏ ਆ? ਦ ਆਂਸਰ ਇਜ਼ ਕਿਸ਼ਨ ਸਿੰਘ ਗਰਗਰਾਜ। ਸੀ ਇਜ਼ ਦੀ ਰਾਈਟ ਆਂਸਰ।
ਕਿਸ਼ਨ ਸਿੰਘ ਗਰਗਰਾਜ ਤੇ ਇਹਦੇ ਨਾਲ ਇੱਕ ਹੋਰ ਪਰਸਨੈਲਿਟੀਜ਼ ਜੁੜੇ ਹੁੰਦੇ ਆ, ਉਹਨਾਂ ਦਾ ਨਾਮ ਹੈ ਮਾਸਟਰ ਮੋਟਾ ਸਿੰਘ। ਮਾਸਟਰ ਮੋਟਾ ਸਿੰਘ ਵੀ ਇਹਦੇ ਨਾਲ ਜੁੜੇ ਹੁੰਦੇ ਆ। ਕਿਸ਼ਨ ਸਿੰਘ ਗਰਗਰਾਜ ਤੁਹਾਨੂੰ ਪਤਾ ਹੋਣਾ ਚਾਹੀਦਾ ਬੱਬਰ ਅਕਾਲੀ ਮੂਵਮੈਂਟ ਦੇ ਨਾਲ ਜੁੜੇ ਹੋਏ। ਸੁੰਦਰ ਸਿੰਘ ਮਜੀਠੀਆ ਹੋ ਗਿਆ, ਤੇਜਾ ਸਿੰਘ ਸਮੁੰਦਰੀ ਹੋ ਗਏ, ਇਹ SGPC ਮੂਵਮੈਂਟ ਦੇ ਨਾਲ ਜੁੜੇ ਹੋਏ ਆ, ਰਾਈਟ। SGPC ਐਕਟ ਜੋ ਬਣਿਆ ਸੀਗਾ ਉਹਦੇ ਇਨੀਸ਼ੀਅਲ ਮੈਂਬਰਸ ਵੀ ਇਹ ਲੋਕ ਸੀਗੇ। ਫਿਰ ਆਪਾਂ ਤਾਰਾ ਸਿੰਘ ਦੀ ਗੱਲ ਕਰੀਏ ਤਾਂ ਇਹਨਾਂ ਨੇ ਤਾਂ ਪੰਜਾਬ ਸੂਬੇ ਦੀ ਗੱਲ ਕੀਤੀ ਸੀ, ਬਾਅਦ ਦੀ ਗੱਲ ਹੈ। ਤਾਂ ਮਾਸਟਰ ਤਾਰਾ ਸਿੰਘ ਇਜ਼ ਨਾਟ ਦੀ ਆਂਸਰ। ਜੇ ਮਾਸਟਰ ਮੋਟਾ ਸਿੰਘ ਹੁੰਦੇ ਤਾਂ ਸਹੀ ਆਂਸਰ ਹੋਣਾ ਸੀਗਾ, ਤੇ ਉਰੇ ਕਿਸ਼ਨ ਸਿੰਘ ਗਰਗਰਾਜ ਇਜ਼ ਦੀ ਰਾਈਟ ਆਂਸਰ। ਨੈਕਸਟ, ਹਾਂਜੀ, under which British Viceroy was historic Sikh Gurdwaras Act passed in 1925, legally vesting the management of historical Gurdwaras in SGPC। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਬੇਸਿਕਲੀ SGPC ਦੀ ਜ਼ਿੰਮੇਵਾਰੀ ਹੈ ਗੁਰਦੁਆਰਾ ਨੂੰ ਮੈਨੇਜ ਕਰਨਾ। ਹੁਣ ਮਹੰਤਾਂ ਤੋਂ ਆਫੀਸ਼ੀਅਲੀ ਲੀਗਲੀ ਕੰਟਰੋਲ ਚਲਾ ਜਾ ਚੁੱਕਾ ਹੈ, ਤੇ ਇਹ ਇੱਕ ਐਕਟ ਦੇ ਥਰੂ ਪਾਸ ਹੋਇਆ ਸੀਗਾ, ਸਿੱਖ ਗੁਰਦੁਆਰਾ ਐਕਟ। ਕਹਿੰਦੇ ਉਦੋਂ ਵਾਇਸਰਾਏ ਕੌਣ ਸੀਗਾ? ਉਦੋਂ ਵਾਇਸਰਾਏ ਸੀਗਾ ਜੀ ਲਾਰਡ ਰੀਡਿੰਗ। ਲਾਰਡ ਰੀਡਿੰਗ ਇਜ਼ ਦੀ ਰਾਈਟ ਆਂਸਰ। ਲਾਰਡ ਰੀਡਿੰਗ ਇਜ਼ ਦੀ ਆਂਸਰ। 1925 ਦੇ ਵਿੱਚ ਪਾਸ ਹੋਇਆ ਸੀਗਾ, ਯਾਦ ਰੱਖਿਓ। ਫਿਰ ਨੈਕਸਟ ਅੱਗੇ ਚੱਲਦੇ ਹਾਂ ਆਪਾਂ। ਹਾਂਜੀ, ਦਾ ਖਾਲਸਾ ਦੀਵਾਨ। ਖਾਲਸਾ ਦੀਵਾਨ which institutionalized and gave systematic direction to the localized Singh Sabha branches was first established was first established at which center in 1883। 1883 ਦੇ ਵਿੱਚ ਖਾਲਸਾ ਦੀਵਾਨ ਕਿੱਥੇ ਹੋਇਆ ਸੀ? ਜਦੋਂ ਮੈਂ ਗੱਲ ਕਰ ਰਿਹਾ ਸੀਗਾ ਸਿੰਘ ਸਭਾਵਾਂ ਦੀਆਂ, ਤਾਂ ਮੈਂ ਕਿਹਾ ਕਿ ਉਰੇ ਅਲੱਗ-ਅਲੱਗ ਬ੍ਰਾਂਚਸ ਬਣਨੀ ਸ਼ੁਰੂ ਹੋ ਗਈ ਸੀ। ਜਿਵੇਂ ਅੰਮ੍ਰਿਤਸਰ ਸਿੰਘ ਸਭਾ ਹੋਈ ਸੀ, ਉਵੇਂ ਲਾਹੌਰ ਸਿੰਘ ਸਭਾ ਬਣ ਚੁੱਕੀ ਸੀ, ਗੁਰਮੁਖ ਸਿੰਘ ਜੀ ਨੇ ਬਣਾਈ ਸੀਗੀ, ਤੇ ਉਹਨਾਂ ਦੇ ਨਾਲ ਭਾਈ ਦਤ ਸਿੰਘ ਵੀ ਜੁੜ ਚੁੱਕੇ ਸੀਗੇ। ਇਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੀ ਅੰਮ੍ਰਿਤਸਰ ਵਾਲੀ ਬ੍ਰਾਂਚ ਹੈਗੀ ਹੈ, ਅੰਮ੍ਰਿਤਸਰ ਸਿੰਘ ਸਭਾ ਹੈਗੀ ਹੈ, ਉਹਨਾਂ ਲੋ ਕਾਸਟ ਲੋਕਾਂ ਨੂੰ ਐਂਟਰ ਨਹੀਂ ਕਰਨ ਦੇ ਰਹੀ ਉਹਦੇ ਵਿੱਚ, ਜੋ ਕਿ ਕਹਾਣੀ ਸੱਚ ਵੀ ਸੀਗੀ। ਤਾਂ ਇਹਨਾਂ ਨੇ ਕਿਹਾ ਕਿ ਲਾਹੌਰ ਸਿੰਘ ਸਭਾ ਹੈਗੀ ਹੈ, ਇਹਦੇ ਵਿੱਚ ਜਿਹੜੇ ਲੋ ਕਾਸਟ ਦੇ ਲੋਕ ਹੈਗੇ, ਡਿਪਰੈਸ ਕਲਾਸਿਸ ਦੇ ਲੋਕ ਹੈਗੇ ਆ, ਈਵਨ ਭਾਈ ਦਤ ਸਿੰਘ ਜਿਹੜੇ ਸੀਗੇ ਉਹ ਖੁਦ ਡਿਪਰੈਸ ਕਲਾਸ ਨਾਲ ਸੰਬੰਧ ਰੱਖਦੇ ਸੀਗੇ। ਉਹਨਾਂ ਨੇ ਕਿਹਾ ਕਿ ਇਹ ਸਾਰੇ ਲੋਕਾਂ ਵਾਸਤੇ। ਪਰ ਇਹ ਲਾਹੌਰ ਦੀ ਸਿੰਘ ਸਭਾ ਤੇ ਜੇ ਆਪਾਂ ਅੰਮ੍ਰਿਤਸਰ ਦੀ ਸਿੰਘ ਸਭਾ ਦੀ ਗੱਲ ਕਰੀਏ, ਜੇ ਕਹਾਣੀ ਉਰੇ ਤੱਕ ਹੀ ਰੁਕਦੀ ਤਾਂ ਠੀਕ ਸੀ, ਪਰ ਇਹ ਹਰੇਕ ਸ਼ਹਿਰ ਦੇ ਵਿੱਚ ਸਿੰਘ ਸਭਾਵਾਂ ਬਣਨੀ ਸ਼ੁਰੂ ਹੋ ਚੁੱਕੀਆਂ ਸੀਗੀਆਂ। ਹਰੇਕ ਸ਼ਹਿਰ ਦੇ ਵਿੱਚ ਆਪਣੀ ਸਿੰਘ ਸਭਾ ਬਣ ਰਹੀ ਹੈ, ਤਾਂ ਫਿਰ ਤੁਸੀਂ ਦੇਖੋਗੇ ਨੰਬਰ ਆਫ ਥਿੰਗਸ ਲਾਈਕ ਇੰਡੀਵਿਜੂਅਲ ਥਿੰਗਸ ਹੈਪਨਿੰਗ। ਕਿਸੇ ਦੀ ਕੋਈ ਉਹ ਇੱਕ ਕੰਕਰੀਟ ਆਈਡੀਓਲੋਜੀ ਨਹੀਂ ਬਣ ਰਹੀ ਹੈਗੀ, ਹਰ ਕੋਈ ਆਪਣੇ ਹਿਸਾਬ ਨਾਲ ਚੀਜ਼ਾਂ ਕਰੀ ਜਾ ਰਿਹਾ। ਤਾਂ ਇਸ ਚੀਜ਼ ਦਾ ਹੱਲ ਲੱਭਣ ਵਾਸਤੇ ਇਹ ਕਿਹਾ ਗਿਆ ਕਿ ਕੋਸ਼ਿਸ਼ ਕਰਦੇ ਹਾਂ ਆਪਾਂ, ਚਲੋ ਇੱਕ ਕੰਮ ਕਰਦੇ ਹਾਂ, ਆਪਾਂ ਇੱਕ ਦੀਵਾਨ ਬੁਲਾਉਂਦੇ ਹਾਂ। ਦੀਵਾਨ ਖਾਲਸਾ ਦੀਵਾਨ ਸੱਜਿਆ ਗਿਆ, ਖਾਲਸਾ ਦੀਵਾਨ ਬੁਲਾਇਆ ਗਿਆ, ਜਿਹਦੇ ਵਿੱਚ ਸਾਰੀਆਂ ਜਿਹੜੀਆਂ ਅਲੱਗ-ਅਲੱਗ ਸਭਾਵਾਂ ਸੀਗੀਆਂ, ਉਹਨਾਂ ਦੇ ਲੋਕਾਂ ਨੂੰ, ਉਹਨਾਂ ਦੇ ਮੈਂਬਰਸ ਨੂੰ ਬੁਲਾਇਆ ਗਿਆ ਕਿ ਆਪਾਂ ਇਕਜੁੱਟ ਹੋ ਕੇ ਅੱਗੇ ਲੜਾਈ ਚੱਲੀਏ। ਤੇ 1883 ਦੇ ਵਿੱਚ ਜਿਹੜੀ ਹੋਈ ਸੀਗੀ, ਉਹ ਹੋਈ ਸੀਗੀ ਜੀ ਅੰਮ੍ਰਿਤਸਰ ਦੇ ਵਿੱਚ। 1883 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹ ਖਾਲਸਾ ਦੀਵਾਨ ਬੁਲਾਇਆ ਗਿਆ ਸੀਗਾ, ਜਿਹਦੇ ਵਿੱਚ ਅੰਮ੍ਰਿਤਸਰ ਸਿੰਘ ਸਭਾ ਤਾਂ ਹੋਣੀ ਹੀ ਹੋਣੀ ਸੀ, ਉਹਦੇ ਨਾਲ ਲਾਹੌਰ ਸਿੰਘ ਸਭਾ ਜਿਹੜੀ ਸੀਗੀ ਉਹਦੇ ਮੈਂਬਰਸ ਨੂੰ ਵੀ ਬੁਲਾਇਆ ਗਿਆ ਸੀਗਾ, ਤੇ ਬਾਕੀ ਸ਼ਹਿਰਾਂ ਤੋਂ ਵੀ ਜਿਹੜੀ ਸਿੰਘ ਸਭਾਵਾਂ ਸੀਗੀਆਂ ਉਹਨਾਂ ਦੇ ਮੈਂਬਰਸ ਨੂੰ ਵੀ ਬੁਲਾਇਆ ਗਿਆ ਸੀ। ਪਰ ਇਹ ਗੱਲ ਜ਼ਿਆਦਾ ਦੇਰ ਚੱਲੀ ਨਹੀਂ ਹੈਗੀ, ਇਵੈਂਚੁਅਲੀ ਡਿਫਰੈਂਸਿਸ ਫੇਰ ਆ ਗਏ। ਫਿਰ 1886 ਦੇ ਵਿੱਚ ਲਾਹੌਰ ਸਿੰਘ ਸਭਾ ਨੇ ਆਪਣਾ ਇੱਕ ਦੀਵਾਨ ਸੱਜ ਲਿਆ, ਉਹਨਾਂ ਨੇ ਆਪਣਾ ਦੀਵਾਨ ਬੁਲਾ ਲਿਆ। ਪਰ ਇਹ ਗੱਲ ਵੀ ਜਦ ਤੱਕ ਸਿਰੇ ਨਹੀਂ ਚੜ੍ਹਨੀ ਸੀਗੀ, ਜਦ ਤੱਕ ਦੋਹਾਂ ਧਿਰਾਂ ਦੇ ਅੰਦਰ, ਦੋਹਾਂ ਧਿਰਾਂ ਜਿਹੜੀਆਂ ਅਲੱਗ-ਅਲੱਗ ਅੱਗੇ ਵਧ ਰਹੀਆਂ ਸੀਗੀਆਂ, ਜੇ ਉਹ ਇਕੱਠੇ ਹੋ ਕੇ ਨਹੀਂ ਚੱਲਣਗੇ, ਤਾਂ 1886 ਵਾਲਾ ਵੀ ਜਿਹੜਾ ਦੀਵਾਨ ਸੀਗਾ ਉਹ ਵੀ ਆਪਣੇ ਆਬਜੈਕਟਿਵਸ ਨੂੰ ਅਚੀਵ ਨਹੀਂ ਕਰ ਪਾਇਆ। 1902 ਦੇ ਵਿੱਚ ਕੀ ਹੋਇਆ? 1902 ਦੇ ਵਿੱਚ ਆ ਦੋਵੇਂ ਬ੍ਰਾਂਚਿਸ ਜਿਹੜੀ ਸੀਗੀਆਂ, ਆਪਣਾ ਅੰਮ੍ਰਿਤਸਰ ਤੇ ਲਾਹੌਰ ਬ੍ਰਾਂਚ, ਇਹ ਦੋਵੇਂ ਇਕੱਠੇ ਹੋ ਗਏ। ਫਿਰ ਤਾਂ ਖਾਲਸਾ ਦੀਵਾਨ 1883 ਦੇ ਵਿੱਚ ਕਿਹਨਾਂ ਨੇ ਬੁਲਾਇਆ ਸੀਗਾ? ਅੰਮ੍ਰਿਤਸਰ ਵਿੱਚ ਬੁਲਾਇਆ ਗਿਆ ਸੀਗਾ, ਇਹ ਯਾਦ ਰੱਖਿਓ। ਹਾਂਜੀ, ਨੈਕਸਟ ਹੁਣ ਆਪਾਂ ਗੱਲ ਕਰਨ ਲੱਗੇ ਹਾਂ ਅਗੇਨ ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟ ਦੀ ਗੱਲ ਕਰ ਰਹੇ ਹਾਂ। ਹੁਣ ਆਪਾਂ ਗੱਲ ਕਰਾਂਗੇ ਰਾਜਾ ਰਾਮ ਮੋਹਨ ਰਾਏ ਦੇ ਨਾਲ ਸੰਬੰਧਿਤ, ਫਿਰ ਆਪਾਂ ਆਰਿਆ ਸਮਾਜ ਦੀ ਗੱਲ ਕਰਾਂਗੇ, ਫਿਰ ਆਪਾਂ ਗੱਲ ਕਰਾਂਗੇ ਜੋਤੀਬਾ ਰਾਓ ਦੇ ਨਾਲ, ਫਿਰ ਆਪਾਂ ਗੱਲ ਕਰਾਂਗੇ BR ਅੰਬੇਡਕਰ ਦੇ ਨਾਲ। ਤਾਂ ਇਸ ਤੋਂ ਕੁਐਸਚਨ ਪੁੱਛੇ ਜਾਂਦੇ ਨੇ। ਚਲੋ, which of the following social religious organizations was founded by ਰਾਜਾ ਰਾਮ ਮੋਹਨ ਰਾਏ in 1828? 1828 ਦੇ ਵਿੱਚ ਕਿਹੜੀ ਸੋਸ਼ਲ ਰਿਲੀਜੀਅਸ ਆਰਗੇਨਾਈਜੇਸ਼ਨ ਫਾਊਂਡ ਕੀਤੀ ਗਈ ਸੀਗੀ ਰਾਜਾ ਰਾਮ ਮੋਹਨ ਰਾਏ ਜੀ ਦੁਆਰਾ? which rejected idol worship and castigated meaningless rituals। ਉਹ ਕਹਿੰਦੇ ਜਿਹੜੇ
मीनिंगलेस रिचुअल्स हैं कि फलाने दिन ये करना है, फलाने दिन ये नहीं करना, फलाने दिन ये खाना, फलाने दिन ये नहीं खाना, ਉਹ ਸਾਰਿਆਂ ਦਾ ਇੱਕ ਕਟਾਕਸ਼, ਇੱਕ ਕ੍ਰਿਟਿਸਿਜ਼ਮ ਤਿਆਰ ਕੀਤਾ ਗਿਆ ਸੀਗਾ। ਉਹ ਕਿਹੜੀ ਆਰਗੇਨਾਈਜੇਸ਼ਨ ਨੇ ਕਰਨਾ ਸ਼ੁਰੂ ਕੀਤਾ ਸੀਗਾ? ਉਹ ਕਰਨਾ ਸ਼ੁਰੂ ਕੀਤਾ ਸੀਗਾ ਜੀ ਬ੍ਰਹਮੋ ਸਮਾਜ ਨੇ। ਬੀ ਬ੍ਰਹਮੋ ਸਮਾਜ which was founded by none other than ਰਾਜਾ ਰਾਮ ਮੋਹਨ ਰਾਏ in 1828। ਨੈਕਸਟ, ਹਾਂਜੀ ਹੁਣ ਰਾਜਾ ਰਾਮ ਮੋਹਨ ਰਾਏ ਨੇ ਇੱਕ ਕਿਤਾਬ ਲਿਖੀ ਸੀਗੀ ਜਿਹਦਾ ਨਾਮ ਹੈ ਤੋਹਫਤ ਉਲ ਮੁਹਾਦਿਨ। ਇਹ ਕੁਐਸਚਨ ਡਾਇਰੈਕਟ ਪੁੱਛਿਆ ਜਾ ਸਕਦਾ ਹੈ। ਇੱਕ ਕਿਤਾਬ ਦੇ ਦਿੱਤੀ ਜਾਊਗੀ ਮੈਚ ਦਾ ਫੋਲੋਇੰਗ ਦੇ ਵਿੱਚ ਤੇ ਪੁੱਛੀ ਜਾਊਗੀ ਕਿਹਨੇ ਲਿਖੀ ਹੈ। ਸੋ ਰਾਜਾ ਰਾਮ ਮੋਹਨ ਰਾਏ ਰੋਟ ਅ ਫੇਮਸ ਟ੍ਰੈਕਟ ਇਨ ਪਰਸ਼ੀਅਨ ਭਾਸ਼ਾ ਤੇ ਫਾਰਸੀ ਭਾਸ਼ਾ ਦੇ ਵਿੱਚ ਕਿਤਾਬ ਲਿਖੀ ਗਈ ਸੀ ਤੁਫਤ ਉਲ ਮੁਹਾਦਿਨ ਗਿਫਟ ਟੂ ਮੋਨੋਥੀਸਟ। ਇੰਗਲਿਸ਼ ਟ੍ਰਾਂਸਲੇਸ਼ਨ ਹੈਗੀ ਹੈ ਦੀ ਗਿਫਟ ਟੂ ਮੋਨੋਥੀਸਟ, ਜੋ ਇੱਕ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਆ ਉਹਨਾਂ ਲਈ ਇਹ ਕਿਤਾਬ ਰੱਖੀ ਗਈ ਸੀ। ਸੋ anyways 1803 what was the primary thematic focus? ਸਭ ਤੋਂ ਇੰਪੋਰਟੈਂਟ ਫੋਕਸ ਏਰੀਆ ਕੀ ਸੀਗਾ ਜੀ ਦਾ? ਇੱਕ ਸੀਗਾ ਪਹਿਲਾ ਆਪਸ਼ਨ a call for immediate political independence from foreign rule, the answer is no। ਫਿਰ a defense of traditional polytheistic rituals, ਜਿਹੜੇ traditional polytheistic rituals ਹੋ ਰਹੇ हैं again no, ਇਹਦੇ ਤਾਂ ਖੰਡਨ ਹੋ ਰਿਹਾ। ਫਿਰ an exposition arguing against the concept of monotheism, again ਇਹ ਵੀ correct ਹੈ। ਕਹਿੰਦੇ ਜਿਹੜਾ ਕੰਸੈਪਟ ਆਫ ਮੋਨੋਥਿਜ਼ਮ ਹੈ ਕਿ ਸਾਰੇ ਇੱਕ ਹੀ ਨੇ, ਈਸ਼ਵਰ ਹੋ ਗਿਆ, ਅੱਲਾ ਹੋ ਗਿਆ, ਵਾਹਿਗੁਰੂ ਹੋ ਗਿਆ, ਸਾਰੇ ਇੱਕ ਹੀ ਨੇ, ਇਹ ਮੋਨੋਥਿਜ਼ਮ ਦਾ ਬਿਲੀਵ ਹੈ। ਕਹਿੰਦੇ ਇਹਦਾ ਡਿਫੈਂਸ, ਇਹਦਾ ਇੱਕ ਅਗੇਂਸਟ ਆਰਗੂਮੈਂਟ, ਅਗੇਨ ਦਿਸ ਇਜ਼ ਨਾਟ ਕਰੈਕਟ। ਫਿਰ ਅ ਲੌਜੀਕਲ ਆਰਗੂਮੈਂਟ ਅਗੇਂਸਟ ਦ ਪੋਲੀਥਿਜ਼ਮ ਐਂਡ ਇਨ ਫੇਵਰ ਆਫ ਸਿੰਗਲ ਯੂਨੀਵਰਸਲ ਗੋਡ। ਹਾਂਜੀ ਮੋਨੋਥਿਜ਼ਮ ਦੀ ਗੱਲ ਕਰ ਰਹੇ ਹਾਂ, ਸਿੰਗਲ ਯੂਨੀਵਰਸਲ ਦੀ ਗੋਡ ਦੀ ਗੱਲ ਕਰ ਰਹੇ ਹਾਂ, ਤਾਂ ਡੀ ਇਜ਼ ਦੀ ਰਾਈਟ ਆਂਸਰ। ਨੈਕਸਟ, स्वामी विवेकानंद से क्वेश्चन पूछा जा रहा है। स्वामी विवेकानंद delivered his historic speech representing Hinduism at Parliament of Religions held in Chicago in which year? Which year? ਕਿਹੜੇ ਸਾਲ ਦੇ ਵਿੱਚ स्वामी विवेकानंद जी ने शिकागो ਦੇ ਵਿੱਚ ਇੱਕ ਸਪੀਚ ਦਿੱਤੀ ਸੀਗੀ? ਉਹ ਕੁਐਸਚਨ ਹੈ। ਉਹ ਬੜੀ ਫੇਮਸ ਸਪੀਚ ਹੈ ਜੀ, 1893 ਦੇ ਵਿੱਚ ਉਹ ਡਿਲੀਵਰ ਕੀਤੀ ਗਈ ਸੀਗੀ ਸ਼ਿਕਾਗੋ ਦੇ ਵਿੱਚ, ਸ਼ਿਕਾਗੋ ਪਾਰਲੀਮੈਂਟ ਦੇ ਵਿੱਚ 1893 ਦੇ ਵਿੱਚ ਇੱਕ ਸਪੀਚ ਦਿੱਤੀ ਸੀਗੀ ਕਿ ਲੋਕ ਉੱਥੇ ਐਕਚੁਅਲ ਚ ਦੇ ਵਰ ਇੰਪ੍ਰੈਸਡ ਕਿ ਕੋਈ ਇੱਕ ਸਾਧ ਦੀ ਇੱਕ ਗੈਟਅਪ ਦੇ ਵਿੱਚ, ਕਿਉਂਕਿ ਸਵਾਮੀ ਜੀ ਚੋਲਾ ਪਾਉਂਦੇ ਹੁੰਦੇ ਸੀਗੇ, ਤਾਂ ਜਿਹੜੇ ਇੱਕ ਔਰੇਂਜ ਕਲਰ ਦੇ ਕੱਪੜੇ ਹੁੰਦੇ ਉਹ ਪਾ ਕੇ ਚਲੇ ਗਏ, ਸਾਦੇ ਜਿਹੇ ਕੱਪੜੇ ਪਾ ਕੇ ਚਲੇ ਗਏ, ਤੇ ਉੱਥੇ ਜਾ ਕੇ ਹੀ ਸਟਾਰਟਸ ਟੂ ਐਡਰੈਸ ਕਿ ਬ੍ਰਦਰਸ ਐਂਡ ਸਿਸਟਰਸ ਆਫ ਅਮਰੀਕਾ। ਇਹ ਅੱਜ ਵੀ ਸਪੀਚ ਤੁਸੀਂ ਦੇਖੋਗੇ YouTube ਤੇ ਮਿਲੂਗੀ, ਤੇ ਜੇ ਤੁਸੀਂ ਪੂਰੀ ਸਪੀਚ ਸੁਣੋਗੇ ਤੁਹਾਡੇ ਵੀ ਲੂੰ ਕੰਡੇ ਆਪਾਂ ਕਹਿੰਦੇ ਖੜੇ ਹੋ ਜਾਣਗੇ। ਤੇ ਉਸ ਚੀਜ਼ ਨੂੰ ਅੱਜ ਵੀ ਸ਼ਿਕਾਗੋ ਦਾ ਪਾਰਲੀਮੈਂਟ ऑनर करता है। शिकागो के पार्लीमेंट तुसीं स्टेयर्स देखोगे ना, वो वो सारी हूबहू स्पीच लिखी हुई है, हर पौड़ी ते स्पीच लिखी हुई है, हर पौड़ी ते एक लाइन लिखी हुई है इस स्पीच दी जो स्वामी विवेकानंद ने शिकागो दे विच डिलीवर की थी 1893 दे विच। नेक्स्ट, हु ऑथर्ड द फेमस सोशल रिलीजियस टेक्स्ट सत्यार्थ प्रकाश। सत्यार्थ प्रकाश की गल हो रही है, किन्हां ने ऑथर किया सीगा, ते इनू इंग्लिश ट्रांसलेशन जिहड़ी हैगी है वो हैगी है द लाइट ऑफ ट्रुथ to explain the true principles of Vedas, true principles of Vedas। ਤੇ ਇਹ ਜਿਹੜੇ ਇਨਸਾਨ ਨੇ ਲਿਖੀ ਸੀਗੀ ਉਹਨਾਂ ਦਾ ਇੱਕ ਮੋਟੋ ਵੀ ਸੀਗਾ, he said that go back to Vedas, ਕਿਉਂਕਿ ਹਿੰਦੂ ਰਿਲੀਜਨ ਦੇ ਵਿੱਚ ਵੀ ਬਹੁਤ ਸਾਰੀ ਮੀਨਿੰਗਲੈਸ ਰਿਚੁਅਲਸ ਆ ਚੁੱਕੇ ਸੀਗੇ ਜਿਨ੍ਹਾਂ ਨੇ ਹਿੰਦੂਇਜ਼ਮ ਨੂੰ ਪੋਲਿਊਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਤਾਂ ਉਰੇ ਗੱਲ ਹੋ ਰਹੀ ਹੈ ਆਰਿਆ ਸਮਾਜ ਦੀ, ਜੋ ਕਿ ਰਿਗਵੇਦਿਕ ਟਾਈਮ ਤੇ ਜਿਸ ਤਰੀਕੇ ਦੇ ਰਿਚੁਅਲਸ ਹੁੰਦੇ ਸੀਗੇ ਉਹਨਾਂ ਨੂੰ ਫੋਲੋ ਕਰਨ ਦੀ ਗੱਲ ਕਰਦੇ ਸੀ। ਵੇਦਾਸ ਦੇ ਵਿੱਚ ਜੋ ਲਿਖਿਆ, ਵੇਦਾਂ ਦੇ ਵਿੱਚ ਜੋ ਲਿਖਿਆ ਹੋਇਆ ਉਹਨੂੰ ਫੋਲੋ ਕਰਨ ਦੀ ਗੱਲ ਕਰਦੇ ਸੀਗੇ। ਸੋ ਸਤਿਆਰਥ ਪ੍ਰਕਾਸ਼ ਇਹ ਕਿਹਨਾਂ ਨੇ ਆਥਰ ਕੀਤੀ ਸੀਗੀ? ਇਹ ਕੀਤੀ ਸੀਗੀ ਦਇਆਨੰਦ ਸਰਸਵਤੀ ਜੀ ਨੇ, ਦਇਆਨੰਦ ਸਰਸਵਤੀ ਜੀ ਨੇ। ਇਹ ਇਜ਼ ਦੀ ਰਾਈਟ ਆਂਸਰ। ਨੈਕਸਟ, the Shuddhi movement, हाँ जी, which aimed to reconverting individuals who had converted to other religions back to Hinduism, was initiated by which organization? Shuddhi movement ਦੀ ਗੱਲ ਹੋ ਰਹੀ ਹੈ ਕਿ ਜਿਹੜੇ ਕਨਵਰਟਸ ਹੋ ਚੁੱਕੇ ਸੀਗੇ, ਕਿਸੇ ਹੋਰ ਧਰਮ ਦੇ ਵਿੱਚ ਕਨਵਰਟ ਹੋ ਚੁੱਕੇ ਸੀ। ਫੋਰ ਐਗਜ਼ਾਮਪਲ, ਉਦਾਹਰਨ ਦੇ ਤੌਰ ਤੇ ਦਵਾਂ ਮੈਂ 1813 ਦਾ ਜਿਹੜਾ ਚਾਰਟਰ ਐਕਟ ਸੀਗਾ,
ਜਿਹਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀਗੀ। 1813 ਦਾ ਜਿਹੜਾ ਚਾਰਟਰ ਐਕਟ ਸੀਗਾ ਉਹਨੇ ਇੱਕ ਕੰਮ ਕਰ ਦਿੱਤਾ ਸੀਗਾ ਕਿ ਇੰਡੀਆ ਦੇ ਵਿੱਚ ਜਿਹੜੇ ਮਿਸ਼ਨਰੀਜ਼ ਨੇ, ਮਿਸ਼ਨਰੀਜ਼ ਜਿਹੜੇ ਹੈਗੇ ਆ ਉਹਨਾਂ ਨੂੰ ਅਲਾਉ ਕਰ ਦਿੱਤਾ ਗਿਆ ਸੀਗਾ ਕਿ ਉਹ ਇੰਡੀਆ 'ਚ ਆ ਸਕਦੇ ਆ। ਮਿਸ਼ਨਰੀ ਦਾ ਕੰਮ ਕੀ ਸੀਗਾ? ਉਹ ਕ੍ਰਿਸਚੀਅਨਿਟੀ ਦੇ ਵਿੱਚ ਲੋਕਾਂ ਨੂੰ ਕਨਵਰਟ ਕਰਨਾ ਸ਼ੁਰੂ ਕਰ ਰਹੇ ਆ। ਤਾਂ ਬਹੁਤ ਵੱਡੇ ਸਕੇਲ ਤੇ ਤੁਸੀਂ ਦੇਖੋਗੇ ਕ੍ਰਿਸਚੀਅਨਿਟੀ ਦੇ ਵਿੱਚ ਲੋਕ ਕਨਵਰਟ ਹੋ ਰਹੇ ਆ, ਫਿਰ ਵੱਖ-ਵੱਖ ਅਲੱਗ ਰਿਲੀਜੀਅਨਸ ਦੇ ਵਿੱਚ ਵੀ ਕਨਵਰਟ ਹੋਣਾ ਸ਼ੁਰੂ ਹੋ ਰਹੇ ਆ। ਤੇ ਇਸ ਚੀਜ਼ ਨੂੰ ਠੱਲ ਪਾਉਣ ਵਾਸਤੇ ਇੱਕ ਸ਼ੁੱਧੀ ਮੂਵਮੈਂਟ ਸ਼ੁਰੂਆਤ ਕੀਤੀ ਗਈ ਕਿ ਜਿਹੜੇ ਲੋਕ ਕਨਵਰਟ ਹੋ ਚੁੱਕੇ ਆ ਉਹਨਾਂ ਨੂੰ ਦੁਬਾਰਾ ਹਿੰਦੂਇਜ਼ਮ ਦੇ ਵਿੱਚ ਕਿੱਦਾਂ ਲੈ ਕੇ ਆਈਏ। ਇਹ ਸ਼ੁਰੂ ਕੀਤੀ ਮੂਵਮੈਂਟ ਆਰੀਆ ਸਮਾਜ ਨੇ। ਆਰੀਆ ਸਮਾਜ ਨੇ ਇਸ ਮੂਵਮੈਂਟ ਨੂੰ ਸ਼ੁਰੂ ਕੀਤਾ ਸੀਗਾ ਜੀ। ਬੀ ਇਜ਼ ਦੀ ਰਾਈਟ ਆਨਸਰ। ਪਰ ਪ੍ਰੋਬਲਮ ਇਹਦੇ ਨਾਲ ਕੀ ਹੋਣਾ ਸ਼ੁਰੂ ਹੋਈ ਸੀਗੀ? ਇਹਦੇ ਨਾਲ ਪੋਲਰਾਈਜੇਸ਼ਨ ਵੀ ਸ਼ੁਰੂ ਹੋ ਚੁੱਕੀ ਸੀਗੀ, ਰਾਈਟ। ਤਾਂ ਇਹਦੇ ਹੀ ਓਪੋਜੀਸ਼ਨ ਤੇ ਤੁਸੀਂ ਦੇਖੋਗੇ ਅਕਾਲੀ ਮੂਵਮੈਂਟ ਵੀ ਚੱਲ ਰਹੀ ਸੀਗੀ, ਠੀਕ ਹੈ, ਤੇ ਹੋਰ ਅਲੱਗ-ਅਲੱਗ ਰਿਲੀਜਨਸ ਵਿੱਚ ਅਲੱਗ-ਅਲੱਗ ਮੂਵਮੈਂਟਸ ਵੀ ਚੱਲਣੀ ਸ਼ੁਰੂ ਹੋ ਚੁੱਕੀ ਸੀਗੀਆਂ ਇਹਦੇ ਆਨਸਰ ਦੇ ਤੌਰ ਤੇ, ਰਾਈਟ। ਸੋ ਉਰੇ ਕੁਐਸਚਨ ਦਾ ਆਨਸਰ ਬਣ ਗਿਆ ਆਰੀਆ ਸਮਾਜ, ਬੀ। ਨੈਕਸਟ, ਵਿਚ ਹਾਈਲੀ ਇਨਫਲੂਐਂਸ਼ੀਅਲ ਬੁੱਕ ਡਿਡ ज्योतिबा फुले, हाँ जी, वेरी इंपॉर्टेंट पर्सनैलिटी, ज्योतिबा फुले, राइट इन 1873। ज्योतिबा फुले ने केड़ी किताब लिखी सीगी विच वॉज डेडिकेटेड टू अफ्रीकन अमेरिकन पीपल हु फॉट टू अबॉलिश स्लेवरी। केड़ी किताब लिखी सी ज्योतिबा राव फुले ने? ज्योतिबा राव फुले खुद एक डिप्रेस क्लास ਨੂੰ ਬਿਲੋਂਗ ਕਰਦੇ ਸੀਗੇ ਤੇ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਪੈਰਲਲਸ ਡਰਾ ਕੀਤੇ ਸੀਗੇ ਕਿ ਇੰਡੀਆ ਦੇ ਵਿੱਚ ਜਿਹੜਾ ਕਾਸਟ ਸਿਸਟਮ ਹੈ ਉਹ ਇਸ ਤਰੀਕੇ ਨਾਲ ਐਕਟ ਕਰ ਰਿਹਾ। ਤੇ ਤੁਸੀਂ ਦੇਖੋ ਕਿ ਆਪਾਂ ਯੂਰਪ ਦੀ ਗੱਲ ਕਰੀਏ, ਅਮਰੀਕਾ ਦੀ ਗੱਲ ਕਰੀਏ, ਉੱਥੇ ਜਿਹੜੇ ਕਲਰਡ ਪੀਪਲ ਹੁੰਦੇ, ਅਫਰੀਕਨ ਅਮਰੀਕਨ ਜਿਹੜੇ ਹੁੰਦੇ ਆ, ਉਹਨਾਂ ਨਾਲ ਕਿਸ ਲੈਵਲ ਤੇ ਡਿਸਕ੍ਰਿਮੀਨੇਸ਼ਨ ਹੁੰਦਾ ਤੇ ਉਹ ਕਿੱਦਾਂ ਆਪਣੀ ਆਜ਼ਾਦੀ ਲਈ ਲੜੇ ਆ ਤੇ ਆਪਣੇ ਦੇਸ਼ ਦੇ ਵਿੱਚ ਵੀ ਕਿੱਦਾਂ ਲੋਕਾਂ ਨੂੰ ਆਪਣੀ ਆਜ਼ਾਦੀ ਲਈ ਲੜਨਾ ਹੈ। ਤਾਂ ਇਹ ਬੁੱਕ ਦਾ ਉਹ ਕੰਟੈਂਟ ਸੀਗਾ। ਤਾਂ ਬੁੱਕ ਦਾ ਨਾਮ ਹੈਗਾ ਜੀ ਗੁਲਾਮਗਿਰੀ। ਇਹ ਗੁਲਾਮਗਿਰੀ ਇਜ਼ ਦ ਰਾਈਟ ਆਨਸਰ। ਇਹ ਕਿਹਨਾਂ ਨੇ ਲਿਖੀ ਸੀ? ज्योतिबा राव फुले ने, याद रखियो। नेक्स्ट, बी आर अंबेडकर फाउंडेड द बहिष्कृति हितकरनी सभा। बहिष्कृति हितकरनी सभा इन 1924। what was the core purpose of this institution? बहिष्कृति हितकरनी सभा सब तो पहले ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹਨਾਂ ਨੇ ਫਾਊਂਡ ਕੀਤੀ ਸੀ। ਉਹ ਬੀ ਆਰ ਅੰਬੇਡਕਰ ਜੀ ਨੇ ਫਾਊਂਡ ਕੀਤੀ ਸੀ। 1924 ਦੇ ਵਿੱਚ ਫਾਊਂਡ ਕੀਤੀ ਸੀ ਬੰਬੇ ਦੇ ਵਿੱਚ। ਇਹ ਫੈਕਟਸ ਹੈ ਜੀ, ਇਹ ਤੁਹਾਡੇ ਕੁਐਸਚਨ ਡਾਇਰੈਕਟਲੀ ਪੁੱਛੇ ਜਾ ਸਕਦੇ ਆ, ਯਾਦ ਰੱਖਿਓ। ਫਿਰ पर्पस की सीगा सिक्योरिंग सेपरेट इलेक्टोरेट्स फॉर प्रोविंशियल लेजिस्लेटिव काउंसिल, देन प्रमोटिंग एब्सोल्यूट इकोनॉमिक नॉन कोऑपरेशन विद ब्रिटिश एम्पायर, फिर ऑर्गेनाइजिंग लेबर यूनियंस फॉर टेक्सटाइल वर्कर्स अक्रॉस वेस्टर्न इंडिया, देन एडवांसिंग एजुकेशन एंड सोशो इकोनॉमिक वेलफेयर अमंग द डिप्रेस्ड क्लासेस। केड़ा आंसर सही होगा जी? पहला सब तो पहला गलत करो, केड़ा गलत है? देखो, प्रमोटिंग एब्सोल्यूट इकोनॉमिक नॉन कोऑपरेशन विद ब्रिटिश एम्पायर कि ਅਸੀਂ ਬ੍ਰਿਟਿਸ਼ ਐਮਪਾਇਰ ਨਾਲ ਬਿਲਕੁਲ ਵੀ ਇਕਨੋਮਿਕਲੀ ਕੋਆਪਰੇਟ ਨਹੀਂ ਕਰਾਂਗੇ। ਇਹ ਬੀ ਆਪਸ਼ਨ ਕਹਿ ਰਿਹਾ। ਬੀ ਆਰ ਅੰਬੇਡਕਰ ਦੀ ਗੱਲ ਕਰੀਏ ਆਪਾਂ, ਉਹਨਾਂ ਦਾ ਏਮ ਸੀਗਾ ਆਜ਼ਾਦੀ ਲੈਣਾ, ਪਰ ਉਹ ਆਜ਼ਾਦੀ ਇਸ ਤਰੀਕੇ ਦੀ ਲੈਣਾ ਚਾਹੁੰਦੇ ਸੀਗੇ ਕਿ ਜਿਹੜੇ ਪਿੱਛੇ ਸਰਕਾਰ ਬਣੇ ਉਹ ਇਹ ਨਾ ਹੋਵੇ ਕਿ ਦਲਿਤਾਂ ਤੇ ਅਤਿਆਚਾਰ ਕਰਨਾ ਸ਼ੁਰੂ ਕਰ ਦੇ। ਤਾਂ ਉਹਨਾਂ ਦੀ ਜਿਹੜੇ ਆਜ਼ਾਦੀ ਦਾ ਕਨਸੈਪਟ ਸੀਗਾ ਵੱਡਾ ਕਨਸੈਪਟ ਸੀਗਾ। ਇਮੀਡੀਏਟਲੀ ਉਹਨਾਂ ਦੇ ਇਹ ਕੰਸਰਨ ਨਹੀਂ ਸੀਗੇ ਕਿ ਹਾਂ ਅਸੀਂ ਬਿਲਕੁਲ ਨੋਨ ਕੋਆਪਰੇਸ਼ਨ ਕਰਾਂਗੇ, ਕੁਝ ਇਸ ਤਰੀਕੇ ਦੀ ਗੱਲ ਕਰਾਂਗੇ ਵੀ ਬ੍ਰਿਟਿਸ਼ ਸਰਕਾਰ ਨਾਲ ਕੋਆਪਰੇਟ ਨਹੀਂ ਕਰਨਾ। ਨਹੀਂ, ਉਹਨਾਂ ਦਾ ਇੱਕ ਏਮ ਇਹ ਵੀ ਸੀਗਾ ਕਿ ਜਿਹੜੇ ਪਿਛੜੇ ਵਰਗ ਦੇ ਲੋਕ ਨੇ, ਪਿਛਲੇ ਤਬਕੇ ਦੇ ਲੋਕ ਨੇ, ਉਹਨਾਂ ਤੇ ਬਹੁਤ ਅਤਿਆਚਾਰ ਹੁੰਦਾ ਆ ਰਿਹਾ ਤੇ ਜਦੋਂ ਬ੍ਰਿਟਿਸ਼ਰਸ ਨਹੀਂ ਵੀ ਸੀਗੇ ਉਦੋਂ ਵੀ ਹੁੰਦਾ ਸੀਗਾ। ਤਾਂ ਉਹਨਾਂ ਦੀ ਲੜਾਈ ਉਸ ਸਿਸਟਮ ਦੇ ਨਾਲ ਸੀਗੀ, ਕਾਸਟ ਦੇ ਸਿਸਟਮ ਦੇ ਨਾਲ ਲੜਾਈ ਸੀਗੀ। ਤਾਂ ਉਹ ਡਿਪਰੈਸ ਕਲਾਸਿਸ ਦੇ ਵੈਲਫੇਅਰ ਦੀ ਗੱਲ ਕਰਦੇ ਸੀਗੇ ਕਿ ਇਹਨਾਂ ਦਾ ਵੀ ਉਤਾਰ ਹੋਣਾ ਚਾਹੀਦਾ। ਤਾਂ एडवांसिंग एजुकेशनल एंड सोशो इकोनॉमिक वेलफेयर अमंग द डिप्रेस्ड क्लासेस, ए दा पॉजिटिव पॉइंट बनता है। ए तो हो गया इनकरेक्ट। लेबर यूनियंस फॉर टेक्सटाइल वर्कर अक्रॉस वेस्टर्न इंडिया, अगेन इनकरेक्ट। सिक्योरिंग सेपरेट इलेक्टोरेट्स फॉर प्रोविंशियल लेजिस्लेटिव काउंसिल, दिस इज आल्सो इनकरेक्ट क्योंकि एदा पर्पस नहीं सीगा यार। बहिष्कृति हितकरनी सभा दा एदा पर्पस ए नहीं सीगा। दो बी आर अंबेडकर जी वांटेड कि सानू सेपरेट इलेक्टोरेट चाहिए हैं, ਉਸੇ ਦੇ ਬੇਸ ਤੇ ਪੂਨਾ ਪੈਕਟ ਵੀ ਸਾਈਨ ਹੋਇਆ ਸੀਗਾ ਤੇ ਜਿਹਦੇ ਵਿੱਚ ਕਿਹਾ ਸੀਗਾ ਬੀ ਆਰ ਅੰਬੇਡਕਰ ਨੇ ਕਿ ਚਲੋ ਠੀਕ ਹੈ, ਸੈਪਰੇਟ ਇਲੈਕਟੋਰੇਟ ਨਹੀਂ ਮਿਲ ਰਹੇ ਤਾਂ ਫਿਰ ਸਾਨੂੰ ਜ਼ਿਆਦਾ ਸੀਟਸ ਚਾਹੀਦੀਆਂ ਪ੍ਰੋਵਿੰਸ਼ੀਅਲ ਅਸੈਂਬਲੀ ਦੇ ਵਿੱਚ ਵੀ, ਸੈਂਟਰਲ ਦੇ ਕੇਸ ਵੀ। ਤਾਂ ਉਸ ਗੱਲ ਤੇ ਗਾਂਧੀ ਜੀ ਐਗਰੀ ਕਰ ਗਏ ਸੀਗੇ। ਪਰ ਇਹਦਾ ਬਹਿਸ਼ਕ੍ਰਿਤੀ ਹਿਤਕਰਨੀ ਸਭਾ ਦਾ ਇਹ ਪਰਪਸ ਨਹੀਂ ਸੀਗਾ। ਇਹਦਾ ਪਰਪਸ ਸੀਗਾ ਐਡਵਾਂਸਿੰਗ ਦੀ ਐਜੂਕੇਸ਼ਨ ਐਂਡ ਸੋਸ਼ੋ ਇਕਨੋਮਿਕ ਵੈਲਫੇਅਰ ਅਮੰਗ ਦ डिप्रेस्ड क्लासेस। फिर है जी, इन मार्च 1927 बी आर अंबेडकर लेड हिस्टोरिक महद सत्याग्रह।
ਮਹਾਨ ਸੱਤਿਆਗ੍ਰਹਿ ਇੰਪੋਰਟੈਂਟ ਇਵੈਂਟ ਹੈ ਜੀ। 1927 ਦੇ ਵਿੱਚ ਬੀ ਆਰ ਅੰਬੇਡਕਰ ਹੀ ਲੈਡ ਮਹਾਨ ਸੱਤਿਆਗ੍ਰਹਿ। what specific right were ਸੱਤਿਆਗ੍ਰਹੀਜ਼ fighting for? ਮਹਾਨ ਸੱਤਿਆਗ੍ਰਹਿ ਦਾ ਪਰਪਸ ਕੀ ਸੀਗਾ? the entry of depressed classes into Kalaram temple, then the right of untouchables to use water from Chardar tank, then the abolition of forced labor system ਜਿਹਨੂੰ ਆਪਾਂ ਵੇਟ ਵੇਗਰ ਵੀ ਕਹਿੰਦੇ ਆ in rural Maharashtra, ਫਿਰ the reduction of high agricultural land taxes during times of famine। ਮਹਤ ਸੱਤਿਆਗ੍ਰਹਿ ਦੀ ਗੱਲ ਕਰੀਏ ਤਾਂ ਉਰੇ ਦੇਖਣ ਨੂੰ ਮਿਲਦਾ ਹੈ ਕਿ ਦਲਿਤ ਤੇ ਜਿਹੜੇ ਅਤਿਆਚਾਰ ਹੁੰਦੇ ਸੀਗੇ ਉਹਦੇ ਵਿੱਚੋਂ ਇੱਕ ਤਰੀਕੇ ਦਾ ਅਤਿਆਚਾਰ ਇਹ ਵੀ ਹੁੰਦਾ ਸੀਗਾ ਕਿ ਉਹਨਾਂ ਨੂੰ ਜਿਹੜੀ ਕਾਮਨ ਵਿਲੇਜ ਦੀ ਪ੍ਰਾਪਰਟੀ ਹੁੰਦੀ ਹੈ ਉੱਥੋਂ ਪਾਣੀ ਨਹੀਂ ਲੈਣ ਦਿੱਤਾ ਜਾਂਦਾ, ਉੱਥੋਂ ਪਾਣੀ ਨਹੀਂ ਲੈਣ ਦਿੱਤਾ ਜਾਂਦਾ ਸੀ, ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀ। ਤਾਂ ਮਹਤ ਸੱਤਿਆਗ੍ਰਹਿ ਇਸੇ ਚੀਜ਼ ਦੇ ਆਪੋਜੀਸ਼ਨ ਦੇ ਤੌਰ ਤੇ ਉਹਨਾਂ ਨੇ ਲੀਡ ਕੀਤਾ ਸੀਗਾ। ਸੋ ਬੀ ਇਜ਼ ਦੀ ਰਾਈਟ ਆਂਸਰ, ਦ ਰਾਈਟ ਆਫ ਅਨਟਚੇਬਲਸ ਟੂ ਯੂਜ਼ ਵਾਟਰ ਫਰੋਮ ਦੀ ਚਾਰਦਾਰ ਟੈਂਕ। ਚਾਰਦਾਰ ਟੈਂਕ ਤੋਂ ਪਾਣੀ ਨਹੀਂ ਲੈਣ ਦਿੱਤਾ ਜਾਂਦਾ ਸੀਗਾ, ਉਸੇ ਕਰਕੇ ਇਹਨਾਂ ਨੇ ਮਹਤ ਸੱਤਿਆਗ੍ਰਹਿ ਉੱਥੇ ਲਾਂਚ ਕੀਤਾ ਸੀ। ਤਾਂ ਇਹ ਯਾਦ ਹੋਣਾ ਚਾਹੀਦਾ ਜੀ, ਕੁਐਸਚਨ ਇੰਪੋਰਟੈਂਟ ਹੈ, ਰਾਈਟ। ਸੋ ਆਈ ਬਲੀਵ ਅੱਜ ਦਾ ਲੈਕਚਰ ਤੁਹਾਡੇ ਵਾਸਤੇ ਹੈਲਪਫੁਲ ਹੋਊਗਾ ਤੇ ਬਾਕੀ ਮਾਡਰਨ ਹਿਸਟਰੀ ਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਨ ਵਾਲੇ ਹਾਂ। ਆਲ ਦ ਵੈਰੀ ਬੈਸਟ ਫॉर योर एग्जाम, ਕੀਪ ਸਟੱਡਿੰਗ, ਸਟੇ ਪੋਜ਼ਿਟਿਵ। ਥੈਂਕ ਯੂ ਵੈਰੀ ਮਚ, ਜੈ ਹਿੰਦ।